ਬਟ ਮੈਂ ਇਹਨੂੰ ਕਹਿਣਾ ਲੈਗੇਸੀ ਆਫ ਦ ਲਾਹੌਰ ਦਰਬਾਰ, ਜਿਹੜਾ ਲਾਹੌਰ ਦਰਬਾਰ ਖਾਲਸਾ ਦਰਬਾਰ ਜਿਹੜਾ ਬਣਿਆ ਸੀਗਾ, ਉਹਦੀ ਕੀ ਫੋਰਟ ਕਿਲਿਆਂ ਦੀ ਕੀ ਲੈਗੇਸੀ ਹੈ, ਅਸੀਂ ਉਸਨੂੰ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਪਹਿਲਾਂ ਅਸੀਂ ਸਟਾਰਟ ਕਰੀਏ, ਦੇਖੋ ਬੜਾ ਦੁਖਾਂਤ ਵਾਲੀ ਗੱਲ ਹੈ ਕਿ ਜੋ 1947 ਦੇ ਅੰਦਰ ਪਾਰਟੀਸ਼ਨ ਹੋਇਆ, ਉਸਨੂੰ ਮੈਂ ਇੱਥੇ ਇਸ ਮੈਪ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੋ ਆਪਣੇ ਜਦੋਂ ਬ੍ਰਿਟਿਸ਼ ਅੰਦਰ ਆਇਆ ਹੈ 1849 ਦੇ ਅੰਦਰ ਪੰਜਾਬ ਦੇ ਅੰਦਰ, ਹਾਲਾਂਕਿ ਈਸਟ ਪੰਜਾਬ ਦੇ ਅੰਦਰ ਉਹ 1809 ਤੱਕ ਹੀ ਆ ਗਏ ਸੀਗੇ, ਲੇਕਿਨ ਫਿਰ ਵੀ ਇੱਕ ਜਿਹੜੀ ਇੱਕ ਸਪਿਰਿਟ ਸੀਗੀ, ਜਿਹੜੀ ਇੱਕ ਲਾਹੌਰ ਦਰਬਾਰ ਦੀ, ਮਹਾਰਾਜਾ ਰਣਜੀਤ ਸਿੰਘ ਦੀ, ਉਹ ਇੱਕ ਇੰਡੀਪੈਂਡੈਂਟ ਕਿੰਗਡਮ ਸੀਗਾ। ਮਾਝਾ ਦਾ ਇਲਾਕਾ ਤੋਂ ਲੈ ਕੇ ਵੈਸਟਵਰਡ ਸਟਿਲ ਦੀ ਅਫਗਾਨਿਸਤਾਨ ਬਾਰਡਰ, ਇੰਕਲੂਡਿੰਗ ਅਪ ਟਿਲ ਦੀ ਮੁਲਤਾਨ ਰੀਜਨ ਐਂਡ ਅਪ ਟਿਲ ਕਸ਼ਮੀਰ, ਇੱਕ ਇੰਡੀਪੈਂਡੈਂਟ ਕਿੰਗਡਮ ਰਿਹਾ ਹੈ। ਬੇਸ਼ੱਕ ਇਹ ਜਿਹੜਾ ਇਹ ਪਟਿਆਲਾ ਸਟੇਟਸ ਐਂਡ ਆਲ ਇਹ 1809 ਦੇ ਅੰਦਰ ਬ੍ਰਿਟਿਸ਼ ਇੰਪਾਇਰ ਦੇ ਨਾਲ ਅਲਾਈਨ ਕਰ ਗਏ ਸੀਗੇ, ਲੇਕਿਨ ਜਿਹੜਾ ਇਹ ਇੰਪਾਇਰ 1849 ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਕੁਝ ਚੰਦ 7 ਸਾਲਾਂ ਦੇ ਬਾਅਦ, 7-8 ਸਾਲਾਂ ਦੇ ਬਾਅਦ ਹੀ ਡਾਇਡ 1839, 1847 ਤੱਕ ਫਰਸਟ ਐਂਗਲੋ ਸਿੱਖ ਵਾਰ ਹੁੰਦੀ ਹੈ, ਬ੍ਰਿਟਿਸ਼ ਐਂਟਰ ਇਨਸਾਈਡ, ਆਲਰੇਡੀ ਦੀਮਕ ਲੱਗ ਗਿਆ ਸੀਗਾ ਇੰਪਾਇਰ ਨੂੰ, ਤੇ 1849 ਦੇ ਅੰਦਰ ਸੈਕੰਡ ਐਂਗਲੋ ਸਿੱਖ ਵਾਰ ਐਂਡ ਦੀ ਇੰਟਾਇਰ ਇੰਪਾਇਰ ਫਿਨਿਸ਼ਸ। ਰਣਜੀਤ ਸਿੰਘ comes to power in 1799 ਤੇ 50 ਸਾਲ ਦੀ ਇਸ ਦੀ ਇੰਪਾਇਰ ਦੀ ਰੂਲਿੰਗ ਰਜੀਮ ਸੀਗੀ, ਲੇਕਿਨ 1849 ਦੇ ਅੰਦਰ ਖਤਮ ਹੁੰਦਾ ਹੈ 1947 98 ਐਂਡ ਦਿਸ ਵਾਸ ਦ ਲਾਸਟ ਇੰਪਾਇਰ। ਇਹ ਲਾਸਟ ਇੰਪਾਇਰ ਸੀਗਾ ਜਿਹੜਾ ਬ੍ਰਿਟਿਸ਼ ਨੇ ਐਕਵਾਇਰ ਕੀਤਾ, ਬਿਕੋਜ਼ ਬ੍ਰਿਟਿਸ਼ ਕੈਲਕਟਾ ਤੋਂ ਆਇਆ ਸੀਗਾ। ਬੈਟਲ ਆਫ ਬਕਸਰ ਤੋਂ ਬਾਅਦ ਜਿਹੜਾ ਵੈਸਟ ਬੰਗਾਲ ਵਿੱਚ ਹੋਇਆ ਸੀਗਾ, ਉਹ ਹੌਲੇ ਹੌਲੇ ਸਾਰਾ ਇੰਡੀਆ ਫਤਿਹ ਕਰਦੇ ਗਏ ਔਰ ਆ ਕੇ ਸਤਲੁਜ ਦੇ ਕੰਢੇ ਰੁਕ ਗਏ ਸੀਗੇ। ਤੇ 1849 ਦੇ ਅੰਦਰ ਲਾਸਟ ਇੰਪਾਇਰ ਜਿਹੜਾ ਪੰਜਾਬ ਨੂੰ ਐਕਵਾਇਰ ਕੀਤਾ, ਉਸ ਦੇ ਨਾਲ ਸਾਰਾ ਇਲਾਕਾ ਕਸ਼ਮੀਰ, ਖੈਬਰ ਪਖਤੂਨਖਵਾ, ਸਾਰਾ ਕੁਝ ਇਲਾਕਾ ਬ੍ਰਿਟਿਸ਼ ਦੇ ਅੰਦਰ ਆ ਗਿਆ, ਅਫਗਾਨਿਸਤਾਨ ਬਾਰਡਰ ਤੱਕ। ਤੇ ਲੇਕਿਨ 98 ਇਅਰਸ ਦੇ ਬਾਅਦ ਸਭ ਤੋਂ ਛੋਟਾ ਜਿਹੜਾ ਟਾਈਮ ਤੱਕ ਜਿਹੜਾ ਇੰਪਾਇਰ ਬ੍ਰਿਟਿਸ਼ ਕਿੰਗ ਇੰਡੀਆ ਦੇ ਨਾਲ ਰਿਹਾ ਹੈ, ਉਹ ਲਾਹੌਰ ਦਰਬਾਰ ਰਿਹਾ ਹੈ 98 ਇਅਰਸ ਤੱਕ, ਰਾਈਟ। ਤੇ 1947 ਦਾ ਜਦੋਂ ਬ੍ਰਿਟਿਸ਼ ਬਾਹਰ ਨਿਕਲਦੇ ਨੇ, ਆਪਣੇ ਰਿਲੀਜੀਅਸ ਬੇਸਿਸ ਦੇ ਉੱਤੇ ਤਕਸੀਮ ਕਰ ਦਿੰਦੇ ਨੇ, ਲਾਈਨ ਖਿੱਚ ਦਿੰਦੇ ਨੇ, ਪੋਲੀਟੀਕਲ ਬਾਉਂਡਰੀ ਖਿੱਚ ਦਿੰਦੇ ਨੇ, ਜੋ ਅੱਜ ਇੰਡੀਆ ਪਾਕਿਸਤਾਨ ਬਣ ਗਿਆ ਹੈ ਵੈਸਟ ਵਾਲੇ ਪਾਸੇ। ਬੰਗਲਾਦੇਸ਼ ਤੇ ਖੈਰ ਈਸਟ ਪੰਜਾਬ ਤੋਂ ਬਣਿਆ ਬਾਅਦ ਵਿੱਚ, ਲੇਕਿਨ ਅਸੀਂ ਆਪਣੇ ਪੰਜਾਬ ਵਾਲੇ ਪਾਸੇ ਵੇਖੀਏ ਤੇ ਜਿਹੜਾ ਇਹ ਯੈਲੋ ਮੈਂ ਮੈਪ ਦਿਖਾ ਰਿਹਾ, ਅਗਰ ਇਸ ਨੂੰ ਦੇਖੋ ਔਰ ਅੱਜ ਪਾਕਿਸਤਾਨ ਦੀ ਲਾਈਨ ਨੂੰ ਦੇਖੋ ਇਸ ਯੈਲੋ ਮੈਪ ਤੇ ਥੱਲੋਂ ਅਗਰ ਜਿਹੜੀ ਜਾਂਦੀ ਹੈ, ਤੇ ਤੁਹਾਨੂੰ ਇੱਕ ਸਿਰਫ ਸਟੇਟਮੈਂਟ ਇਸ ਮੈਪ ਤੋਂ ਲੈਣਾ ਹੈ ਕਿ 70% ਇਲਾਕਾ, ਜਿਓਗ੍ਰਾਫੀਕਲ ਇਲਾਕਾ ਜਿਹੜਾ ਉਸ ਦਰਬਾਰ ਦਾ ਸੀਗਾ, ਅੱਜ ਉਹ ਪਾਕਿਸਤਾਨ ਦੇ ਅੰਦਰ ਹੈ। ਤੇ ਇਹਦੇ ਨਾਲ ਜਿਹੜਾ ਸਾਡਾ ਇੰਪੈਕਟ ਕਲਚਰ ਦੇ ਉੱਤੇ, ਸਾਡਾ ਜਿਹੜਾ ਇੰਪੈਕਟ ਸਪਿਰਿਚੁਅਲ ਸਾਈਡਸ ਦੇ ਉੱਤੇ, ਜਿਹੜਾ ਸਾਡਾ ਇੰਪੈਕਟ ਹਿਸਟਰੀ ਦੇ ਉੱਤੇ ਪਿਆ ਹੈ ਕਿ 70% ਆਫ ਦ ਹਿਸਟਰੀ ਇਜ਼ ਗੋਨ, ਰਾਈਟ। 70% ਰੀਜਨ ਜਿਹੜਾ ਹਿਸਟਰੀ ਐਕਚੁਅਲੀ ਚਰਨਡ, ਉਹ ਸਾਰਾ ਖਤਮ ਹੋ ਗਿਆ ਹੈ। ਔਰ ਅਕਸਰ ਮੈਂ ਜਦੋਂ ਬਚਪਨ ਤੋਂ ਇੰਡੀਆ 'ਚ ਗਰੋ ਕਰ ਰਿਹਾ ਸੀਗਾ, ਮੈਨੂੰ ਨਹੀਂ ਪੜ੍ਹਾਈ ਗਈ ਆਪਣੀ ਤਾਰੀਖ, ਮੈਨੂੰ ਗੁਰੂ ਨਾਨਕ ਸਾਹਿਬ ਦੇ ਸਫ਼ਰ ਦੇ ਬਾਰੇ 'ਚ ਨਹੀਂ ਪੜ੍ਹਾਇਆ ਗਿਆ। ਮੈਨੂੰ ਪੜ੍ਹਾਇਆ ਗਿਆ ਕਿ ਅਲੈਗਜ਼ੈਂਡਰ ਆਇਆ ਸੀਗਾ, ਮੈਨੂੰ ਪੜ੍ਹਾਇਆ ਗਿਆ ਇੰਡੀਆ ਦੀ ਖੋਜ ਵਿੱਚ ਕੋਲੰਬਸ ਗਿਆ ਸੀਗਾ, ਫਾਈਆਨ ਆਇਆ ਸੀਗਾ, ਯੂਨਸਿਆਂਗ ਆਇਆ ਸੀਗਾ, ਲੇਕਿਨ ਗੁਰੂ ਨਾਨਕ ਸਾਹਿਬ ਦੇ ਸਫ਼ਰਾਂ ਦੇ ਬਾਰੇ 'ਚ ਜਿਹੜੇ ਸਬ ਕੰਟੀਨੈਂਟ ਦੇ ਸੀ ਕਿਸੇ ਨੇ ਨਹੀਂ ਦੱਸਿਆ। ਮੈਨੂੰ ਸਿੱਖ ਤਾਰੀਖ ਦੇ ਬਾਰੇ 'ਚ ਕਿਸੇ ਨੇ ਨਹੀਂ ਦੱਸਿਆ ਆਪਣੇ ਇੰਡੀਅਨ ਕਰਿਕੂਲਮਸ ਦੇ ਅੰਦਰ। ਹੋ ਸਕਦਾ ਹੈ ਮੈਂ ਆਪਣੇ ਆਪ ਨੂੰ ਹੁਣ ਜਿਹੜੀ ਚੀਜ਼ ਮੈਨੂੰ ਸਮਝ ਆ ਰਹੀ ਹੈ ਕਿ ਇਸ ਦਾ ਮੇਬੀ ਰੀਜ਼ਨ ਇਹ ਹੈ ਬਦਕਿਸਮਤੀ ਨਾਲ ਕਿ ਜਿਹੜੀ ਸਾਡੀ ਤਾਰੀਖ ਸੀ, ਜਿਹੜੀ ਇੰਡਸ ਬੈਲਟ ਦੀ ਤਾਰੀਖ ਸੀ, ਉਹ ਉਸ ਪਾਸੇ ਰਹਿ ਗਈ ਜਿਹੜੀ ਇੱਕ non Islamic, unfortunately Pakistan became an Islamic state which unfortunately was a non-Islamic period in the Indus region, ਤੇ ਇਸ ਕਰਕੇ ਉਹ chapters are not given an importance in Pakistan's chapter of history। ਤੇ ਜਿਹੜੇ ਆਪਣੇ ਇੰਡੀਆ ਵਾਲੇ ਪਾਸੇ ਹੈ, ਜਿਹੜਾ ਇੰਡੀਆ ਪਾਕਿਸਤਾਨ ਦਾ ਜਿਹੜਾ ਮਾਹੌਲ ਰਿਹਾ ਹੈ, ਉਹਦੇ ਅੰਦਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਇੰਡੀਆ ਦੇ ਅੰਦਰ ਸ਼ਾਇਦ ਨਜ਼ਰ ਇਹ ਦੇਖਦੇ ਹੋਣ ਕਿ ਭਾਈ ਇਹ ਤੇ ਉਸ ਪਾਸੇ ਦੀ ਹਿਸਟਰੀ ਹੈ, ਸਾਡੇ ਪਾਸੇ ਦੀ ਹਿਸਟਰੀ ਨਹੀਂ, ਤਾਂ ਕੋਈ ਪੜ੍ਹਾਉਂਦਾ ਹੀ ਨਹੀਂ, ਤੇ ਦੋਵੇਂ ਪਾਸੇ ਅਸੀਂ ਪਿਸ ਗਏ। ਤੇ ਇਹ ਸਾਡਾ ਕੰਮ ਹੈ ਕਿ ਅਸੀਂ ਆਪਣੀ ਤਾਰੀਖ ਨੂੰ ਕਾਇਮ ਰੱਖੀਏ, ਇਸ ਨੂੰ ਸਮਝਦੇ ਰਹੀਏ। ਕਿਤਾਬਾਂ ਬਹੁਤ ਲਿਖੀਆਂ ਗਈਆਂ ਨੇ, ਇਹ ਜੀ ਗੱਲ ਨਹੀਂ ਹੈ, ਡਾਕਟਰ ਹਰੀਰਾਮ ਗੁਪਤਾ ਵਗੈਰਾ ਬੜੀ ਕਿਤਾਬਾਂ ਲਿਖੀਆਂ ਨੇ। ਮੇਰਾ ਮਕਸਦ ਇਹ ਸੀਗਾ ਉਹਨਾਂ ਕਿਤਾਬਾਂ ਦੇ ਵਿੱਚੋਂ ਇੱਕ ਵਿਜ਼ੂਅਲ ਕੰਟੈਕਸਟ ਦੇ ਕੇ ਜਿਹੜਾ ਮੈਨੂੰ ਜਾਣ ਦਾ ਮੌਕਾ ਮਿਲਿਆ, ਉਸ ਨੂੰ ਅੱਜ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵਿਜ਼ੂਅਲੀ ਕਿ ਸਾਡਾ ਇਹ ਤਾਰੀਖ ਦੇ ਜਿਹੜੇ ਕਿਲੇ ਨੇ ਉਹ ਕਿੱਥੇ ਕਿੱਥੇ ਨੇ, ਕੀ ਸਟ੍ਰੈਟਜੀ ਸੀਗੀ। ਤੇ ਸਭ ਤੋਂ ਪਹਿਲਾਂ ਅਸੀਂ ਜਾਈਏ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਟਾਈਮ ਤੇ
ਜਦੋਂ ਨੰਦੇੜ ਵਾਲੇ ਪਾਸੋਂ ਆਉਂਦੇ ਨੇ ਤੇ ਸਮਾਣਾ ਆਪਣਾ ਜਿਹੜਾ ਸਰਹੰਦ ਦਾ ਇਲਾਕਾ, ਸਾਨੂੰ ਉਹ ਤਾਰੀਖ ਪਤਾ ਹੈ, ਬਟ ਉਹ ਮੈਂ ਉਸ ਵਿੱਚ ਨਹੀਂ ਜਾਵਾਂਗਾ। ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਅਦ ਇੱਕ ਬੜਾ ਚੈਲੰਜਿੰਗ ਜਿਹਾ ਪੀਰੀਅਡ ਸਾਡੀ ਤਾਰੀਖ 'ਚ ਆਉਂਦਾ ਹੈ, ਜਿਹਦੇ ਅੰਦਰ ਘੱਲੂਘਾਰਾ ਦਾ ਪੀਰੀਅਡ ਹੁੰਦਾ ਹੈ। ਸਿੱਖ ਜਿਹੜੇ ਕੇਸਧਾਰੀ ਸਨ ਉਹ ਤੇ ਜੰਗਲਾਂ 'ਚ ਰਹਿ ਰਹੇ ਸਨ, ਬਿਕੋਜ਼ ਉਹਨਾਂ ਦੇ ਸਿਰ ਤੇ ਮੋਲ ਸੀਗਾ। ਨਾਨਕ ਨਾਮ ਲੇਵਾ ਤੇ ਹਰ ਜਗ੍ਹਾ ਸੀਗੇ, ਲੇਕਿਨ ਕੇਸਧਾਰੀ ਜਿਹੜੇ ਸਨ ਉਹ ਜੰਗਲਾਂ 'ਚ ਰਹਿੰਦੇ ਸਨ, ਕਿਉਂਕਿ ਉਹਨਾਂ ਦੇ ਸਿਰ ਤੇ ਮੋਲ ਸੀਗਾ। ਹੌਲੇ ਹੌਲੇ ਉਹਨਾਂ ਜਥੇਬੰਦੀਆਂ ਨੇ ਆਪਣੇ ਮਿਸਲਾਂ ਬਣਾਉਣੀ ਸ਼ੁਰੂ ਕੀਤੀਆਂ। ਤੇ ਜਿਹੜੀ ਇਹ ਤੁਸੀਂ ਇਹ ਮੈਪ ਦੇ ਉੱਤੇ ਦੇਖ ਰਹੇ ਹੋ, ਜਿਹੜੀ ਮੈਂ ਗ੍ਰੀਨ ਦੇ ਅੰਦਰ ਨਾਂ ਲਿਖੇ ਨੇ, ਜਿਹੜਾ ਭੰਗੀ ਮਿਸਲ ਸੀਗਾ ਉਹ ਜੇਹਲਮ ਤੇ ਚਨਾਬ ਦੇ ਵਿਚਕਾਰ ਸੀਗਾ। ਸ਼ੁਕਰ ਚੱਕਰੀਆ ਤੇ ਭੰਗੀ ਮਿਸਲ ਚਨਾਬ ਤੇ ਰਾਵੀ ਦੇ ਵਿਚਕਾਰ ਸੀਗਾ। ਨੱਕਈ, ਭੰਗੀ, ਕਨਈਆ, ਰਾਮਗੜੀਆ, ਆਲੂਵਾਲੀਆ, ਸਿੰਘਪੁਰੀਆ, ਦੇਵਾਲੀਆ, ਨਿਸ਼ਾਨੀਆਂ, ਫੁਲਕੀਆਂ, ਕਰੋੜਾ ਸਿੰਘੀਆ ਮਿਸਲਾਂ, ਇਹ ਅਲੱਗ-ਅਲੱਗ ਜਗ੍ਹਾ ਸੀ। ਕਰੋੜਾ ਸਿੰਘੀਆ ਮਿਸਲਾਂ ਸਭ ਤੋਂ ਈਸਟ ਤੱਕ ਸੀਗੀ, ਅੰਬਾਲਾ ਤੱਕ ਇਹਨਾਂ ਦਾ ਇਲਾਕਾ ਸੀਗਾ। ਨਾਭਾ ਤੇ ਇਲਾਕਾ, ਫੁਲਕੀਆਂ ਤੇ ਪਟਿਆਲਾ ਦਾ ਇਲਾਕਾ ਹੋ ਗਿਆ, ਇਹ ਈਸਟ ਵਾਲੇ ਪਾਸੇ ਸਨ। ਭੰਗੀ ਮਿਸਲ ਜਿਹੜੀ ਸੀਗੀ ਉਹ ਜੇਹਲਮ ਵਾਲੇ ਪਾਸੇ ਸੀਗੀ। ਇਹ ਸਾਰਾ ਪੰਜਾਬ ਦੇ ਇਲਾਕੇ 'ਚ ਗੁਰੀਲਾ ਵਾਰਫੇਅਰ ਹੋ ਰਹੀ ਸੀਗੀ। ਲੋਕੀ ਜਿਹੜੇ ਆਪਣੇ ਜੰਗਲਾਤ ਵਿੱਚ ਰਹਿੰਦੇ ਸਨ। ਤੇ ਜਦੋਂ ਬੜਾ ਇੰਟਰਸਟਿੰਗ ਚੀਜ਼ ਹੈ ਕਿ ਜਦੋਂ ਸਾਲ 'ਚ ਇੱਕ ਵਾਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਉਂਦੇ ਸਨ, ਆਪਣੀ ਰਿਪੋਰਟਿੰਗ ਕਰਦੇ ਸਨ, ਫਿਰ ਆਪਣੇ ਇਲਾਕਿਆਂ ਚਲੇ ਜਾਂਦੇ ਸਨ। ਇਹਨਾਂ ਦੇ ਅੰਦਰ ਕੋਈ ਅਜੇ ਯੂਨਿਟੀ ਨਹੀਂ ਸੀਗੀ, ਆਪਸ ਵਿੱਚ ਲੜਦੇ ਵੀ ਸੀਗੇ, ਲੇਕਿਨ ਜਦੋਂ ਕੋਈ ਅਟੈਕ ਬਾਹਰੋਂ ਹੁੰਦਾ ਸੀਗਾ ਤੇ ਇਕੱਠੇ ਹੋ ਜਾਂਦੇ ਸਨ, ਔਰ ਇੱਕ ਪਰਪਸ ਦੇ ਨਾਲ ਇਹ ਉਸ ਅਟੈਕ ਦੇ ਥਰੂ ਵਾਸਤੇ ਇੱਕ ਕਾਮਨ ਕਾਜ਼ ਲੈ ਕੇ ਉਸ ਨੂੰ ਫਾਈਟ ਕਰਦੇ ਸਨ, ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ। ਜਦੋਂ ਫਿਰ ਪੀਸ ਹੁੰਦੀ ਸੀ ਫਿਰ ਆਪਸ ਵਿੱਚ ਲੜਨਾ ਸ਼ੁਰੂ ਕਰਦੇ ਸਨ। ਇਹ ਸਾਡੀ ਹਿਸਟਰੀ ਸੀਗੀ, ਰਾਈਟ। ਲੇਕਿਨ ਉਸ ਜ਼ਮਾਨੇ 'ਚ ਜਦੋਂ ਬ੍ਰਿਟਿਸ਼ ਦਾ ਐਡਵਾਂਸਮੈਂਟ ਸ਼ੁਰੂ ਹੋਇਆ ਪੰਜਾਬ ਵੱਲ, ਤੇ ਅਸੀਂ ਦੇਖੀਏ ਤੇ ਜਿਹੜਾ ਮੈਂ ਇਸ ਵਿੱਚ ਰੈਡ ਐਰੋਜ਼ ਬਣਾ ਰੱਖੇ ਨੇ ਇਸ ਮੈਪ ਦੇ ਅੰਦਰ, ਉਹ ਮੈਂ ਇਹ ਦਿਖਾਣਾ ਚਾਹਨਾ ਕਿ ਤੁਸੀਂ ਦੇਖੋ ਕਿਸ ਤਰੀਕੇ ਨਾਲ ਬ੍ਰਿਟਿਸ਼ ਦੇ ਟਾਈਮ, ਅਜੇ ਬ੍ਰਿਟਿਸ਼ ਐਂਟਰ ਨਹੀਂ ਹੋਇਆ ਤੇ ਅਸੀਂ ਗੱਲ ਕਰ ਰਹੇ ਹਾਂ 1810 ਤੋਂ ਲੈ ਕੇ 1849 ਤੱਕ, ਸੌਰੀ 1760 1770 ਤੋਂ ਲੈ ਕੇ 1799 ਤੱਕ ਦੀ ਗੱਲ ਕਰ ਰਹੇ ਹਾਂ ਅਸੀਂ। ਅਜੇ ਮਹਾਰਾਜਾ ਰਣਜੀਤ ਸਿੰਘ ਅਜੇ ਕੰਟਰੋਲ 'ਚ ਨਹੀਂ ਆਏ ਨੇ। ਤੇ ਅਸੀਂ ਦੇਖਦੇ ਹਾਂ ਅਲੱਗ-ਅਲੱਗ ਪਾਸੋਂ ਅਲੱਗ-ਅਲੱਗ ਫੋਰਸਿਸ ਪੰਜਾਬ ਵੱਲ ਵਧ ਰਹੀਆਂ ਨੇ। ਅਸੀਂ ਅਗਰ ਵੈਸਟ ਤੋਂ ਦੇਖੀਏ, ਅਫਗਾਨੀ ਅਜੇ ਅਲੱਗ-ਅਲੱਗ ਅਟੈਕਸ ਹੋ ਰਹੇ ਸਨ, ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਵਗੈਰਾ, ਇਹ ਸਾਰੇ ਉਸ ਪੀਰੀਅਡ 'ਚ ਹੋਏਗਾ, ਉਹ ਕੰਟੀਨਿਊ ਕਰ ਰਿਹਾ। ਜ਼ਕਰੀਆ ਖਾਨ ਵਗੈਰਾ ਇਹ ਸਭ ਅਟੈਕਸ ਹੋ ਰਹੇ ਨੇ ਜੀ। ਰਾਈਟ ਪਾਸੋਂ ਅਸੀਂ ਈਸਟ ਵਾਲੇ ਪਾਸੋਂ ਦੇਖੀਏ ਤੇ ਰਾਜਪੂਤਾਂ ਦਾ ਹਿਲ ਦੇ ਉੱਤੇ ਜਿਹੜੇ ਪਹਾੜੀ ਰਾਜੇ ਸਨ ਉਹ ਐਡਵਾਂਸ ਕਰ ਰਹੇ ਸਨ। ਨੇਪਾਲ ਦੇ ਗੁਰਖਾ ਜਿਹੜੇ ਸਨ ਉਹ ਦੇਹਰਾਦੂਨ ਤੱਕ ਰੂਲ ਕਰਦੇ ਸਨ, ਰਾਈਟ। ਉਹਨਾਂ ਦਾ ਰੂਲ ਦੇਹਰਾਦੂਨ ਤੱਕ ਸੀਗਾ, ਉਹ ਵੀ ਪੰਜਾਬ ਵੱਲ ਵੜ ਰਹੇ ਸਨ, ਰਾਈਟ। ਤੇ ਆਪਣੇ ਲੋਅਰ ਪਾਸੋਂ ਦੇਖਿਆ ਜਾਏ, ਇੰਡੀਆ ਵਾਲੇ ਪਾਸੋਂ ਇੰਗਲਿਸ਼ ਆ ਰਹੇ ਸਨ ਉੱਪਰ। ਮਰਾਠਿਆਂ ਨੇ ਆਪਣਾ ਦੇਖਿਆ ਤੇ ਮਰਾਠਾ ਦੀ ਹਿਸਟਰੀ ਦੇ ਅੰਦਰ ਆਉਂਦਾ ਹੈ ਕਿ ਅਟਕ ਦੇ ਕਿਲੇ ਤੱਕ ਜਾ ਕੇ ਉਹਨਾਂ ਨੇ ਝੰਡਾ ਆਪਣਾ ਫਹਿਰਾਇਆ ਸੀਗਾ। ਤੇ ਫॉर ਵਟਐਵਰ ਰੀਜ਼ਨ ਉਸ ਟਾਈਮ ਜਿਹੜੀ ਆਪਣੀ ਸਿੱਖ ਮਿਸਲਾਂ ਸੀਗੇ ਉਹਨਾਂ ਦੇ ਨਾਲ ਪਾਰਟਨਰਸ਼ਿਪ ਨਹੀਂ ਹੋ ਸਕੀ, ਲੇਕਿਨ ਮਰਾਠਾ ਅਟਕ ਤੱਕ ਪਹੁੰਚ ਗਏ ਸਨ। ਫਿਰ ਉਹਨਾਂ ਨੂੰ ਪਿੱਛੇ ਹਟਣਾ ਪਿਆ, ਬਿਕੋਜ਼ ਉਹਨਾਂ ਨੂੰ ਮਹਾਰਾਸ਼ਟਰ ਤੋਂ ਇਹ ਬਹੁਤ ਦੂਰ ਸੀਗਾ ਪੰਜਾਬ, ਤੇ ਮਰਾਠਾ ਵੀ ਉੱਪਰ ਆ ਰਹੇ ਸਨ। ਤੇ ਬ੍ਰਿਟਿਸ਼ ਟਾਈਮ ਤੱਕ ਇੱਕ ਬ੍ਰਿਟਿਸ਼ ਦਾ ਇੱਕ ਆਫੀਸਰ ਸੀਗਾ, ਉਹ ਬ੍ਰਿਟਿਸ਼ ਫੋਰਸ ਤੋਂ ਅਲੱਗ ਹੋ ਗਿਆ ਸੀਗਾ। ਉਸਨੇ ਜਾ ਕੇ ਹਿਸਾਰ ਦੇ ਅੰਦਰ ਆਪਣਾ ਇੱਕ ਕਿੰਗਡਮ ਜਿਹਾ ਬਣਾ ਲਿਆ ਸੀਗਾ, ਜਾਰਜ ਥਾਮਸ। ਤੇ ਉਹਨੇ ਵੀ ਆਪਣਾ ਪੰਜਾਬ ਵੱਲ ਆਪਣੀ ਫੋਰਸਿਸ ਨੂੰ ਲੈ ਕੇ ਵਧਣਾ ਸ਼ੁਰੂ। ਇਸ ਦੇ ਬਾਅਦ ਲੋਕ ਜ਼ਿਆਦਾ ਜ਼ਿਕਰ ਨਹੀਂ ਕਰਦੇ ਨੇ। ਤੇ ਤੁਸੀਂ ਦੇਖੋ ਇਸ ਮੈਪ ਦੇ ਅੰਦਰ ਮਿਸਲਾਂ ਕਿੱਥੇ ਨੇ ਗ੍ਰੀਨ ਦੇ ਅੰਦਰ, ਔਰ ਕਿਹੜੇ ਪਾਸੋਂ, ਹਰ ਪਾਸੋਂ ਇੱਕ ਫੋਰਸਿਸ ਆ ਰਹੀਆਂ ਨੇ। ਹੁਣ ਇਸ ਸਿਚੁਏਸ਼ਨ ਦੇ ਅੰਦਰ 1799 ਦੇ ਅੰਦਰ ਰਣਜੀਤ ਸਿੰਘ, ਸ਼ੁਕਰ ਚੱਕਰੀਆ ਮਿਸਲ, ਮਹਾ ਸਿੰਘ ਦੀ ਫੈਮਿਲੀ ਵਿੱਚੋਂ, ਤੇ ਉਹ ਰਾਈਜ਼ ਕਰਦੇ ਨੇ। ਬੜੀ ਛੋਟੀ ਜੀ ਉਮਰ ਹੈ। ਔਰ ਉਸ ਟਾਈਮ ਸ਼ਾਹ ਜ਼ਮਨ, ਸਨ ਆਫ ਸ਼ਾਹ ਅਹਿਮਦ ਸ਼ਾਹ ਅਬਦਾਲੀ, ਜਿਹਨੇ ਬੜੀ ਵਾਰੀ ਪੰਜਾਬ 'ਚ ਅਟੈਕ ਕੀਤਾ ਸੀਗਾ, ਅਹਿਮਦ ਸ਼ਾਹ ਅਬਦਾਲੀ ਨੇ, ਤੇ ਸ਼ਾਹ ਜ਼ਮਨ ਹੋਣ ਉਹਨਾਂ ਦੀ ਫਾਦਰ ਦੀ ਡੈਥ ਤੋਂ ਬਾਅਦ ਪੰਜਾਬ ਵਿੱਚ ਆਇਆ ਹੋਇਆ ਸੀਗਾ, ਤੇ ਉਸਨੇ ਲਾਹੌਰ ਦੇ ਕਿਲੇ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀਗਾ। ਇਹ ਪਿਕਚਰ ਹੈਗੀ ਲਾਹੌਰ ਦੇ ਕਿਲੇ ਦੀ, ਤੇ ਰਾਈਟ ਸਾਈਡ ਦੇ ਉੱਪਰ ਤੁਸੀਂ ਜਿਹੜਾ ਦੇਖ ਰਹੇ ਹੋ ਇਹ 8 ਤਰਾ ਹੈ। ਇਹ 8 ਤਰਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਬਣਾਇਆ ਗਿਆ ਸੀਗਾ ਲਾਹੌਰ ਕਿਲੇ ਦੇ ਅੰਦਰ। ਇਹਦੇ ਅੰਦਰ 8 ਦਰਵਾਜ਼ੇ ਨੇ। ਤੇ 1799 ਦੇ ਅੰਦਰ ਰਣਜੀਤ ਸਿੰਘ ਲਾਹੌਰ ਫੋਰਟ ਦੇ ਅੰਦਰ ਚੈਲੰਜ ਕਰਦੇ ਨੇ ਸ਼ਾਹ ਜ਼ਮਨ ਨੂੰ। ਲਾਹੌਰ ਫੋਰਟ ਜਿਹੜਾ ਹੈ ਉਹ ਸਿੱਖ ਦੌਰ 'ਚ ਨਹੀਂ ਬਣਿਆ। ਕਾਫੀ ਸਾਰੇ ਕਿਲੇ ਜਿਹੜੇ ਨੇ ਸਿੱਖ ਦੌਰ ਦੇ, ਇਸ ਪ੍ਰੈਜੈਂਟੇਸ਼ਨ ਤੁਸੀਂ ਦੇਖੋਗੇ
ਜਿਹੜੇ ਐਕਵਾਇਰ ਹੋਏ ਨੇ ਉਹਨਾਂ ਦੀ ਤਾਰੀਖ ਅਲੱਗ-ਅਲੱਗ ਕਿੰਗਡਮ ਤੋਂ ਚੱਲ ਰਹੀ ਹੈ, ਐਕਵਾਇਰ ਹੋਏ ਨੇ, ਹੈਂਡਸ ਚੇਂਜ ਹੋਏ ਨੇ, ਲੇਕਿਨ ਸਿੱਖ ਦੌਰ ਦੇ ਬੜੇ ਕਿਲੇ ਜਿਹੜੇ ਬਣੇ ਨੇ ਨਾ ਉਹ ਜਿਹੜੇ ਅੱਜ ਵੀ ਮੌਜੂਦ ਨੇ ਉਹ ਵੈਸਟ ਵੱਲ ਬਣਨੇ ਆਪਣੇ ਅਟਕ ਤੋਂ ਲੈ ਕੇ ਅਫਗਾਨਿਸਤਾਨ ਬਾਰਡਰ ਤੱਕ ਉਹਨਾਂ ਨੂੰ ਮੈਂ ਤੁਹਾਨੂੰ ਦਿਖਾਵਾਂਗਾ। ਲੇਕਿਨ ਜਿਹੜੇ ਪੰਜਾਬ ਦੇ ਅੰਦਰ ਜਿਹੜੇ ਬਣੇ ਨੇ ਉਹ ਜ਼ਿਆਦਾਤਰ ਮਡ ਫੋਰਟਸ ਬਣੇ ਸੀਗੇ, ਇਹ ਆਪਣੇ ਗਾਰਾ ਵਗੈਰਾ ਮਿੱਟੀ ਦੇ ਬਣੇ ਸਨ, ਉਹ ਸਰਵਾਈਵ ਨਹੀਂ ਕਰ ਸਕੇ ਨੇ ਕਿਉਂਕਿ ਉਹ ਜਲਦੀ ਬਣੇ ਨੇ ਸਾਰੇ, ਔਰ ਪੰਜਾਬ ਦਾ ਮਾਹੌਲ ਤੁਹਾਨੂੰ ਪਤਾ ਹੈ, ਤੇ ਉਹ ਜ਼ਿਆਦਾ ਸਰਵਾਈਵ ਨਹੀਂ ਕਰ ਸਕੇ ਨੇ। ਤੇ ਜਿਹੜੇ ਕਿਲੇ ਜਿਹੜੇ ਸਰਵਾਈਵ ਹੋਏ ਨੇ ਇਹ ਜਿਹੜੇ ਮੁਗਲ ਦੌਰ ਦੇ, ਉਸ ਤੋਂ ਪਹਿਲੇ ਲੋਧੀ ਦੌਰ ਦੇ ਇਹ ਕਿਲੇ ਨੇ। ਅਕਬਰ ਨੇ ਇੱਕ ਲਾਹੌਰ ਦਾ ਕਿਲਾ ਬਣਾਇਆ ਸੀਗਾ 1575 ਦੇ ਅੰਦਰ, ਤੇ ਰਣਜੀਤ ਸਿੰਘ ਨੇ ਫਿਰ ਜਦੋਂ ਚੈਲੰਜ ਕੀਤਾ ਤੇ ਬੈਟਲ ਆਫ ਬਸੀਨ ਇੱਕ ਇਲਾਕਾ ਹੈਗਾ ਪਾਕਿਸਤਾਨ ਦੇ ਅੰਦਰ, ਉੱਥੇ ਬੈਟਲ ਆਫ ਬਸੀਨ ਹੁੰਦਾ ਹੈ। ਉਸ ਬੈਟਲ ਆਫ ਬਸੀਨ ਦੇ ਅੰਦਰ ਰਣਜੀਤ ਸਿੰਘ ਕਮਸ ਆਊਟ ਟੂ ਬੀ ਵਿਕਟੋਰੀਅਸ, ਉਹ ਜਿੱਤਦੇ ਨੇ ਜੰਗ, ਤੇ ਉਸ ਤੋਂ ਬਾਅਦ ਖਾਲਸਾ ਦਰਬਾਰ ਦੀ ਨੂੰ ਕਾਇਮ ਕਰਦੇ ਨੇ ਲਾਹੌਰ ਕਿਲੇ ਤੋਂ, ਕਿਉਂਕਿ ਲਾਹੌਰ ਕਿਲੇ ਨੂੰ, ਲਾਹੌਰ ਵਾਸ ਲਾਈਕ ਦਿੱਲੀ। ਅਗਰ ਅਸੀਂ ਇੰਡੀਆ ਵਾਲੇ ਪਾਸੇ ਚਲੀ ਜਾਈਏ, ਜਿਸਨੇ ਦਿੱਲੀ ਤੇ ਫਤਿਹ ਕਰ ਲਿਆ ਤੇ ਉਹ ਉਸ ਪਾਸੇ ਦਾ ਸ਼ਹਿਨशाह ਹੋ ਗਿਆ, ਲੇਕਿਨ ਹੁਣ ਇਸ ਪਾਸੇ ਦਾ ਜਿਹੜਾ ਇਲਾਕਾ ਸੀਗਾ ਲਾਹੌਰ ਤੇ ਜਿਹਨੇ ਫਤਿਹ ਕਰ ਲਿਆ ਉਹ ਫਿਰ ਪੰਜਾਬ ਦੇ ਇਲਾਕੇ ਦਾ ਸ਼ਹਿਨशाह ਸੀਗਾ, ਤੇ ਆਪਣੇ ਆਪ ਨੂੰ ਨੇ ਪ੍ਰੋਕਲੇਮ ਕਰਤਾ ਉੱਥੇ ਦਾ ਮਹਾਰਾਜਾ। ਹੁਣ ਗੱਲ 1799 ਦੇ ਅੰਦਰ ਉਹ ਬੈਠੇ ਨੇ, ਲੇਕਿਨ ਅਜੇ ਕੋਈ ਯੂਨਿਟੀ ਨਹੀਂ ਆਈ ਹੈ ਮਿਸਲਾਂ ਦੇ ਅੰਦਰ, ਅਜੇ ਵੀ ਅਲੱਗ-ਅਲੱਗ। ਹੁਣ ਸ਼ੁਕਰ ਚੱਕਰੀਆ ਦੇਖਿਆ ਤੇ ਸ਼ੁਕਰ ਚੱਕਰੀਆ ਮਿਸਲ ਜਾ ਕੇ ਲਾਹੌਰ ਦਰਬਾਰ 'ਚ ਬੈਠ ਗਈ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਿਜ਼ਨ ਸੀਗਾ ਕਿ ਸਾਰੀ ਮਿਸਲਾਂ ਨੂੰ ਅਸੀਂ ਇੱਕ ਜਥੇਬੰਦੀ ਦੇ ਅੰਦਰ ਲੈ ਆਈਏ, ਤੇ ਅਗਰ ਦੇਖਿਆ ਜਾਏ ਤੇ ਇਹਨਾਂ ਨੇ ਬੜੀ ਕੋਸ਼ਿਸ਼ ਵੀ ਕੀਤੀ 1799 ਤੋਂ ਲੈ ਕੇ। ਬ੍ਰਿਟਿਸ਼ ਜਿਹੜਾ ਹੈ ਉਸ ਪਾਸੇ ਜਿਹੜੀ ਈਸਟ ਵਾਲੇ ਪਾਸੇ ਦੀ ਮਿਸਲਾਂ ਸੀਗੀਆਂ, ਜਿਹੜੀਆਂ ਸਾਡੇ ਅੰਬਾਲਾ ਵਾਲੇ ਪਾਸੇ, ਪਟਿਆਲਾ ਵਾਲੇ ਪਾਸੇ, ਨਾਭਾ ਵਾਲੇ ਪਾਸੇ, ਇਹ ਸਾਰੀ ਮਿਸਲਾਂ ਨੂੰ ਵੀ ਰਣਜੀਤ ਸਿੰਘ ਚਾਹੁੰਦਾ ਸੀਗਾ ਕਿ ਇਨਕਲੂਡ ਹੋ ਜਾਣ, ਲੇਕਿਨ ਅਨਫੋਰਚੂਨੇਟਲੀ ਉਹਨਾਂ ਨੇ ਚੋਇਸ ਕੀਤਾ, ਜਿਹੜਾ ਉਸ ਟਾਈਮ ਦੇ ਰਾਜਾ ਸੀਗੇ, ਉਹਨਾਂ ਜੋ ਰਾਜਾ ਕੀ ਕਹੀਏ, ਜਿਹੜੇ ਪ੍ਰਧਾਨ ਸੀਗੇ ਉਹਨਾਂ ਮਿਸਲਾਂ ਦੇ, ਜੋ ਵੀ ਇਸ ਇਲਾਕੇ ਦੇ ਜਿਹੜਾ ਅੱਜ ਈਸਟ ਪੰਜਾਬ ਦਾ ਈਸਟ ਮੋਸਟ ਇਲਾਕਾ ਹੈਗਾ, ਤੇ ਉਹਨਾਂ ਇਲਾਕਿਆਂ ਦੇ ਮਾਝੇ ਨੂੰ ਛੱਡ ਕੇ, ਤੇ ਇਹਨਾਂ ਇਲਾਕਿਆਂ ਦੇ ਜਿਹੜੇ ਮਿਸਲਾਂ ਦੇ ਜਿਹੜੇ ਹੈਡ ਸੀਗੇ, ਇਹਨਾਂ ਨੇ ਚੋਇਸ ਕਰ ਲਈ ਇਹ ਰਣਜੀਤ ਸਿੰਘ ਨੂੰ ਐਜ਼ ਅ ਡੇਂਜਰ ਦੇਖਦੇ ਸੀਗੇ, ਤੇ ਕਿ ਇਹ ਖਾ ਜਾਏਗਾ ਸਾਨੂੰ, ਤੇ ਇਹਨਾਂ ਨੇ ਚੋਇਸ ਲੈ ਲਈ ਕਿ ਅਸੀਂ ਬ੍ਰਿਟਿਸ਼ ਨਾਲ ਅਲਾਈਨ ਹੋ ਜਾਈਏ। ਤੇ ਅਨਫੋਰਚੂਨੇਟਲੀ 1809 ਦੇ ਅੰਦਰ ਟ੍ਰੀਟੀ ਆਫ ਸਤਲਜ ਸਾਈਨ ਹੁੰਦੀ ਹੈ, ਜਿਹਦੇ ਤਹਿਤ ਇਹ ਡਿਸਾਈਡ ਹੁੰਦਾ ਹੈ ਬ੍ਰਿਟਿਸ਼ ਦੇ ਨਾਲ ਕਿ ਰਣਜੀਤ ਸਿੰਘ ਹਾਰ ਮੰਨ ਜਾਂਦਾ ਹੈ ਕਿ ਇਹ ਮਿਸਲਾਂ ਜਿਹੜੀਆਂ ਨੇ ਸਾਡੇ ਨਾਲ ਨਹੀਂ ਆਉਣਗੀਆਂ, ਜਿਹੜੀ ਫੁਲਕੀਆਂ ਮਿਸਲ ਤੇ ਕਰੋੜੀਆ ਮਿਸਲ ਆਪਣੀ, ਤੇ ਉਸਨੇ ਫਿਰ ਆਪਣੇ ਆਪ ਨੂੰ ਡਿਸਾਈਡ ਕਰ ਲਿਆ ਕਿ ਚਲੋ ਇਸ ਪਾਸੇ ਅਸੀਂ ਧਿਆਨ ਨਹੀਂ ਦੇਵਾਂਗੇ, ਅਸੀਂ ਆਪਣੇ ਆਪ ਨੂੰ ਵੈਸਟ ਵੱਲ ਵਧਾਉਂਦੇ ਹਾਂ, ਸਾਊਥ ਪੰਜਾਬ ਵੱਲ ਵਧਾਉਂਦੇ ਹਾਂ, ਤੇ ਨਾਰਥ ਪੰਜਾਬ ਵੱਲ ਵਧਾਉਂਦੇ ਹਾਂ। ਤੇ ਅਨਫੋਰਚੂਨੇਟਲੀ ਜਿਹੜੀ ਉਹ ਫਿਰ ਟ੍ਰੀਟੀ ਆਫ ਸਤਲਜ ਸਾਈਨ ਹੁੰਦੀ ਹੈ 1809 ਦੇ ਅੰਦਰ ਬ੍ਰਿਟਿਸ਼ ਔਰ ਰਣਜੀਤ ਸਿੰਘ ਦੇ ਅੰਦਰ। ਉਸ ਦੇ ਤਹਿਤ ਲਾਹੌਰ ਦਰਬਾਰ ਹੈ ਸਤਲਜ ਨੂੰ ਕ੍ਰਾਸ ਕਰਕੇ ਈਸਟ ਵੱਲ ਨਹੀਂ ਆਏਗਾ, ਔਰ ਜਿਹੜੀ ਈਸਟ ਪਾਸੇ ਦਾ ਬ੍ਰਿਟਿਸ਼ ਇੰਡੀਆ ਹੈ ਉਹ ਆਪਣਾ ਉਸ ਪਾਸੇ ਨਹੀਂ ਜਾਏਗਾ। ਔਰ ਦੇਖਿਆ ਜਾਏ ਤੇ ਅਸੀਂ ਕਹਿੰਦੇ ਆ ਕਿ ਭਾਈ ਬ੍ਰਿਟਿਸ਼ ਜਿਹੜਾ ਹੈ 1849 ਦੇ ਅੰਦਰ ਪੰਜਾਬ 'ਚ ਐਂਟਰ ਕੀ ਹੋਇਆ ਹੈ। ਮੈਂ ਕਹਿਣਾ ਨਹੀਂ, ਸੌਰੀ, ਯੂ ਕੈਨ ਨਾਟ ਯੂਜ਼ ਦ ਟਰਮ ਪੰਜਾਬ ਐਜ਼ ਦੈਟ, ਬਿਕੋਜ਼ ਬ੍ਰਿਟਿਸ਼ ਤੇ 1809 ਦੇ ਅੰਦਰ ਪਟਿਆਲਾ ਦੇ ਅੰਦਰ, ਨਾਭਾ ਦੇ ਅੰਦਰ, ਅੰਬਾਲੇ ਦੇ ਅੰਦਰ, ਇਸ ਸਾਰੇ ਇਲਾਕੇ ਦੇ ਅੰਦਰ ਐਂਟਰ ਹੋ ਗਿਆ ਸੀਗਾ। ਯੈਸ, ਉਸ ਤੋਂ ਬਾਅਦ ਜਿਹੜਾ ਇਲਾਕਾ ਸੀਗਾ ਰਣਜੀਤ ਸਿੰਘ ਦਾ ਇਲਾਕਾ, ਉਸ ਵਿੱਚ ਨਹੀਂ ਐਂਟਰ ਹੋਇਆ ਸੀਗਾ। ਸੋ ਜਿਹੜਾ ਅਸੀਂ ਪੰਜਾਬ ਟਰਮ ਯੂਜ਼ ਕਰਨੇ ਨਾ, ਇਸ ਨੂੰ ਅਸੀਂ ਥੋੜਾ ਸਮਝੀਏ ਕਿ ਇਸ ਨੂੰ ਦੋ ਪੱਖ ਨਾਲ ਦੇਖਣਾ ਪਏਗਾ। ਪੰਜਾਬ ਆਲਰੇਡੀ ਡਿਵਾਈਡ ਹੋ ਗਿਆ ਸੀਗਾ ਉਸ ਟਾਈਮ, ਰਾਈਟ, ਜਿਹੜੇ ਮਿਸਲਾਂ ਦੇ ਦੌਰ ਤੇ ਹੀ ਡਿਵਾਈਡ ਹੋ ਗਿਆ ਸੀਗਾ, ਬਿਕੋਜ਼ ਕੁਝ ਮਿਸਲਾਂ ਜਿਹੜੀਆਂ ਤਿੰਨ ਮਿਸਲਾਂ ਰਣਜੀਤ ਸਿੰਘ ਦੇ ਨਾਲ ਨਹੀਂ ਜੁਆਇਨ ਹੋਈਆਂ। ਫਿਰ ਰਣਜੀਤ ਸਿੰਘ ਨੇ ਕਿਸੇ ਤਰੀਕੇ ਨਾਲ ਆਪਣੀ ਲੀਡਰਸ਼ਿਪ ਦੇ ਨਾਲ, ਮੈਂ ਉਸ ਟੌਪਿਕ ਵਿੱਚ ਨਹੀਂ ਜਾਵਾਂਗਾ ਕਿਉਂਕਿ ਸਾਰਾ ਟੌਪਿਕ ਸਿਰਫ ਫੋਰਟਸ ਦੇ ਉੱਤੇ ਹੈ, ਆਪਣੇ ਆਪ ਨੂੰ ਕੰਸੋਲੀਡੇਟ ਕਰਨਾ ਸ਼ੁਰੂ ਕੀਤਾ। ਤੇ ਇਸ ਮੈਪ ਦੇ ਅੰਦਰ ਜੋ ਮੈਂ ਦਿਖਾ ਰਿਹਾ ਲਾਹੌਰ ਦਰਬਾਰ ਤੋਂ ਜੋ ਸਟ੍ਰੈਟਜੀ ਨਿਕਲੀ ਹੈ, ਜੋ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਏਰੀਆਸ ਫਤਿਹ ਹੋਏ ਨੇ, ਜਿਹਦੇ ਨਾਲ ਫਿਰ ਜੋ 1849 ਦਾ ਜਿਹੜਾ ਬ੍ਰਿਟਿਸ਼ ਆ ਕੇ ਐਕਵਾਇਰ ਕਰਦਾ ਹੈ, ਜੋ ਉਹ ਮੈਪ ਬਣਿਆ ਹੋਇਆ ਸੀਗਾ, ਜੋ ਬ੍ਰਿਟਿਸ਼ ਇੰਡੀਆ ਜਾਂਦਾ ਹੈ, ਉਹਨੂੰ ਬਣਾਉਣ 'ਚ ਕਿੰਨੀ ਮਿਹਨਤ ਲੱਗੀ ਹੈ, ਕਿੰਨੇ ਸਾਲ ਲੱਗੇ ਆ, ਉਹਨੂੰ ਮੈਂ ਇੱਥੇ ਦਿਖਾ ਰਿਹਾ। ਸਭ ਤੋਂ ਪਹਿਲਾ ਕੈਂਪੇਨ ਜਿਹੜਾ ਫੋਕਸ ਸੀਗਾ ਸਾਊਥ ਪੰਜਾਬ ਵੱਲ ਸੀਗਾ, ਬਿਕੋਜ਼ ਜਦੋਂ ਬ੍ਰਿਟਿਸ਼ ਨੇ ਆਪਣੇ ਆਪ ਈਸਟ ਪੰਜਾਬ ਦੇ ਅੰਦਰ ਵੜ ਗਏ ਤੇ ਰਣਜੀਤ ਸਿੰਘ ਨੇ ਕਿਹਾ ਕਿ ਉਸ ਪਾਸੇ ਤੇ ਧਿਆਨ ਛੱਡੋ, ਰਾਈਟ, ਇਹ ਆਪਣੇ ਬੰਦੇ ਹੀ ਜਿਹੜੇ ਨੇ ਆਪਣੇ ਨਾਲ ਨਹੀਂ ਮਿਲ ਰਹੇ, ਇਹਨਾਂ ਨੂੰ ਛੱਡੋ। ਤੇ ਫਿਰ ਉਸਨੇ ਆਪਣੇ ਸਾਊਥ ਵੱਲ ਧਿਆਨ ਕਰਨਾ ਸ਼ੁਰੂ ਕੀਤਾ, ਤੇ 1818 ਦੇ ਅੰਦਰ ਜਾ ਕੇ ਮੁਲਤਾਨ ਫਤਿਹ ਹੋਇਆ। ਦੇਖੋ 1799 ਦੇ ਅੰਦਰ ਉਹ ਲਾਹੌਰ ਦਰਬਾਰ 'ਚ ਵੜਿਆ ਹੈ। ਬੜੇ ਕੈਂਪੇਨਸ ਹੋਏ ਨੇ। ਕੈਂਪੇਨ ਜਿਹੜਾ ਹੈ
ਮੁਲਤਾਨ ਦਾ ਜੋ ਮੈਂ ਸਰਕਲ ਕੀਤਾ ਹੋਇਆ ਹੈ, ਇਹਦੇ ਅੰਦਰ ਘੱਟ ਤੋਂ ਘੱਟ ਨਹੀਂ 8 ਕੈਂਪੇਨ ਹੋਏ ਸੀਗੇ, ਤੇ 1802 ਦੇ ਅੰਦਰ, 1805 7 ਕਰਦੇ ਕਰਦੇ ਫਾਈਨਲੀ 1818 ਦੇ ਅੰਦਰ ਮੁਜ਼ੱਫਰ ਖਾਨ ਜੋ ਸੀਗਾ ਮੁਲਤਾਨ ਦਾ ਜਿਹੜਾ ਅਫਗਾਨੀ ਕਿੰਗ ਸੀਗਾ, ਉਸਨੇ ਫਾਈਨਲੀ ਸਰੈਂਡਰ ਕੀਤਾ ਤੇ ਮੁਲਤਾਨ ਜਿਹੜਾ ਸਾਊਥ ਏਰੀਆ ਪੰਜਾਬ ਲਾਹੌਰ ਦਰਬਾਰ ਦੇ ਨਾਲ ਜਾ ਕੇ ਮਿਲਿਆ। ਲੇਕਿਨ ਨਾਲ ਨਾਲ ਅਗਰ ਤੁਸੀਂ ਦੇਖੋ ਹੋਰ ਵੀ ਚੀਜ਼ਾਂ ਨਾਲ ਨਾਲ ਹੋ ਰਹੀ ਸੀਗੀਆਂ। ਮੈਂ ਹੁਣ ਮੁਲਤਾਨ ਦੇ ਬਾਰੇ ਚ ਅਗਲੀ ਸਲਾਈਡ ਤੇ ਦੱਸਾਂਗਾ, ਲੇਕਿਨ ਇਸ ਸਲਾਈਡ ਦੇ ਅੰਦਰ ਮੈਂ ਸਿਰਫ ਇਹ ਦੱਸਣਾ ਚਾਹ ਰਿਹਾ ਕਿ 1802 ਤੋਂ ਕੈਂਪੇਨ ਸ਼ੁਰੂ ਹੁੰਦੇ ਨੇ ਸਾਊਥ ਪੰਜਾਬ ਨੂੰ ਐਕਵਾਇਰ ਕਰਨ ਵਾਸਤੇ। ਲਾਹੌਰ ਦਰਬਾਰ ਚ ਬੈਠਣ ਦੇ 3 ਸਾਲ ਬਾਅਦ ਇਹ ਕੈਂਪੇਨ ਸ਼ੁਰੂ ਹੁੰਦਾ ਹੈ, ਲੇਕਿਨ ਇਹਨੂੰ ਕਰਦੇ ਕਰਦੇ 16 ਸਾਲ ਲੱਗ ਜਾਂਦੇ ਨੇ ਸਾਊਥ ਪੰਜਾਬ ਨੂੰ ਐਕਵਾਇਰ ਕਰਨ ਦੇ ਅੰਦਰ, ਲਾਹੌਰ ਦਰਬਾਰ ਦੇ ਅੰਦਰ। ਕੋਈ ਅਗਰ ਕਹਿੰਦਾ ਨਾ ਕਿ ਰਣਜੀਤ ਸਿੰਘ ਬੈਠਿਆ ਤੇ ਪੂਰਾ ਪੰਜਾਬ ਤੁਹਾਡੇ ਕੋਲ ਆ ਗਿਆ, ਨਹੀਂ, ਇਸ ਨੂੰ ਤੁਸੀਂ ਬ੍ਰੇਕ ਕਰਕੇ ਦੇਖੋ ਕਿਸ ਤਰ੍ਹਾਂ ਇਹ ਐਮਪਾਇਰ ਬਣਿਆ। ਯੈਸ, ब्रिटिश कोलों एम्पायर गया एज अ कंसोलिडेटेड एम्पायर, लेकिन 16 साल लगे सन मुल्तान तक फतेह करन नूं। ते नाल नाल देखा जाए 1802 तो एफर्ट उस पासे जा रहा है, तो तुसीं देखो एक वेस्टवर्ड लाहौर तो अटक वल ते अफगानिस्तान बॉर्डर तक जाने वास्ते 1813 ਦੇ ਅੰਦਰ ਜਿਹੜੀ ਹੈ ਜਾ ਕੇ ਫਤਿਹ ਹੁੰਦੀ ਹੈ। ਤੇ ਮਤਲਬ ਸੇਮ ਟਾਈਮ 1813 ਦੇ ਅੰਦਰ ਅਟਕ ਦਾ ਇਲਾਕਾ ਫਤਿਹ ਹੁੰਦਾ ਹੈ। ਮਤਲਬ 1799 ਚ ਬੈਠੇ ਨੇ ਔਰ 14 ਸਾਲ ਲਗੇ ਨੇ ਅਟਕ ਦਾ ਇਲਾਕੇ ਤੱਕ ਪਹੁੰਚਣ ਵਾਸਤੇ, ਜਿਹੜਾ ਇੰਡਸ ਦਰਿਆ ਦੇ ਨਾਲ ਹੈਗਾ, ਰਾਈਟ। ਤੇ ਨਾਲ ਹੀ ਨਾਲ ਅਗਰ ਦੇਖਿਆ ਜਾਏ 1819 ਦੇ ਅੰਦਰ ਜਿਹੜਾ ਸ਼੍ਰੀਨਗਰ ਫਤਿਹ ਹੁੰਦੀ ਹੈ, ਲੇਕਿਨ ਸ਼੍ਰੀਨਗਰ ਦੇ ਅੰਦਰ 2 ਕੈਂਪੇਨਸ ਹੁੰਦੇ ਨੇ ਔਰ ਮੈਂ ਤੁਹਾਨੂੰ ਅੱਗੇ ਦੱਸਾਂਗਾ। ਇਹ ਸੈਕੰਡ ਕੈਂਪੇਨ ਜਿਹੜਾ ਹੁੰਦਾ ਹੈ 1819, ਕੋਈ ਇਹ ਨਹੀਂ ਕਹਿ ਸਕਦਾ ਕਿ ਭਾਈ ਸ਼੍ਰੀਨਗਰ ਇਮੀਡੀਏਟਲੀ ਆ ਗਿਆ 1799 ਵਿੱਚ ਬੈਠੇ ਨੇ, ਬਿਕੋਜ਼ ਸਾਰਾ ਫਰੈਗਮੈਂਟਡ ਸੀਗਾ। ਫਿਰ ਸ਼੍ਰੀਨਗਰ ਫਤਿਹ ਹੋਣ ਤੋਂ ਬਾਅਦ 1834 ਦੇ ਅੰਦਰ ਜਾ ਕੇ ਪੇਸ਼ਾਵਰ ਫਤਿਹ ਹੁੰਦਾ ਹੈ, ਰਾਈਟ। ਤੇ ਪੇਸ਼ਾਵਰ ਦੇ ਨਾਲ ਅਫਗਾਨਿਸਤਾਨ ਬਾਰਡਰ ਤੱਕ ਪਹੁੰਚ ਗਏ। ਮੈਨੂੰ ਕਦੀ ਕਦੀ ਹਾਸਾ ਆਉਂਦਾ ਹੈ ਅੱਜ ਕੱਲ ਦੇ ਇੰਟਰਨੈਟ ਦੇ ਅੰਦਰ, ਜਿੱਦਾਂ ਗੁਰੂ ਨਾਨਕ ਸਾਹਿਬ ਨੂੰ ਅਸੀਂ ਲੈਫਟ ਰਾਈਟ ਹਰ ਜਗ੍ਹਾ ਭੇਜੀ ਜਾ ਰਹੇ ਹਾਂ, ਔਰ ਸਾਡਾ ਮਕਸਦ ਇੱਕ ਗੁਰੂ ਨਾਨਕ ਡਾਕੂਮੈਂਟਰੀ ਸੀਰੀਜ਼ ਨੂੰ ਕਰਨ ਦਾ ਇਹ ਸੀਗਾ ਕਿ ਅਸੀਂ ਜਿਹੜਾ ਪੁਰਾਤਨ ਟੈਕਸਟ ਹੈਗੇ, ਸਾਨੂੰ ਨਹੀਂ ਪਤਾ ਗੁਰੂ ਨਾਨਕ ਸਾਹਿਬ ਕਿੱਥੇ ਚਲੇ ਨੇ, ਲੇਕਿਨ ਉਹਨਾਂ ਦੀ ਬਾਣੀ 260 ਸ਼ਬਦ ਨੂੰ ਲੈ ਕੇ ਜਿਹੜਾ ਪੁਰਾਤਨ ਟੈਕਸਟ ਹੈਗੇ 150 ਸਾਲ ਤੱਕ ਜਿਹੜੇ ਉਹਨਾਂ ਦੀ ਜ਼ਿੰਦਗੀ ਤੋਂ ਬਾਅਦ ਲਿਖੇ ਗਏ ਨੇ, ਉਹਨਾਂ ਦਾ ਬੇਸ ਬਣਾ ਕੇ ਅਸੀਂ ਉਹਨਾਂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਾਡਾ ਮਕਸਦ ਉਹ ਸੀਗਾ। ਤੇ ਲੇਕਿਨ ਅਸੀਂ ਇੰਟਰਨੈਟ ਵਿੱਚ ਦੇਖੀਦਾ ਤੇ ਸਾਨੂੰ YouTube ਤੇ ਤੁਸੀਂ ਸਰਚ ਕਰੋ ਗੁਰੂ ਨਾਨਕ ਇਨ ਅਮਰੀਕਾ, ਵੀ ਤੁਹਾਨੂੰ ਇੱਕ ਵੀਡੀਓ ਮਿਲੇਗੀ। ਅਸੀਂ ਗੁਰੂ ਨਾਨਕ ਨੂੰ ਲੈਫਟ ਰਾਈਟ ਹਰ ਥਾਂ ਭੇਜੀ ਜਾ ਰਹੇ ਹਾਂ, ਤੇ ਮੈਨੂੰ ਕਦੀ ਕਦੀ ਹਾਸਾ ਆਉਂਦਾ ਹੈ ਕਿ ਦਿਲ 'ਚ ਨਹੀਂ ਭੇਜ ਰਹੇ, ਹਰ ਥਾਂ ਭੇਜੀ ਜਾ ਰਹੇ ਹਾਂ। ਉਦਾਂ ਹੀ ਲਾਹੌਰ ਦਰਬਾਰ ਦੀ ਗੱਲ ਅਗਰ ਅਸੀਂ ਕਰੀਏ ਤੇ ਮੈਂ ਕੋਈ ਮੈਪਸ ਦੇਖਣਾ ਜਿਹੜਾ ਅੱਜ ਕੱਲ ਇੰਟਰਨੈਟ ਤੇ ਪਾਈ ਜਾ ਰਹੇ ਨੇ, ਅਫਗਾਨਿਸਤਾਨ ਵੀ ਦਿਖਾ ਦਿੰਦੇ ਨੇ, ਹਰ ਚੀਜ਼ ਦਿਖਾ ਦਿੰਦੇ ਨੇ, ਸਿੰਧ ਵੀ ਦਿਖਾ ਦਿੰਦੇ ਨੇ। ਆਈ ਥਿੰਕ ਵੀ ਨੀਡ ਟੂ ਸਟੈਪ ਬੈਕ ਐਂਡ ਕੌਨਸ਼ੀਅਸਲੀ ਸੀ ਕਿ ਐਕਚੁਅਲੀ ਰਿਐਲਿਟੀ ਕੀ ਸੀ, ਬਿਕੋਜ਼ ਇੰਟਰਨੈਟ ਤੇ ਕੁਝ ਵੀ ਬੋਲੋ, ਹਰ ਕੋਈ ਉਹਨੂੰ ਸ਼ੇਅਰ ਕਰੀ ਜਾਂਦਾ ਹੈ ਆਪਣੀ ਤੜੀ ਦੇ ਅੰਦਰ। ਈਗੋ ਨੂੰ ਥੋੜੇ ਘੱਟ, ਹਉਮੈ ਨੂੰ ਥੋੜਾ ਘੱਟ ਰੱਖਣਾ ਚਾਹੀਦਾ ਹੈ, ਤਾਰੀਖ ਨੂੰ ਤਾਰੀਖ ਵਾਂਗਨ ਪੜ੍ਹਨਾ ਚਾਹੀਦਾ ਹੈ। ਕੋਈ ਇਹ ਨਹੀਂ ਕਿ ਸਾਨੂੰ ਦਿਖਾ ਕੇ ਕਿ ਅਸੀਂ ਅਫਗਾਨਿਸਤਾਨ ਦੇ ਅੰਦਰ ਵੜ ਗਏ, ਤੁਸੀਂ ਵੜੇ ਹੀ ਨਹੀਂ ਹੋ ਅਫਗਾਨਿਸਤਾਨ ਦੇ ਅੰਦਰ। ਇੰਪਾਇਰ, ਤੁਹਾਡਾ ਇੰਪਾਇਰ ਅੱਜ ਦਾ ਜਿਹੜਾ ਡਰਨ ਲਾਈਨ ਹੈ ਜਿਹੜੀ ਅਫਗਾਨਿਸਤਾਨ ਔਰ ਪੰਜਾਬ ਨੂੰ ਪਾਕਿਸਤਾਨ ਨੂੰ ਡਿਵਾਈਡ ਕਰਦੀ ਹੈ, ਉਹ ਡਰਨ ਲਾਈਨ ਜਿਹੜੀ ਹੈ ਜਿਹੜੇ ਫਕੀਰ ਫੈਮਿਲੀ ਸੀਗੀ, ਫਕੀਰ ਅਜ਼ੀਜ਼ੁਦੀਨ ਰਣਜੀਤ ਸਿੰਘ ਜੀ ਦੇ ਜਿਹੜੇ ਫੋਰਨ ਮਿਨਿਸਟਰ ਸੀਗੇ, ਉਹਨਾਂ ਨੇ ਜਾ ਕੇ ਉਹ ਲਾਈਨ ਸਾਈਨ ਕੀਤੀ, ਉਹ ਟ੍ਰੀਟੀ ਸਾਈਨ ਕੀਤੀ ਸੀ ਕਿ ਅਫਗਾਨੀਆਂ ਨਾਲ, ਕਿ ਅਫਗਾਨੀ ਇਸ ਪਾਸੇ ਨਹੀਂ ਆਣਗੇ ਤੇ ਸਾਡਾ ਲਾਹੌਰ ਦਰਬਾਰ ਉਸ ਪਾਸੇ ਨਹੀਂ ਜਾਏਗਾ। ਉਹ ਬਾਅਦ ਚ ਜਦੋਂ ਬ੍ਰਿਟਿਸ਼ ਨੇ ਐਕਵਾਇਰ ਕੀਤਾ ਪੰਜਾਬ ਨੂੰ, ਤੇ ਉਸ ਲਾਈਨ ਨੂੰ ਜੋ ਅੱਜ ਪਾਕਿਸਤਾਨ ਔਰ ਅਫਗਾਨਿਸਤਾਨ ਦੀ ਬਾਰਡਰ ਹੈ, ਉਸ ਦਾ ਨਾਮ ਉਹਨਾਂ ਨੇ ਡਰਨ ਲਾਈਨ ਰੱਖ ਦਿੱਤਾ। ਕੌਣ ਡਰੰਟ ਸੀਗਾ? ਡਰੰਟ ਉਹ ਬੰਦਾ ਸੀਗਾ ਜਿਹਨੇ ਬ੍ਰਿਟਿਸ਼ ਫੋਰਸਿਸ ਨੂੰ, ਬਿਕੋਜ਼ ਰਣਜੀਤ ਸਿੰਘ ਨੇ ਆਪਣੇ ਟਾਈਮ ਦੇ ਅੰਦਰ ਬ੍ਰਿਟਿਸ਼ ਨੂੰ ਅਫਗਾਨਿਸਤਾਨ ਪੰਜਾਬ ਤੋਂ ਜਾਣ ਵਾਸਤੇ ਮਨਾ ਕਰ ਦਿੱਤਾ ਸੀਗਾ। ਤੇ ਜਿਹੜਾ ਬੰਦਾ ਡਰੰਟ ਸੀਗਾ, ਉਹ ਜਨਰਲ ਸੀਗਾ, ਉਹ ਫੋਰਸਿਸ ਨੂੰ ਸਿੰਧ ਤੋਂ ਲੈ ਕੇ ਗਿਆ ਸੀਗਾ ਗਜ਼ਨੀ, ਔਰ ਗਜ਼ਨੀ ਤੋਂ ਫਿਰ ਉਹ ਕਾਬੁਲ ਤੱਕ ਗਿਆ ਸੀਗਾ। ਉਸ ਨੂੰ ਆਨਰ ਕਰਨ ਵਾਸਤੇ ਉਸ ਲਾਈਨ ਨੂੰ, ਅਫਗਾਨਿਸਤਾਨ ਪਾਕਿਸਤਾਨ ਦੇ ਬਾਰਡਰ ਨੂੰ ਇਹਨਾਂ ਨੇ ਡਰਨ ਲਾਈਨ ਦੇ ਦਿੱਤਾ। ਲੇਕਿਨ ਡਰਨ ਲਾਈਨ ਤੇ ਦੇਖਿਆ ਜਾਏ ਤੇ ਰਣਜੀਤ ਸਿੰਘ ਨੇ ਸਾਈਨ ਕੀਤੀ ਸੀਗੀ, ਤੇ ਕੋਈ ਰਣਜੀਤ ਸਿੰਘ ਦਾ ਰੂਲ ਕਾਬੁਲ ਤੱਕ ਨਹੀਂ ਸੀਗਾ। ਇਹ ਸਾਰੀ ਐਵੇਂ ਬੇਫਜ਼ੂਲ ਦੀ ਚੀਜ਼ਾਂ ਅਸੀਂ ਇੰਟਰਨੈਟ ਦੇ ਉੱਤੇ ਪਾਉਂਦੇ ਰਹਿੰਦੇ ਹਾਂ। ਤੇ ਅਸੀਂ ਹੁਣ ਚੱਲਦੇ ਹਾਂ ਮੁਲਤਾਨ ਵੱਲ। ਤੇ 1818 ਦੇ ਅੰਦਰ ਕੌਂਕਰ ਹੋਇਆ 8 ਅਟੈਕਸ ਦੇ ਬਾਅਦ। ਇਹ ਇੰਟਰਸਟਿੰਗ ਹੈਗਾ, ਜਿਹੜਾ ਜ਼ਮਜ਼ਮਾ ਦੀ ਤੋਪ ਹੈ, ਕਹਿੰਦੇ ਨੇ ਜੋ ਗੁਲਾਮ ਜ਼ਿਲਿਆਨੀ ਦਾ ਜਿਹੜਾ ਪਰਸਨਲ ਅਕਾਊਂਟ ਹੈ, ਇਹ ਪਰਸ਼ੀਅਨ ਦੇ ਅੰਦਰ ਲਿਖਿਆ ਹੋਇਆ ਹੈ। ਤੇ ਉਹ ਕਹਿੰਦਾ ਹੈ ਕਿ ਭਾਈ ਉਹ ਫੌਜ ਦੇ ਅੰਦਰ ਸੀਗਾ। ਦੇਖੋ, ਇਸ ਤੋਂ ਪਤਾ ਚੱਲਦਾ ਹੈ ਕਿ ਇਹ ਕੋਈ ਖਾਲਸਾ ਦਰਬਾਰ ਜਿਹੜਾ ਸੀਗਾ, ਇਹ ਸਿਰਫ ਸਿੱਖਾਂ ਦਾ ਦਰਬਾਰ ਨਹੀਂ ਸੀਗਾ। ਇਹਦੇ ਅੰਦਰ ਹਿੰਦੂ, ਮੁਸਲਿਮ, ਸਿੱਖ ਸਾਰੇ ਇਕੱਠੇ ਇੱਕ ਲਾਹੌਰ ਦਰਬਾਰ ਦੇ ਨਾਲ ਇਕੱਠੇ ਸੀਗੇ। ਇਸ ਕਰਕੇ ਉਸ ਖਾਲਸਾ ਵਰਡ ਨੂੰ ਯੂਜ਼ ਕਰਨਾ ਇੰਪੋਰਟੈਂਟ ਹੈ, ਜੋ ਇੱਕ ਪਿਓਰਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਇੱਕ ਰੂਲ ਦੀ ਪਿਓਰਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਬਜਾਏ ਕਿ ਸਿੱਖ ਇੰਪਾਇਰ ਕਰਨ ਦਾ। ਬਿਕੋਜ਼ ਫਿਰ ਅਸੀਂ ਆਪ ਨੂੰ ਰਿਡਿਊਸ ਕਰ ਦਿੰਦੇ ਹਾਂ। ਜਦੋਂ ਜ਼ਮਜ਼ਮਾ 'ਚ ਗੁਲਾਮ ਜ਼ਿਲਾਨੀ ਲਿਖ ਰਿਹਾ ਹੈ ਕਿ
116 ਗੋਲੇ ਚਲੇ ਨੇ ਜ਼ਮਜ਼ਮਾ ਦੀ ਤੋਪ ਤੋਂ। ਇਹ ਜ਼ਮਜ਼ਮਾ ਤੋਪ ਤੁਹਾਨੂੰ ਲਾਹੌਰ ਦੇ ਅੰਦਰ, ਲਾਹੌਰ ਮਿਊਜ਼ੀਅਮ ਦੇ ਬਾਹਰ ਦੀ ਖਿੱਚੀ ਹੋਈ ਤਸਵੀਰ ਹੈ। ਤੇ ਇਹ ਅਹਿਮਦ ਸ਼ਾਹ ਅਬਦਾਲੀ, इसकी ओरिजिन कित्थों सीगी तोप दी पता नहीं है, लेकिन अहमद शाह अब्दाली इसनूं लैके चला गया सीगा पंजाब तो लाहौर तो। ਤੇ ਇਸ ਤੋਪ ਨੂੰ ਫਿਰ ਬਾਅਦ ਚ ਰਣਜੀਤ ਸਿੰਘ ਨੇ ਐਕਵਾਇਰ ਕੀਤਾ ਸੀਗਾ। ਇਸ ਤੋਪ ਨੂੰ ਜਦੋਂ 8th ਐਕਸਪੀਡੀਸ਼ਨ ਦੇ ਅੰਦਰ ਮੁਲਤਾਨ ਲੈ ਕੇ ਗਏ ਨੇ ਤੇ ਉੱਥੇ ਇਹਨਾਂ ਨੇ 116 ਤੋਪ ਦੇ ਗੋਲੇ ਚਲਾਏ ਨੇ ਕਿਲੇ ਦੇ ਉੱਤੇ। ਤੇ 117 ਦੇ ਅੰਦਰ ਗੁਲਾਮ ਜਾਰੀ ਲਿਖਦਾ ਹੈ ਕਿ ਉਸਨੇ ਆਪਣੇ ਲੋਕਾਂ ਦੇ ਨਾਲ ਇਹਦਾ ਪਹੀਆ ਜਿਹੜਾ ਸੀਗਾ ਟੁੱਟ ਗਿਆ ਸੀਗਾ, ਲੋਕਾਂ ਨੇ ਕੰਧੇ ਦੇ ਕੇ ਇਹਨੂੰ ਸਪੋਰਟ ਕੀਤਾ ਤੇ 117 ਟੋਪ ਗੋਲੇ ਤੇ ਜਾ ਕੇ ਤੋਂ ਕਿਲੇ ਦੇ ਅੰਦਰ ਇੰਪੈਕਟ ਪਿਆ ਤੇ ਉਹਦਾ ਬੂਆ ਖੁੱਲਿਆ ਤੇ ਫਿਰ ਇਹ ਲੋਕ ਅੰਦਰ ਗਏ ਨੇ। ਤੇ 1802 ਤੋਂ ਲੈ ਕੇ 1818 ਦੇ ਅੰਦਰ ਇਹ ਰਾਈਟ ਹੈਂਡ ਸਾਈਡ ਦੇ ਅੰਦਰ ਇਹ ਜਿਹੜੀ ਪਿਕਚਰ ਹੈ ਇਹ ਲਾਹੌਰ ਮੁਲਤਾਨ ਮਿਊਜ਼ੀਅਮ ਦੇ ਵਿੱਚ ਅੱਜ ਵੀ ਲੱਗੀ ਹੋਈ ਹੈ ਇਹ ਪਿਕਚਰ। ਇਸ ਕੈਂਪੇਨ ਦੇ ਅੰਦਰ ਇਹ ਆਪਣੇ ਆਰਟ ਵਰਕ ਹੈ, पेंटिंग हैगी ते ये दिखाया जा रहा है मुजफ्फर खान जिहड़ा ग्रीन कलर दे अंदर है तलवार दे नाल। ते राइट हैंड साइड दे अंदर जिहड़ा दिखाया जा रहा है ये है अपने, मैं थोड़ा इस पासे कर देना, ये है अपने हरी सिंह नलवा नूं दिखाया गया इत्थे। हरी सिंह नलवा इज एक्चुअली फाइटिंग अगेंस्ट मुजफ्फर खान। ते ये आज भी लगी हुई है मुल्तान दे म्यूजियम दे अंदर पिक्चर। ते हुण असीं चलीए, मुल्तान फतेह हो गया साउथ ਦਾ ਇਲਾਕਾ ਤੇ ਹੁਣ ਅਸੀਂ ਚਲੀਏ ਸ਼੍ਰੀਨਗਰ ਵੱਲ ਤੇ ਅਟਕ ਵੱਲ। ਤੇ ਇਹ ਦੋ ਚੀਜ਼ਾਂ ਹੁਣ ਇਹ ਨਹੀਂ ਕਿ 1813 ਦੇ ਅੰਦਰ ਅਟਕ ਗਏ ਨੇ, ਸ਼੍ਰੀਨਗਰ ਗਏ ਨੇ, ਕੈਂਪੇਨਸ ਤੇ ਉਸ ਤੋਂ ਪਹਿਲਾਂ ਤੋਂ ਚੱਲ ਰਹੇ ਸੀਗੇ, ਬੜੇ ਕੈਂਪੇਨ ਚੱਲੇ ਨੇ। 1813 ਦੇ ਅੰਦਰ ਅਟਕ ਫਤਿਹ ਹੋਇਆ, 1819 ਦੇ ਅੰਦਰ ਸ਼੍ਰੀਨਗਰ ਫਤਿਹ ਹੋਇਆ। ਤੇ 1813 ਦੇ ਅੰਦਰ ਪਹਿਲੇ ਅਸੀਂ ਅਟਕ ਦਾ ਇਲਾਕਾ ਦੇਖੀਏ। ਇਹ ਦੋਵੇਂ ਚੀਜ਼ਾਂ ਨੂੰ ਅਸੀਂ ਕਲੈਕਟਿਵਲੀ ਦੇਖ ਕੇ ਫਿਰ ਅਸੀਂ ਪੇਸ਼ਾਵਰ ਵੱਲ ਵੜਾਂਗੇ। ਤੇ ਸੌਰੀ ਅਸੀਂ ਪਹਿਲੇ ਕਸ਼ਮੀਰ ਦਾ ਇਲਾਕਾ ਦੇਖੀਏ, ਸੌਰੀ ਮਾਈ ਫਾਲਟ। ਸੋ ਕਸ਼ਮੀਰ ਦਾ ਇਲਾਕਾ ਜਿਹੜਾ ਹੈ ਐਕਚੁਅਲੀ ਦੇਖਿਆ ਜਾਏ ਰਣਜੀਤ ਸਿੰਘ ਦੀ ਬੜੀ ਵੱਡੀ ਦੇਣ ਹੈ ਇੰਡੀਅਨ ਸਬ ਕੰਟੀਨੈਂਟ ਨੂੰ। 1753 ਤੋਂ ਲੈ ਕੇ 1819 ਜਦੋਂ ਰਣਜੀਤ ਸਿੰਘ ਵੜਦਾ ਹੈ ਖਾਲਸਾ ਦਰਬਾਰ, ਲਾਹੌਰ ਦਰਬਾਰ ਜਦੋਂ ਵੜਦਾ ਹੈ ਕਸ਼ਮੀਰ ਦੇ ਅੰਦਰ, ਉਸ ਤੋਂ ਪਹਿਲਾਂ ਤੇ 1753 ਤੋਂ ਲੈ ਕੇ 1819 ਤੱਕ ਤੇ ਕਸ਼ਮੀਰ ਤੇ ਅਫਗਾਨਿਸਤਾਨ ਦਾ ਹਿੱਸਾ ਸੀਗਾ। ਜਿੰਨੇ ਵੀ ਰੂਲਰ ਸੀਗੇ ਅਫਗਾਨੀ ਸੀਗੇ ਉੱਥੇ, ਉਹ ਕਾਬੁਲ ਤੋਂ ਰੂਲ ਹੁੰਦਾ ਸੀਗਾ, ਉਹ ਇੱਕ ਕਾਬੁਲ ਦੀ ਇੱਕ ਟੈਰੀਟਰੀ ਸੀਗੀ। ਤਾਂ ਹੀ ਤੁਸੀਂ ਦੇਖੋ ਅਗਰ ਤੁਸੀਂ ਕਸ਼ਮੀਰ ਚਲੇ ਜਾਓ, ਇੱਕ ਛੋਟਾ ਸ਼੍ਰੀਨਗਰ ਦੀ ਵੈਲੀ ਹੈ, ਉਹਨਾਂ ਦਾ ਜਿਹੜਾ ਸੂਫੀ ਕਲਾਮ ਨੇ, ਉਹਨਾਂ ਦੀ ਜਿਹੜੀ ਬੋਲੀ ਹੈ, ਇਟ ਇਜ਼ ਅ ਵੇਰੀਏਸ਼ਨ ਆਫ ਪਰਸ਼ੀਅਨ। ਅੱਜ ਵੀ ਉੱਥੇ ਪ੍ਰੋਟੈਕਟਡ ਹੈ। ਇੰਡੀਆ ਦੇ ਅੰਦਰ ਕਿੱਥੇ ਪਰਸ਼ੀਅਨ ਪ੍ਰੋਟੈਕਟਡ ਹੈ? ਕਿੱਥੇ ਸੂਫੀ ਕਲਾਮ ਅੱਜ ਵੀ ਪਰਸ਼ੀਅਨ ਵਿੱਚ ਗਾਏ ਜਾਂਦੇ ਨੇ? ਸ਼੍ਰੀਨਗਰ ਦੇ ਵੈਲੀ ਦੇ ਅੰਦਰ ਹੈ, ਬਿਕੋਜ਼ ਇਹ ਜਿਹੜਾ ਪਰਸ਼ੀਅਨ ਇਨਫਲੂਐਂਸ ਜਿਹੜਾ ਅਫਗਾਨਿਸਤਾਨ ਤੋਂ ਜਿਹੜਾ ਆਇਆ ਹੈ, ਬਿਕੋਜ਼ ਇਟ ਵਾਜ਼ ਅ ਪਾਰਟ ਆਫ ਅਫਗਾਨਿਸਤਾਨ। ਬੇਸ਼ੱਕ ਬੜੀ ਪੁਰਾਤਨ ਹਿਸਟਰੀ ਚਲੇ ਜਾਓ ਤੇ ਆਫ ਕੋਰਸ ਇਹ ਕੋਈ ਇੰਡੀਆ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀਗੀ। ਹਾਂ, ਇੰਡੀਅਨ ਕਲਚਰ ਜਿਹੜਾ ਹੈ ਹਰ ਜਗ੍ਹਾ ਤੋਂ ਮਿਕਸ ਹੁੰਦਾ ਹੈ। ਕਸ਼ਮੀਰ ਸ਼ੈਵਿਜ਼ਮ ਔਰ ਇਹ ਸਭ ਚੀਜ਼ਾਂ ਕਸ਼ਮੀਰ ਦੇ ਇਲਾਕੇ 'ਚ ਹੋਈਆਂ ਨੇ, ਅਸੀਂ ਸਾਰੇ ਇੰਟੀਗ੍ਰੇਟਡ ਸੀਗੇ। ਲੇਕਿਨ ਜਦੋਂ ਅਸੀਂ ਪੋਲੀਟੀਕਲ ਬਾਉਂਡਰੀਜ਼ ਦੀ ਗੱਲ ਕਰਨੇ ਆ ਤੇ 1753 ਤੋਂ ਲੈ ਕੇ 53 ਤੋਂ ਲੈ ਕੇ 1819 ਤੱਕ ਅਫਗਾਨਿਸਤਾਨ ਦਾ ਪਾਰਟ ਸੀਗਾ। ਤੇ ਅਫਗਾਨਿਸਤਾਨ ਦੇ ਅੰਦਰ ਜਦੋਂ ਮੁਹੰਮਦ ਸ਼ਾਹ ਦੁਰਾਨੀ ਸ਼ਾਹ ਸ਼ੁਜਾ ਨੂੰ ਓਵਰਥਰੋ ਕਰ ਲੈਂਦਾ ਹੈ, ਉਸਦੇ ਆਪਣੇ ਉਸਦਾ ਭਰਾ ਹੀ ਹੈ, ਉਸਦੇ ਫੋਰਟ ਤੇ ਬਹਿ ਜਾਂਦਾ, ਉਸਦੇ ਥਰੋਨ ਤੇ ਜਾ ਕੇ ਬਹਿ ਜਾਂਦਾ ਹੈ। ਤੇ ਸ਼ਾਹ ਸ਼ੁਜਾ ਜਿਹੜਾ ਹੈ ਭੱਜ ਕੇ ਜਿਹੜਾ ਹੈ ਲਾਹੌਰ ਆ ਜਾਂਦਾ ਹੈ। ਨਾ ਸ਼ਾਹ ਸ਼ੁਜਾ ਕੋਲ ਇਹ ਅਹਿਮਦ ਸ਼ਾਹ ਅਬਦਾਲੀ ਦੇ ਵੰਸ਼ ਚੋਂ ਨੇ ਸਾਰੇ। ਤੇ ਸ਼ਾਹ ਸ਼ੁਜਾ ਕੋਲ ਉਸ ਟਾਈਮ ਉਸਨੇ ਨਾਦਰ ਸ਼ਾਹ ਤੋਂ ਜਿਹੜਾ ਕੋਹਿਨੂਰ ਦਾ ਡਾਇਮੰਡ ਸੀਗਾ ਉਸਨੇ ਖਸਿਆ ਸੀਗਾ। ਜਦੋਂ ਨਾਦਰ ਸ਼ਾਹ ਦਾ ਇਹ ਸੋਲਜਰ ਸੀਗਾ ਅਹਿਮਦ ਸ਼ਾਹ ਅਬਦਾਲੀ ਜਿਹੜਾ ਸੀਗਾ ਉਹ ਨਾਦਰ ਸ਼ਾਹ ਦਾ ਜਿਹੜਾ ਆਰਮੀ ਦੇ ਅੰਦਰ ਸੀਗਾ। ਤੇ ਨਾਦਰ ਸ਼ਾਹ ਕੋਹਿਨੂਰ ਲੈ ਕੇ ਗਿਆ ਸੀਗਾ ਇੰਡੀਆ ਤੋਂ। ਤੇ ਇਹ ਜਿਹੜਾ ਮੁਹੰਮਦ ਸ਼ਾਹ ਦੁਰਾਨੀ ਔਰ ਸ਼ਾਹ ਸ਼ੁਜਾ ਇਹ ਸਾਰੇ ਅਹਿਮਦ ਸ਼ਾਹ ਅਬਦਾਲੀ ਦੇ ਹੀ ਦੁਰਾਨੀ ਇੰਪਾਇਰ ਦੇ ਉਸੀ ਦੇ ਵੰਸ਼ ਵਿੱਚੋਂ ਸੀਗੇ। ਤੇ ਮੁਹੰਮਦ ਸ਼ਾਹ ਦੁਰਾਨੀ ਆਪਣੇ ਬ੍ਰਦਰ ਨੂੰ ਸ਼ਾਹ ਸ਼ੁਜਾ ਨੂੰ ਓਵਰਥਰੋ ਕਰ ਦਿੰਦਾ ਹੈ। ਤੇ ਸ਼ਾਹ ਸ਼ੁਜਾ ਜਿਹੜਾ ਹੈ ਆਪਣੀ ਬੇਗਮ ਵਫਾ ਬੇਗਮ ਨੂੰ ਲੈ ਕੇ ਲਾਹੌਰ ਆ ਜਾਂਦਾ ਹੈ ਤੇ ਨਾਲ ਹੀ ਜਿਹੜਾ ਉਹ ਕੋਹਿਨੂਰ ਦਾ ਡਾਇਮੰਡ ਹੈ ਉਹ ਨਾਲ ਲੈ ਕੇ ਆ ਜਾਂਦਾ ਹੈ। ਤੇ ਵਫਾ ਬੇਗਮ ਅਲੱਗ ਚਲੀ ਜਾਂਦੀ ਹੈ, ਉਹ ਲਾਹੌਰ ਚਲੀ ਜਾਂਦੀ ਹੈ। ਸ਼ਾਹ ਸ਼ੁਜਾ ਨੂੰ ਅਨਫੋਰਚੂਨੇਟਲੀ ਅਟਕ ਦੇ ਇਲਾਕੇ ਦੇ ਉੱਤੇ ਜਹਾਨਦਾਦ ਖਾਨ ਜਿਹੜਾ ਅਟਕ ਦਾ ਕਿਲਾ ਦਾ ਔਰ ਅਫਗਾਨੀਆਂ ਦਾ ਜਿਹੜਾ ਉੱਥੇ ਦਾ ਵਜ਼ੀਰ ਸੀਗਾ ਉਹ ਉਸਨੂੰ ਗ੍ਰਿਫਤਾਰ ਕਰ ਲੈਂਦਾ ਹੈ ਤੇ ਉਸਨੂੰ ਉਹ ਭੇਜ ਦਿੰਦਾ ਕਸ਼ਮੀਰ ਸ਼੍ਰੀਨਗਰ ਦੇ ਅੰਦਰ ਉੱਥੇ ਬੰਦ ਕਰਨ ਵਾਸਤੇ। ਤੇ ਲੈਫਟ ਵਿੱਚ ਦਿਖਾਇਆ ਗਿਆ ਹੈ ਜਿਹੜਾ ਹਰੀ ਪਰਬਤ ਦੇ ਉੱਤੇ ਕਿਲਾ ਹੈ,
ਇਹ ਅਫਗਾਨੀ ਟਾਈਮ ਤੇ ਬਣਿਆ ਹੋਇਆ ਹੈ ਕਿਲਾ, ਔਰ ਇਸ ਕਿਲੇ ਦੇ ਅੰਦਰ ਬੰਦ ਕਰਤਾ ਜਾਂਦਾ ਹੈ ਉਹਨੂੰ। ਤੇ ਅਸੀਂ ਤੇ ਅਗਰ ਇਹ ਹਰੀ ਪਰਬਤ ਦਾ ਸ਼੍ਰੀਨਗਰ ਤੁਸੀਂ ਜਾਓਗੇ ਤੇ ਕਿਲਾ ਦੇਖੋਗੇ ਤੇ ਬੜੀ ਤਾਰੀਖ ਰਹੀ ਹੈ ਆਪਣੇ ਸਿੱਖ ਦੌਰ ਦੀ ਵੀ ਔਰ ਕੁਝ ਪੁਰਾਤਨ ਦੌਰਾਂ ਦੀ ਵੀ। ਔਰ ਹਰੀ ਪਰਬਤ ਦੇ ਅੰਦਰ ਅਗਰ ਤੁਸੀਂ ਇਹ ਫੋਰਟ ਦੇ ਉੱਤੇ ਜਿਹੜਾ ਰਾਈਟ ਸਾਈਡ ਤੇ ਦੇਖੋਗੇ ਉਸੇ ਲਿਖਿਆ ਵੀ ਹੈ, later on Sikh and Dogra period forces also used this fort to keep vigil over the city। ਸੋ ਮਤਲਬ ਅਲੱਗ-ਅਲੱਗ ਡਾਇਨੈਸਟੀਜ਼ ਆਈਆਂ ਨੇ। ਲੇਕਿਨ 1819 ਦੇ ਅੰਦਰ 1813 ਦੇ ਅੰਦਰ ਵਫਾ ਬੇਗਮ ਜਿਹੜੀ ਹੈ ਉਹ ਰਣਜੀਤ ਸਿੰਘ ਨੂੰ ਰਿਕੁਐਸਟ ਕਰਦੀ ਹੈ ਕਿ ਤੁਸੀਂ ਸ਼ਾਹ ਸ਼ੁਜਾ ਨੂੰ ਰਿਹਾ ਕਰਾਓ ਤੇ ਮੈਂ ਤੁਹਾਨੂੰ ਕੋਹਿਨੂਰ ਉਸ ਦੇ ਬਦਲੇ ਦੇਵਾਂਗੀ। ਤੇ 1813 ਦੇ ਅੰਦਰ ਜਾਂਦਾ ਹੈ, ਉਹ ਰਿਹਾ ਕਰਵਾ ਕੇ ਲੈ ਆਂਦਾ ਹੈ, ਲੇਕਿਨ ਉਹ ਫਤਿਹ ਨਹੀਂ ਕਰ ਪਾਉਂਦਾ ਕਸ਼ਮੀਰ ਨੂੰ ਪੂਰੀ ਤਰੀਕੇ ਨਾਲ। ਤੇ ਲੇਕਿਨ 1819 ਦੇ ਅੰਦਰ ਫਿਰ ਜਿਹੜਾ ਜੰਮੂ ਦਾ ਇਲਾਕਾ, ਤੋਸਾ ਮੈਦਾਨ ਦਾ ਇਲਾਕਾ ਹੈ, ਉੱਥੋਂ ਜਾ ਕੇ 1819 ਦੇ ਅੰਦਰ ਕਸ਼ਮੀਰ ਨੂੰ ਕੰਕਰ ਕੀਤਾ ਜਾਂਦਾ ਹੈ। ਤੇ ਇਹ ਉਹ ਕਸ਼ਮੀਰ ਦਾ ਇਲਾਕਾ ਹੈ ਜਿਹੜਾ ਲੇਕਿਨ ਕਸ਼ਮੀਰ ਤੱਕ ਜਾਣ ਦਾ, ਜਿੱਦਾਂ ਮੈਂ ਕਿਹਾ ਕਿ ਇਹ ਵਾਪਸ ਜਾ ਰਹੇ ਹਾਂ ਕਿ ਇੱਕ ਪਾਸੇ 1819 ਦੇ ਅੰਦਰ ਸ਼੍ਰੀਨਗਰ ਫਤਿਹ ਹੁੰਦਾ ਹੈ, ਲੇਕਿਨ ਅਟਕ ਵੱਲ ਵੀ ਨਾਲ ਦੇ ਨਾਲ ਅਟੈਕਸ ਹੋ ਰਹੇ ਸਨ। ਸੋ 1813 ਦੇ ਅੰਦਰ ਅਟਕ ਫਤਿਹ ਹੁੰਦਾ ਹੈ। ਮੈਂ ਹੁਣ ਅਟਕ ਦਾ ਇਲਾਕਾ ਦਿਖਾਵਾਂ। ਅਟਕ ਦਾ ਇਲਾਕਾ ਤੱਕ ਜਾਣ ਵਾਸਤੇ ਤੁਹਾਨੂੰ ਰੋਹਤਾਸ ਦਾ ਇਲਾਕਾ, ਜਿਹੜਾ ਜੇਹਲਮ ਦਾ ਇਲਾਕਾ ਹੈ, ਜੇਹਲਮ ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਰੋਹਤਾਸ ਦਾ ਕਿਲਾ ਬਣਾਇਆ ਸੀਗਾ 1540 ਦੇ ਅੰਦਰ। ਜੇਹਲਮ ਦਰਿਆ ਦੇ ਬੜੇ ਨੇੜੇ ਹੈ ਔਰ ਅਟਕ ਦਾ ਰਸਤਾ ਹੈ। ਤੇ ਸਭ ਤੋਂ ਪਹਿਲਾਂ ਰਣਜੀਤ ਸਿੰਘ ਨੇ ਪਹਿਲਾਂ ਰੋਹਤਾਸ ਦਾ ਕਿਲਾ ਫਤਿਹ ਕੀਤਾ। ਇਹ ਮੈਂ ਜਿਹੜਾ ਰਾਈਟ ਹੈਂਡ ਸਾਈਡ ਦੀ ਪਿਕਚਰ ਦਿਖਾ ਰਿਹਾ, ਇਹ ਚੋਆ ਬਾਬਾ ਗੁਰੂ ਨਾਨਕ ਗੁਰਦੁਆਰਾ, ਇਹ ਗੁਰੂ ਨਾਨਕ ਸਾਹਿਬ ਦਾ ਹਿਸਟੋਰਿਕ ਗੁਰਦੁਆਰਾ ਹੈ। ਜਦੋਂ ਉਹ ਟਿੱਲਾ ਜੋਗੀਆਂ ਜਾਂਦੇ ਨੇ, ਇਹ ਤੁਸੀਂ ਡਾਕੂਮੈਂਟਰੀ ਸੀਰੀਜ਼ ਦੇ ਅੰਦਰ ਬੇਸ਼ੱਕ ਦੇਖ ਲੈਣਾ, ਐਪੀਸੋਡ ਨੰਬਰ 19 ਦੇ ਅੰਦਰ ਟਿੱਲਾ ਜੋਗੀਆਂ ਦਾ ਪੂਰਾ ਜ਼ਿਕਰ ਆਉਂਦਾ ਹੈ। ਤੇ ਇਹ ਉਸ ਮੈਮਰੀ ਦੇ ਅੰਦਰ ਇਹ ਗੁਰਦੁਆਰਾ ਬਣਿਆ ਸੀਗਾ। ਇਹ ਖੰਡਰ ਹੋ ਗਿਆ ਦਾ ਗੁਰਦੁਆਰਾ, ਤੇ ਇਸੀ ਖੰਡਰਾਤ ਵਿੱਚੋਂ ਜਿਹੜੀ ਮੈਂ ਫੋਟੋ ਖਿੱਚੀ ਹੈ, ਅਟਕ ਦੇ ਕਿਲੇ ਦੀ ਵਿਚਕਾਰ ਨਜ਼ਰ ਆ ਰਿਹਾ ਹੈ ਰਾਈਟ ਸਾਈਡ ਵਿੱਚ। ਇਹ ਅਟਕ ਦਾ ਕਿਲਾ ਪਹਿਲੇ ਫਤਿਹ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਇਹ ਲੋਕ ਫੋਰਸਿਸ ਵਧੀਆਂ ਨੇ ਅਟਕ ਵੱਲ। ਹੁਣ ਇਹ ਇੰਡਸ ਦਾ ਦਰਿਆ ਹੈ, ਤੁਸੀਂ ਰਾਈਟ ਸਾਈਡ ਤੇ ਅੱਗੇ ਦੇਖ ਰਹੇ ਹੋ ਪਿਕਚਰ ਦੇ ਅੰਦਰ, ਇੰਡਸ ਦਾ ਦਰਿਆ ਬਹਿ ਰਿਹਾ ਹੈ ਤੇ ਅਟਕ ਦਾ ਕਿਲਾ ਉਹ ਹੈਗਾ। ਤੇ ਅਟਕ ਦੇ ਕਿਲੇ ਦੇ ਅੰਦਰ ਮੈਨੂੰ ਜਾਣ ਦਾ ਮੌਕਾ ਮਿਲਿਆ, ਲੇਕਿਨ ਇਹ ਬੜੀ ਹਾਈ ਸਿਕਿਉਰਿਟੀ ਏਰੀਆ ਹੈ। ਇਹ ਮੈਂ ਅਟਕ ਇੰਡਸ ਦੇ ਦਰਿਆ ਦੇ ਦੂਜੇ ਪਾਸੋਂ ਪਹਿਲੀ ਕਿਤਾਬ ਦੇ ਟਾਈਮ ਤੇ ਮੈਂ ਖਿੱਚਿਆ ਸੀਗਾ, ਕਿਉਂਕਿ ਇਹ ਆਰਮੀ ਦੇ ਅੰਡਰ ਹੈ, ਜਾਣ ਨਹੀਂ ਦਿੰਦੇ। ਕੁਝ ਇਹੋ ਜਿਹਾ ਸਬਬ ਬਣਿਆ ਕਿ ਜਦੋਂ ਮੈਂ ਦੂਜੀ ਕਿਤਾਬ ਆਪਣੀ ਕਰ ਰਿਹਾ ਸੀਗਾ, ਉਹਦੇ ਅੰਦਰ ਮੈਨੂੰ ਅੰਦਰ ਜਾਣ ਦਾ ਮੌਕਾ ਮਿਲਿਆ। ਤੇ ਅੰਦਰ ਜਾਣ ਤੇ ਇੰਟਰਸਟਿੰਗਲੀ ਮੈਨੂੰ ਅੰਦਰ ਇਹ ਮੈਂ ਰਾਈਟ ਸਾਈਡ ਤੇ ਤੁਹਾਨੂੰ ਇੱਕ ਪਲੇਟ ਦਿਖਾਣਾ ਚਾਹਨਾ, ਇਹ ਜੋ ਨਕਾਸ਼ੀ ਗਈ ਹੈ ਜਿਹਦੇ ਅੰਦਰ ਲਿਖਿਆ ਹੋਇਆ एक ओंकार, इस फर्श की सेवा कराई श्रीमती मनोहरा देवी धर्म पत्नी लाला जी परजामल आनंद पेशावर अंदर शहर वाले संवत 1991। ਤੇ ਔਰ ਥੱਲੇ ਇਸ ਮੰਦਰ ਦੇ ਕਾਰਜ, ਮੇਰੇ ਕਹਿਣ ਦਾ ਮਤਲਬ ਹੈ ਕਿ ਉੱਥੇ ਕਿਲੇ ਦੇ ਅੰਦਰ ਇੱਕ ਮੰਦਿਰ ਔਰ ਇੱਕ ਗੁਰਦੁਆਰਾ ਇਕੱਠੇ ਹੁੰਦੇ ਨੇ। ਹਾਲਾਂਕਿ ਉਹਨਾਂ ਨੂੰ, ਪਾਕਿਸਤਾਨ ਵਾਲਿਆਂ ਨੂੰ ਇਸ ਚੀਜ਼ ਦੇ ਬਾਰੇ ਕੁਝ ਨਹੀਂ ਪਤਾ ਕਿ ਇਹ ਕੀ ਚੀਜ਼ ਸੀਗੀ। ਜਦੋਂ ਮੈਂ ਉੱਥੇ ਗਿਆ ਸੀਗਾ, ਮੈਂ ਉਹਨਾਂ ਨੂੰ ਰੀਡ करके ਦੱਸਿਆ, मैं क्या ये तो एक मंदिर और एक गुरुद्वारा एक साथ जो है, जो पुरानी तहजीब थी हमारी, सब इकट्ठे ही रहते थे, मंदिर गुरुद्वारे इकट्ठे ही होते थे एक ही कंपाउंड के अंदर में। ਤੇ ਇਹ ਉਸ ਦੇ ਅੰਦਰ ਹੈ। ਮੈਂ ਕਹਿਣ ਦਾ ਇਹ ਚੀਜ਼ ਚਾਹਨਾ ਕਿ ਜਿੱਦਾਂ ਤੁਸੀਂ ਵੈਸਟ ਵੱਲ ਜਾਂਦੇ ਹੋ, ਅੱਜ ਜਦੋਂ ਈਸਟ ਵੱਲ ਅਸੀਂ ਪੰਜਾਬ ਦੇ ਅੰਦਰ ਜੋ ਪੋਲੀਟੀਕਲ ਔਰ ਡੈਫੀਨੇਸ਼ਨਸ ਅਸੀਂ ਬਣਾ ਲਈਆਂ ਨੇ ਬਾਉਂਡਰੀਜ਼ ਦੀ, ਅਸੀਂ ਅਗਰ ਆਪਣੀ ਪੁਰਾਤਨ ਚੀਜ਼ ਜਾਈਏ ਤੇ ਇੱਕ ਬੜਾ ਮੇਲ ਜੋਲ ਦਾ ਕਲਚਰ ਹੁੰਦਾ ਸੀਗਾ, ਰਾਈਟ। ਅਨਫੋਰਚੂਨੇਟਲੀ ਅਸੀਂ ਆਪਣੇ ਆਪ ਨੂੰ ਅੱਜ ਬੜੇ ਦਾਇਰਿਆਂ ਦੇ ਅੰਦਰ ਬੰਦ ਦਿੱਤਾ ਹੈ। ਇਸ ਕਰਕੇ ਉਹ ਦੁੱਖ ਵੀ ਆਉਂਦਾ ਹੈ ਜਦੋਂ ਰੀਸੈਂਟਲੀ ਹੁਣ ਜੋ ਅਸੀਂ ਗੱਲ ਕਰ ਰਹੇ ਸੀਗੇ ਕਿ ਇੰਦੌਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸਿੰਧੀਆਂ ਕੋਲੋਂ ਲੈ ਗਏ, ਇਹ ਬੜੀ ਦੁੱਖ ਵਾਲੀ ਗੱਲ ਹੈ, ਰਾਈਟ। ਗੁਰੂ ਗ੍ਰੰਥ ਸਾਹਿਬ ਪੂਰੀ ਸਾਂਝੀਵਾਲਤਾ ਲਈ ਸਕ੍ਰਿਪਟ ਹੈਗੀ, ਇਟ ਬਿਲੋਂਗਸ ਟੂ एवरीवन। ਬਟ ਇਹਨਾਂ ਤੁਸੀਂ ਇਨਸਕ੍ਰਿਪਸ਼ਨਸ ਤੋਂ ਤੁਸੀਂ ਅਗਰ ਦੇਖੋ ਤੇ ਪਤਾ ਚੱਲਦਾ ਹੈ ਕਿ ਲਾਲਾ ਜੀ ਪਰਜਾਮਲ ਆਨੰਦ ਗੁਰਦੁਆਰੇ ਦੀ ਸੇਵਾ ਕਰ ਰਹੇ ਨੇ, ਉੱਪਰ ਇੱਕ ਓਂਕਾਰ ਲਿਖਿਆ ਹੋਇਆ ਹੈ, ਰਾਈਟ। ਤੇ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਕਹਿ ਦਈਏ ਕਿ ਤੁਹਾਡੀ ਆਸਥਾ ਨਹੀਂ ਹੈਗੀ ਗੁਰਸਿੱਖ ਗੁਰੂਆਂ ਦੇ ਉੱਤੇ। ਤੇ ਅੱਜ ਕੱਲ ਦਾ ਮਾਹੌਲ ਬੜਾ ਡਿਵਾਈਸਿਵ ਹੋ ਗਿਆ, ਇਸ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਹੈ। ਤੇ ਖੈਰ ਐਨੀ ਹਾਓ, ਇਹ ਗੁਰਦੁਆਰਾ ਤੇ ਮੰਦਿਰ ਅੰਦਰ ਹੈ, ਇਸ ਦੇ ਅੰਦਰ ਇਹਨਾਂ ਨੇ ਬੰਦ ਕੀਤਾ ਹੋਇਆ ਸੀਗਾ, ਕੁਝ ਸਟੋਰ ਰੂਮ ਬਣਾਇਆ ਸੀਗਾ। ਮੈਂ ਇਹਨਾਂ ਨੂੰ ਰਿਕੁਐਸਟ ਕੀਤਾ ਕਿ ਤੁਸੀਂ ਇਹਨੂੰ ਸਾਫ਼ ਸੁਥਰਾ ਕਰਕੇ ਰੱਖੋ, ਲੇਕਿਨ ਮੇਰੇ ਹਿਸਾਬ ਨਾਲ ਕੁਝ ਹੋਣਾ ਨਹੀਂ ਹੈ, ਕਿਉਂਕਿ ਇਹ ਆਰਮੀ ਕੰਟਰੋਲਡ ਏਰੀਆ ਹੈ, ਅੰਦਰ ਕੋਈ ਜਾ ਨਹੀਂ ਸਕਦਾ, ਕੋਈ ਟੂਰਿਜ਼ਮ ਤਾਂ ਕਦੀ ਹੋਏਗਾ ਨਹੀਂ ਇਸ ਦੇ ਅੰਦਰ, ਹਾਈ ਸਿਕਿਉਰਿਟੀ ਫੋਰਟ ਹੈਗਾ। ਬਟ ਬਾਟਮ ਲਾਈਨ ਕਿ ਅਟਕ ਦਾ ਕਿਲਾ ਜਿਹੜਾ ਹੈ 1581 ਦੇ ਅੰਦਰ ਅਕਬਰ ਨੇ ਬਣਾਇਆ ਸੀਗਾ। ਔਰ ਜਦੋਂ 1813 ਦੇ ਅੰਦਰ ਰਣਜੀਤ ਸਿੰਘ ਦੀ ਫੋਰਸਿਸ ਫਾਈਨਲੀ ਇੱਥੇ ਬੈਟਲ ਦੇ ਅੰਦਰ, ਔਰ ਹਰੀ ਸਿੰਘ ਨਲਵਾ ਇੱਥੇ ਗਏ ਸੀਗੇ ਬਾਏ ਦ ਵੇ ਉਸ ਬੈਟਲ ਦੇ ਅੰਦਰ, ਤੇ ਫਾਈਨਲੀ ਇਹ ਜਿਹੜਾ ਅਟਕ ਦਾ ਕਿਲਾ ਹੈ ਸਰੈਂਡਰ ਹੁੰਦਾ ਹੈ।
ਔਰ ਇਟ ਬਿਕਮਸ ਅ ਪਾਰਟ ਆਫ ਲਾਹੌਰ ਦਰਬਾਰ। ਇਸ ਤੋਂ ਅਸੀਂ ਅੱਗੇ ਚੱਲੀਏ। ਹੁਣ ਗੱਲ ਹੈ ਇੰਟਰਸਟਿੰਗ ਚੀਜ਼ ਹੁੰਦੀ ਹੈ, ਕਿਉਂਕਿ ਤੁਸੀਂ ਹੁਣ ਲਾਹੌਰ ਤੋਂ ਬਹੁਤ ਵੈਸਟ ਵੱਲ ਤੁਸੀਂ ਹੁਣ ਅਫਗਾਨਿਸਤਾਨ ਦੇ ਨੇੜੇ ਨੇੜੇ ਪਹੁੰਚ ਗਏ ਹੋ। ਇਹ ਸਾਰਾ ਇਲਾਕਾ ਪਹਿਲਾਂ ਉਸ ਟਾਈਮ ਅਫਗਾਨਿਸਤਾਨ ਦਾ ਅਟਕ ਤਲ ਤੱਕ, ਇੰਡਸ ਦਰਿਆ ਤੱਕ, ਅਟਕ ਤੱਕ ਅਫਗਾਨਿਸਤਾਨ ਹੁੰਦਾ ਸੀਗਾ। ਲਾਹੌਰ ਕਾਬੁਲ ਦਰਬਾਰ ਦਾ ਐਕਚੁਅਲੀ ਰੂਲ ਹੁੰਦਾ ਸੀਗਾ। ਤੇ ਜਦੋਂ ਇਹਨਾਂ ਨੇ ਅਟਕ ਦਾ ਕਿਲਾ ਫਤਿਹ ਕੀਤਾ ਤਾਂ ਉਸ ਤੋਂ ਬਾਅਦ ਨੇੜੇ ਨੇੜੇ ਦੇ ਇਲਾਕੇ ਜਿਹੜੇ ਨੇ ਹੌਲੇ ਹੌਲੇ ਵੱਧ ਕੇ ਇੰਡਸ ਦਰਿਆ ਤੇ ਆਪਣੇ ਜੇਹਲਮ ਦੇ ਵਿਚਕਾਰ ਇਹਨਾਂ ਨੇ ਫਿਰ ਛੋਟੇ ਛੋਟੇ ਕਿਲੇ ਬਣਾਉਣੇ ਸ਼ੁਰੂ ਕੀਤੇ, ਮਡ ਫੋਰਟਸ। ਹਰੀਪੁਰ ਦਾ ਕਿਲਾ ਬਣਿਆ, ਜਿਹੜਾ ਹਰੀਪੁਰ ਦਾ ਨਾਂ ਹੀ ਹਰੀ ਸਿੰਘ ਨਲਵਾ ਤੋਂ ਹੈਗਾ। ਉੱਥੇ ਦਾ ਕਿਲਾ ਤਾਂ ਫਿਰ ਵੀ ਥੋੜਾ ਮਜ਼ਬੂਤ ਸੀਗਾ। ਸ਼ੇਰਗੜ੍ਹ ਦਾ ਕਿਲਾ ਬਣਿਆ, ਹੋਰ ਬੜੇ ਕਿਲੇ ਬਣੇ। ਲੇਕਿਨ ਮੈਂ ਜੋ ਦਿਖਾਣਾ ਚਾਹਨਾ ਰਾਈਟ ਸਾਈਡ ਤੇ ਡਾਕਟਰ ਹਰੀ ਰਾਮ ਗੁਪਤਾ ਦੀ ਜਿਹੜੀ ਤੁਸੀਂ ਕਿਤਾਬ ਦੇਖੋਗੇ, ਉਹਨਾਂ ਨੇ ਅਟਕ ਕਿਲਾ ਦੇ ਇਲਾਕੇ ਤੋਂ ਲੈ ਕੇ ਖਾਈਬਰ ਦर्रा ਤੱਕ, ਖਾਈਬਰ ਪਾਸ ਤੱਕ ਤੇ ਜਿਹੜੇ ਕਿਲਿਆਂ ਦਾ ਲਿਸਟਿੰਗ ਦਿੱਤੀ ਹੈ ਉਸਨੇ। ਬੜੀ ਵੈਲਿਊਬਲ ਲਿਸਟਿੰਗ ਹੈਗੀ। 27 ਫੋਰਟਸ ਬਣੇ ਸੀਗੇ ਇਨਵੇਜਨ ਰੂਟਸ ਨੂੰ ਰੋਕਣ ਵਾਸਤੇ, ਜਿਹੜਾ ਕਿ ਖਾਈਬਰ ਦਾ ਜਿਹੜਾ ਦर्रा ਸੀਗਾ, ਖਾਈਬਰ ਪਾਸ, ਅਫਗਾਨਿਸਤਾਨ ਤੋਂ ਕਿਤਨੇ ਸਾਲਾਂ ਤੋਂ, ਸੈਂਚਰੀਜ਼ ਤੋਂ ਜਿੰਨੇ ਅਟੈਕਸ ਹੋ ਰਹੇ ਸਨ ਇੰਡੀਅਨ ਸਬ ਕੰਟੀਨੈਂਟ ਵਿੱਚ, ਉਹ ਖਾਈਬਰ ਦਰਿਆ ਤੋਂ ਹੋ ਰਹੇ ਸਨ। ਤੇ ਖਾਈਬਰ ਦर्रा ਨੂੰ ਸੀਲ ਕਰਨ ਵਾਸਤੇ 27 ਕਿਲੇ ਬਣਾਏ ਗਏ, ਜਿਨ੍ਹਾਂ ਦੇ ਅੰਦਰ ਅਕੂਰਾ ਖਟਕ, ਬਾਲਾ ਹਿਸਾਰ, ਬਾਰਾ, ਬੁਰਜ ਹਰੀ ਸਿੰਘ, ਦਾਰਬੰਦ, ਅਲੱਗ-ਅਲੱਗ, ਨਰਾਈ, ਨੌਸ਼ੇਰਾ, ਤਰਬੇਲਾ। ਹੁਣ ਤਰਬੇਲਾ ਦਾ ਜਿਹੜਾ ਇਲਾਕਾ ਹੈ ਉਹ ਸਾਰਾ ਹੁਣ ਤਰਬੇਲਾ ਡੈਮ ਬਣ ਗਿਆ ਹੈ। ਉਹ ਸਾਰਾ ਇਲਾਕਾ ਜਿਹੜਾ ਹੈ ਅੰਬ ਸਟੇਟ ਦਾ, ਤਰਬੇਲਾ ਸਟੇਟ ਦਾ, ਸਾਰਾ ਪਾਣੀ ਦੇ ਅੰਦਰ ਚਲਾ ਗਿਆ ਇੰਡਸ ਦਰਿਆ ਦੇ। ਉਹ ਹੁਣ ਚੀਜ਼ਾਂ ਨਜ਼ਰ ਨਹੀਂ ਆਉਂਦੀ ਉਹ, ਲੇਕਿਨ ਇਹ ਫੋਰਟਸ ਇਤਨੀ ਜਲਦੀ ਬਣੇ ਸਨ, ਕਾਫੀ ਸਾਰੇ ਇਹ ਮਡ ਫੋਰਟਸ ਬਣੇ ਸਨ। ਤੇ ਇਹਨਾਂ ਵਿੱਚੋਂ ਆਈ ਵੁੱਡ ਸੇ 90% ਆਫ ਦ ਫੋਰਟਸ ਹੁਣ ਸਰਵਾਈਵ ਨਹੀਂ ਕਰ ਰਹੇ, ਕਿਉਂਕਿ ਟਾਈਮ ਦੇ ਨਾਲ ਉਹ ਸਭ ਖਤਮ ਹੋ ਗਏ ਨੇ। ਬੜੀ ਜਲਦੀ ਬਣੇ ਸਨ। ਲੇਕਿਨ ਇਹ 27 ਫੋਰਟਸ ਕਿਉਂ ਬਣੇ ਸਨ, ਮੈਂ ਤੁਹਾਨੂੰ ਦਿਖਾਵਾਂਗਾ ਅਗਲੀ ਸਲਾਈਡ ਦੇ ਅੰਦਰ। ਬਟ ਪਹਿਲਾਂ ਮੈਂ ਦਿਖਾਣਾ ਚਾਹਨਾ ਕਿ ਜਿਸ ਇਲਾਕੇ ਦੇ ਅੰਦਰ ਵੜੇ ਨੇ, ਇਹ ਹੁਣ ਹਰੀਪੁਰ ਦੇ ਅੰਦਰ ਹਰੀ ਸਿੰਘ ਨਲਵਾ ਦੇ ਨਾਂ ਤੇ ਬਣਿਆ ਸੀਗਾ, ਹਰੀਪੁਰ ਦਾ ਨਾਂ। ਤੇ ਹਰੀਪੁਰ ਦੇ ਅੰਦਰ ਜਿਹੜਾ ਹਰੀਪੁਰ ਦਾ ਕਿਲਾ ਹੈ, ਇਸ ਦੇ ਅੰਦਰ ਦੋ ਏਰੀਆਜ਼ ਮਿਲ ਰਹੇ ਨੇ, ਜਿਹੜੇ ਦੀਵਾਰ ਮੈਂ ਦਿਖਾ ਰਿਹਾ। ਕੰਧ ਲੈਫਟ ਸਾਈਡ ਤੇ ਦੇਖੋ, ਤੁਸੀਂ ਲੈਫਟ ਸਾਈਡ ਦਾ ਦੇਖੋਗੇ, ਜਿਹੜੇ ਵੱਡੇ ਪੱਥਰਾਂ ਨਾਲ ਬਣਿਆ ਹੈ, ਇਹ ਹਰੀ ਸਿੰਘ ਦੇ ਪੀਰੀਅਡ ਤੇ ਲਾਹੌਰ ਦਰਬਾਰ ਦੇ ਦੌਰ ਦਾ ਬਣਿਆ ਏਰੀਆ ਹੈ। ਰਾਈਟ ਸਾਈਡ ਤੇ ਤੁਸੀਂ ਦੇਖੋਗੇ ਇਹ ਛੋਟੀ ਬ੍ਰਿਕਸ ਨਾਲ ਬਣਿਆ ਹੈ। ਇਹ ਬ੍ਰਿਟਿਸ਼ ਟਾਈਮ ਦੇ ਉੱਤੇ ਇਸ ਫੋਰਟ ਨੂੰ ਐਕਸਪੈਂਡ ਕੀਤਾ ਗਿਆ ਸੀਗਾ, ਤੇ ਇਹ ਹਰੀ ਸਿੰਘ ਦਾ ਬਣਾਇਆ ਹੋਇਆ ਕਿਲਾ ਹੈ। ਤੇ ਦੇਖੋ ਰਾਈਟ ਹੈਂਡ ਸਾਈਡ ਤੇ ਇੱਕ ਇੰਟਰਸਟਿੰਗ ਪਿਕਚਰ ਹੈ ਬੜੀ ਪੁਰਾਣੀ, ਕਿ ਹਰੀ ਸਿੰਘ ਨਲਵਾ ਨੂੰ ਅਗਰ ਤਾਰੀਖ ਵਿੱਚ ਦੇਖਿਆ ਜਾਏ ਤਾਂ ਇੱਕ ਬੜਾ ਏਬਲ ਐਡਮਿਨਿਸਟ੍ਰੇਟਰ ਮੰਨਿਆ ਜਾਂਦਾ ਹੈ। ਨਾਟ ਜਸਟ ਐਨ ਐਡਮਿਨਿਸਟ੍ਰੇਟਰ, ਉਹਨਾਂ ਨੇ ਐਗਰੀਕਲਚਰ ਵਾਸਤੇ ਕਿੰਨਾ ਵੱਡਾ ਕੰਮ ਕੀਤਾ ਸੀਗਾ ਇਸ ਇਲਾਕੇ ਦੇ ਅੰਦਰ। ਅੱਜ ਦੇ ਦੌਰ ਦੇ ਅੰਦਰ ਪੂਰੇ ਹਰੀਪੁਰ ਦੇ ਅੰਦਰ ਜਿਹੜਾ ਇੱਕ ਸੰਤਰੇ ਦੀ ਇੱਕ ਵੈਰਾਈਟੀ ਹੁੰਦੀ ਹੈ, ਮੈਂ ਉਹਦਾ ਨਾਮ ਭੁੱਲ ਰਿਹਾ ਅਜੇ, ਲੇਕਿਨ ਪਾਕਿਸਤਾਨ ਦੇ ਅੰਦਰ ਉਸਨੂੰ ਕੁਝ ਹੋਰ ਨਾਂ ਨਾਲ ਕਹਿੰਦੇ, ਲੇਕਿਨ ਸੰਤਰੇ ਦੀ ਵੈਰਾਈਟੀ ਉਹ ਭਰਮਾਰ ਖੇਤੀ ਹਰੀਪੁਰ ਵਿੱਚ ਹੁੰਦੀ ਹੈ। ਲੇਕਿਨ ਉਸ ਦਾ ਕ੍ਰੈਡਿਟ ਦੇਖਿਆ ਜਾਏ ਤੇ ਇਹ ਜਿਹੜਾ ਕੈਨਾਲ ਸਿਸਟਮ ਬਣਾਇਆ ਸੀਗਾ, ਇਸਨੂੰ ਕਹਿੰਦੇ ਨੇ ਰੰਗੀਲਾ ਕੈਨਾਲ। ਜਿਹੜਾ ਉੱਥੇ ਦਰਿਆ ਸੀਗਾ, ਉੱਥੋਂ ਪਾਣੀ ਲਿਆ ਕੇ ਉਸ ਇਲਾਕੇ ਦੇ ਅੰਦਰ ਪੂਰਾ ਇਰੀਗੇਸ਼ਨ ਸਿਸਟਮ ਕਰਨਾ, ਇਹ ਹਰੀ ਸਿੰਘ ਨਲਵਾ ਦੀ ਦੇਣ ਸੀਗੀ। ਮੈਨੂੰ ਯਾਦ ਹੈ, ਮੈਂ ਜਦੋਂ ਆਪਣੀ ਸੈਕੰਡ ਬੁੱਕ ਦੀ ਰਿਸਰਚ ਵਾਸਤੇ ਗਿਆ ਸੀਗਾ, ਤੇ ਅਸੀਂ ਵਾਪਸ ਆ ਰਹੇ ਸੀਗੇ ਤੇ ਇੱਕ ਰੈਸਟੋਰੈਂਟ, ਬੜੀ ਲੇਟ ਹੋ ਗਿਆ ਸੀਗਾ, 3:30 ਵਜ ਗਏ ਸੀਗੇ, ਤੇ ਲੰਚ ਕਿਸੇ ਨੇ ਗਰੁੱਪ ਨੇ ਕੀਤਾ ਨਹੀਂ ਸੀਗਾ, ਤੇ ਅਸੀਂ ਇੱਕ ਰੈਸਟੋਰੈਂਟ ਦੇਖਿਆ, ਅਸੀਂ ਉੱਥੇ ਰੁਕ ਗਏ। ਉਹ ਰੈਸਟੋਰੈਂਟ ਦਾ ਬੰਦਾ ਜਿਹੜਾ ਹੈ, ਉਹ ਇਤਨਾ ਖੁਸ਼ ਹੋਇਆ ਮੈਨੂੰ ਦੇਖ ਕੇ, ਕਹਿੰਦਾ ਹੈ, ਸਰਦਾਰ ਸਾਹਿਬ, ਕਦੀ ਵੀ ਸਾਡੇ ਕੋਲ, ਜਦੋਂ ਮੈਂ ਬਚਪਨ ਤੋਂ ਹਾਂ ਇੱਥੇ, ਅਸੀਂ ਕਹਾਣੀਆਂ ਸੁਣਦੇ ਰਹੇ, ਮੇਰੇ ਰੈਸਟੋਰੈਂਟ ਦੇ ਅੰਦਰ ਕਦੀ ਕੋਈ ਸਿੱਖ ਨਹੀਂ ਆਇਆ, ਅੱਜ ਤੁਸੀਂ ਆਏ ਹੋ, ਜੀ ਆਇਆਂ ਨੂੰ। ਤੇ ਕਹਿੰਦਾ ਹੈ, ਮੈਂ ਤੁਹਾਨੂੰ ਸ਼ੁਕਰੀਆ ਕਰਦਾ ਕਿ ਜਿਹੜਾ ਸਾਡੀ ਜਿੰਨੀ ਜ਼ਮੀਨ ਹੈ ਨਾ, ਇਹ ਹਰੀਪੁਰ ਦੇ ਅੰਦਰ, ਇਹ ਸਾਡੇ ਬਜ਼ੁਰਗ ਦੱਸਦੇ ਸਨ ਕਿ ਇਹ ਹਰੀ ਸਿੰਘ ਨਲਵਾ ਦੇ ਕਰਕੇ ਇਹ ਸਾਰੀ ਜ਼ਮੀਨ ਜਿਹੜੀ ਹੈ ਉਪਜਾਊ ਹੋਈ ਹੈ, ਤੇ ਸਾਡੀ ਜਿਹੜੀ ਸੰਤਰਿਆਂ ਦੀ ਖੇਤੀ ਹੈ, ਉਹ ਅੱਜ ਅਸੀਂ ਉਸਦੇ ਬਲਬੂਤੇ ਤੇ ਜੀਂਦੇ ਹਾਂ। ਤੇ ਉਹਨੇ ਨਾ ਤਾਂ ਕੋਈ ਪੈਸੇ ਲਏ, ਸਾਰੇ ਅਸੀਂ 10 ਬੰਦੇ ਸੀਗੇ, ਸਾਰਿਆਂ ਨੂੰ ਉਹਨੇ ਖਾਣਾ ਖਿਲਾਇਆ। ਚਲਦੇ ਵਕਤ ਉਸਨੇ 3 ਬੋਰੀਆਂ ਸੰਤਰਿਆਂ ਦੀ ਸਾਡੀ ਗੱਡੀ 'ਚ ਰੱਖ ਦਿੱਤੀ। ਤੇ ਇਹ ਸਿਰਫ ਇੱਕ ਇੰਟਰਸਟਿੰਗ ਸਾਡਾ ਲਰਨਿੰਗ ਸੀਗੀ। ਬੜੇ ਰਾਈਟ ਹੈਂਡ ਸਾਈਡ ਦੇ ਅੰਦਰ ਇਹ ਵਨੀਤ ਨਲਵਾ ਦੀ ਕਿਤਾਬ ਹਰੀ ਸਿੰਘ ਨਲਵਾ ਦੇ ਉੱਤੇ ਹੈ, ਚੈਂਪੀਅਨ ਆਫ ਖਾਲਸਾ ਜੀ ਹਰੀ ਸਿੰਘ ਨਲਵਾ। ਉਸ ਵਿੱਚੋਂ ਇਹ ਬ੍ਰਿਟਿਸ਼ ਟਾਈਮ ਦੇ ਉੱਤੇ ਇਹ ਉਸਦੇ ਕੈਨਾਲ ਸਿਸਟਮ ਦੇ ਅਜੇ ਵੀ ਪ੍ਰਿੰਟ ਸੀਗੇ, ਉਹ ਪਿਕਚਰ ਉਸ ਟਾਈਮ ਦੀ ਹੈ। ਤੇ ਸ਼ੇਰਗੜ੍ਹ ਦਾ ਇੱਕ ਇਲਾਕਾ ਮੈਂ ਤੁਹਾਨੂੰ ਦਿਖਾਣਾ, ਇਸ ਇਲਾਕੇ ਵਿੱਚੋਂ ਜਿਹੜਾ ਫੋਰਟ ਹੈਗਾ, ਇਹ ਜਿਹੜਾ ਅੰਬ ਦਾ ਜਿਹੜਾ ਰਾਜਾ ਸੀਗਾ, ਇਹ ਦੇਖਣ 'ਚ ਤੁਹਾਨੂੰ ਘਰ ਵਾਂਗਣ ਲੱਗਦਾ ਹੈ, ਲੇਕਿਨ ਜਿਹੜੀ ਉੱਪਰ ਦੀ ਛੱਤ ਹੈ, ਇਹ ਬਾਅਦ 'ਚ ਪਾਈ ਗਈ ਹੈ, ਕਿਉਂਕਿ ਜਿਹੜੇ ਅੰਬ ਦੇ ਰਾਜਾ ਸਨ, ਉਹ ਤਰਬੇਲਾ ਦਾ ਡੈਮ ਜਿਹੜਾ ਇੰਡਸ ਦੇ ਉੱਤੇ ਬਣਿਆ, ਉਹਦੇ ਨਾਲ ਪੂਰਾ ਦਾ ਪੂਰਾ ਅੰਬ ਦਾ ਇਲਾਕਾ ਜਿਹੜਾ ਹੈ, ਉਹ ਪਾਣੀ ਦੇ ਅੰਦਰ ਚਲਾ ਗਿਆ।
ਤੇ ਇਹ ਅੰਬ ਦਾ ਸਟੇਟ ਪੂਰਾ ਖਤਮ ਹੋ ਗਿਆ ਤੇ ਜਿਹੜੇ ਉੱਥੇ ਦੇ ਰਾਜਾ ਸਨ ਉਹ ਫਿਰ ਇਹ ਸ਼ੇਰਗੜ੍ਹ ਪਹਾੜੀ ਦੇ ਉੱਤੇ ਹੈ ਤੇ ਸ਼ੇਰਗੜ੍ਹ ਦਾ ਕਿਲਾ ਜਿਹੜਾ ਹੈ ਇਹ ਉੱਪਰ ਦੀ ਛੱਤ ਨਹੀਂ ਹੁੰਦੀ ਸੀ ਉਸ ਟਾਈਮ। ਇਹ ਜਿਹੜੇ ਉੱਪਰ ਦੇਖੋ ਤੁਸੀਂ ਗਨ ਵਾਸਤੇ ਬ੍ਰੈਕਟਸ ਪਾਉਣ ਵਾਸਤੇ ਹੋਲਸ ਵੀ ਨੇ ਦੀਵਾਰਾਂ ਦੇ ਉੱਤੇ, ਕੰਧ ਦੇ ਉੱਤੇ। ਇਹ ਜਿਹੜਾ ਕਿਲਾ ਸੀਗਾ ਇਹ ਹਰੀ ਸਿੰਘ ਨਲਵਾ ਨੇ ਛੋਟਾ ਜਿਹਾ ਕਿਲਾ ਬਣਾਇਆ ਸੀਗਾ ਤੇ ਜਿਹੜੇ ਹੁਣ ਉੱਥੇ ਅੰਬ ਦੇ ਜਿਹੜੇ ਮਹਾਰਾਜਾ ਦੀ ਫੈਮਿਲੀ ਉੱਥੇ ਰਹਿ ਰਹੀ ਹੈ ਤੇ ਉਹਨਾਂ ਨੇ ਮੈਨੂੰ ਉੱਥੋਂ ਇਸ ਕਿਲੇ ਤੋਂ ਇਹ ਦੱਸਿਆ ਸੀਗਾ ਰਾਈਟ ਹੈਂਡ ਸਾਈਡ ਦੇ ਵਿੱਚ ਅਗਰ ਦੇਖਿਆ ਜਾਏ ਇੱਕ ਪਿਕਟ ਮੈਂ ਮਾਰਕ ਕੀਤੀ ਹੈ, ਕਹਿੰਦੇ ਸੀ ਪਹਾੜੀ ਦੇ ਉੱਪਰ ਹਜੇ ਵੀ ਉੱਥੇ ਜਿਹੜੀ ਪਥਰੀਲੇ ਪੱਥਰ ਉੱਥਰ ਪਏ ਨੇ ਇੱਕ ਟੂਟੇ ਹੋਏ ਸਟਰਕਚਰ ਦੇ, ਜਦੋਂ ਪਤਾ ਚੱਲਦਾ ਹੈ ਕਿ ਇਸ ਕਿਲੇ ਦੇ ਉੱਤੇ ਨਜ਼ਰ ਰੱਖਣ ਵਾਸਤੇ ਇੱਕ ਫੌਜ ਦਾ ਜੱਥਾ ਉੱਪਰ ਪਿਕਟ ਦੇ ਉੱਤੇ ਵੀ ਪਹਾੜੀ ਦੇ ਉੱਪਰ ਬਹਿੰਦਾ ਸੀਗਾ ਨਿਗਰਾਨੀ ਰੱਖਣ ਵਾਸਤੇ। ਤੇ ਇੰਟਰਸਟਿੰਗ ਅਟਕ ਦਾ ਆਪਣਾ ਸ਼ੇਰਗੜ੍ਹ ਦਾ ਕਿਲਾ ਹੈ। ਇਹੋ ਜਿਹੇ ਬੜੇ ਕਿਲੇ ਸਨ। ਹੁਣ ਸ਼ਬਕਦਰ ਦਾ ਕਿਲਾ ਇਸ ਇਲਾਕੇ ਦੇ ਅੰਦਰ ਪੂਰਾ ਇੰਡਸ ਦਰਿਆ ਦੇ ਲਾਗੇ, ਇਹ ਹੁਣ ਸ਼ਬਕਦਰ ਦਾ ਇਲਾਕਾ ਜਿਹੜਾ ਹੈ ਇਹ 1837 ਦੇ ਅੰਦਰ ਬਣਿਆ ਸੀਗਾ। ਇਹ ਬੜਾ ਪੱਕਾ ਕਿਲਾ ਹੈ ਕਿਉਂਕਿ ਇਹ ਅਸੀਂ ਹੁਣ ਪਹੁੰਚ ਰਹੇ ਹਾਂ, ਅਸੀਂ ਪਿਸ਼ਾਵਰ ਵੱਲ ਪਹੁੰਚ ਰਹੇ ਹਾਂ। ਇਹ 4 ਸੱਦਾ ਦਾ ਇਲਾਕਾ ਹੈ। ਇਸ ਦੇ ਅੰਦਰ ਬੜੀ ਇੰਟਰਸਟਿੰਗ ਸਟੋਰੀ ਹੈ। 1837 ਦੇ ਅੰਦਰ ਇਹ ਫੋਰਟ ਬਣਿਆ ਸੀਗਾ ਤੇ 1840 ਦੇ ਅੰਦਰ ਸ਼ੇਰ ਸਿੰਘ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਸਭ ਤੋਂ ਵੱਡੇ ਪੁੱਤਰ ਸਨ ਉਹ ਇਸ ਕਿਲੇ ਦੇ ਅੰਦਰ ਆਏ ਹੋਏ ਸਨ ਤੇ ਉੱਥੇ ਲਾਹੌਰ ਦਰਬਾਰ ਦੇ ਅੰਦਰ ਮੇਰੇ ਹਿਸਾਬ ਨਾਲ ਸ਼ਾਇਦ ਨੌਨੀਹਾਲ ਸਿੰਘ ਦਾ ਵਿਆਹ ਸੀਗਾ ਤੇ ਫੌਜਾਂ ਨੇ ਜਾਣਾ ਸੀਗਾ ਉਸ ਤੋਂ ਉਹਨਾਂ ਨੂੰ ਇਨਵੀਟੇਸ਼ਨ ਨਿਯੋਤਾ ਦਿੱਤਾ ਗਿਆ ਸੀਗਾ। ਕਾਫੀ ਲੋਕ ਜਿਹੜੇ ਵੱਡੇ ਵੱਡੇ ਕਮਾਂਡਰ ਸਨ ਉਹ ਸਾਰੇ ਲਾਹੌਰ ਗਏ ਸਨ ਵਿਆਹ ਅਟੈਂਡ ਕਰਨ ਵਾਸਤੇ ਤੇ ਅਫਗਾਨੀ ਜਿਹੜੇ ਫੋਰਸਿਸ ਸੀਗੀਆਂ ਉੱਥੇ ਉਸ ਇਲਾਕੇ ਦੀਆਂ ਉਹਨਾਂ ਨੂੰ ਪਤਾ ਚੱਲ ਗਿਆ ਕਿ ਕਿਲਾ ਜਿਹੜਾ ਹੈ ਆਪਣੇ ਵੀਕ ਪੁਆਇੰਟ ਤੇ ਹੈ, ਇਸ ਪਾਸੇ ਇਸ ਟਾਈਮ ਅਜੇ ਜਥੇਬੰਦੀਆਂ ਨਹੀਂ ਨੇ ਅੰਦਰ ਤੇ ਉਹਨਾਂ ਨੇ ਰਾਤੀ ਅਟੈਕ ਕਰ ਦਿੱਤਾ। ਇਸ ਕਿਲੇ ਦਾ ਜਿਹੜਾ ਇੰਚਾਰਜ ਸੀਗਾ ਉਹ ਜਿਹੜਾ ਇਟਾਲੀਅਨ ਜਿਹੜਾ ਜਨਰਲ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਜੀਨ ਬੈਪਟਿਸਟ ਵੈਂਚੂਰਾ, ਉਹ ਇਸ ਕਿਲੇ ਦਾ ਉਸ ਟਾਈਮ ਇੰਚਾਰਜ ਸੀਗਾ। ਸ਼ੇਰ ਸਿੰਘ ਆਇਆ ਹੋਇਆ ਸੀਗਾ ਤੇ ਜੀਨ ਬੈਪਟਿਸਟ ਵੈਂਚੂਰਾ ਇੰਚਾਰਜ ਹੋਣ ਦੇ ਕਰਕੇ ਉੱਥੇ ਹੀ ਉਸ ਫੋਰਟ ਦੇ ਅੰਦਰ ਹੀ ਸੀਗਾ। ਰਾਤੀ ਅਫਗਾਨੀਆਂ ਨੇ ਅਟੈਕ ਕਰਤਾ 1840 ਦੇ ਅੰਦਰ ਤੇ ਜੰਗ ਹੋਈ ਲੇਕਿਨ ਉਹ ਦਰਵਾਜ਼ਾ ਟੁੱਟ ਗਿਆ ਔਰ ਜਿਹੜੇ ਫੋਰਸਿਸ ਨੇ ਅਫਗਾਨੀ ਜਿਹੜੇ ਕਿਲੇ ਦੇ ਅੰਦਰ ਵੜ ਗਏ। ਖੈਰ ਜੋ ਵੀ ਹੋਇਆ ਰਾਤ ਵੇਲੇ ਉਹਨਾਂ ਨੇ ਕੰਟਰੋਲ 'ਚ ਕੀਤਾ। ਹੁਣ ਅਗਲੇ ਦਿਨ ਜਿਹੜਾ ਕਾਫੀ ਐਮਬੈਰਸਮੈਂਟ ਵਾਲੀ ਗੱਲ ਹੋ ਗਈ ਕਿ ਸ਼ੇਰ ਸਿੰਘ ਦੇ ਹੁੰਦੇ ਹੋਏ ਇਹ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਇੱਥੇ ਤੇ ਸਾਡੇ ਵਾਸਤੇ ਤੇ ਬੜੀ ਬੇਇੱਜ਼ਤੀ ਵਾਲੀ ਗੱਲ ਹੋ ਗਈ ਤੇ ਉਸ ਟਾਈਮ ਸ਼ੇਰ ਸਿੰਘ ਨੇ ਇੱਕ ਕੋਰਟ ਮਾਰਸ਼ਲ ਵਾਸਤੇ ਇੱਕ ਕਮੇਟੀ ਬਿਠਾਈ। ਇੰਟਰਸਟਿੰਗਲੀ ਕੋਰਟ ਮਾਰਸ਼ਲ ਦੇ ਅੰਦਰ ਇਹ ਡਿਸੀਜਨ ਹੋਇਆ ਕਿ ਬੇਸ਼ੱਕ ਸਾਡੀ ਕਮਜ਼ੋਰੀ ਦੇ ਕਰਕੇ ਅਫਗਾਨੀ ਅੰਦਰ ਵੜ ਗਏ ਲੇਕਿਨ ਇਸ ਦੇ ਅੰਦਰ ਵੈਂਚੂਰਾ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਨੇ ਉਸ ਨੂੰ ਬੇਗੁਨਾਹ ਸਾਬਿਤ ਐਲਾਨ ਕੀਤਾ ਲੇਕਿਨ ਉਹਨਾਂ ਨੇ ਕਿਹਾ ਕਿ ਲੇਕਿਨ ਹਾਂ ਸਭ ਤੋਂ ਵੱਡੀ ਜਿਹੜੀ ਇਸ ਦੇ ਅੰਦਰ ਅਗਰ ਦੇਖਿਆ ਜਾਏ ਤੇ ਗਲਤੀ ਹੈ ਤੇ ਉਹ ਇਸ ਕਿਲੇ ਦੇ ਦਰਵਾਜ਼ਿਆਂ ਦੀ ਹੈ, ਗੇਟਸ ਦੀ ਹੈ ਕਿ ਉਹ ਅਫਗਾਨੀਆਂ ਨੂੰ ਰੋਕ ਨਹੀਂ ਸਕੇ। ਤੇ ਇਸ ਕਰਕੇ ਜਿਹੜਾ ਉਹਨਾਂ ਨੇ ਡਿਸੀਜਨ ਦਿੱਤਾ ਉਹ ਇਹ ਸੀਗਾ ਕਿ ਉਹ ਗੇਟਸ ਜਿਹੜੇ ਨੇ ਇਹਨਾਂ ਨੂੰ 100 ਸਾਲ ਦੀ ਸਜ਼ਾ ਹੋਏਗੀ ਤੇ ਇਹਨਾਂ ਨੂੰ ਚੇਨ ਵਿੱਚ ਬੰਨ ਦਿੱਤਾ ਜਾਏਗਾ। ਤੇ ਇਹ ਅੰਦਰ ਇੱਕ ਪਿਲਰ ਹੈਗਾ ਉਸ ਦੇ ਵਿੱਚ ਅਜੇ ਵੀ ਗੇਟ ਬੰਦੇ ਹੋਏ ਨੇ ਉਸ ਦੇ ਅੰਦਰ ਤੇ ਉਹ 100 ਸਾਲ ਤੇ ਖਤਮ ਹੋ ਗਏ ਨੇ ਲੇਕਿਨ ਉਹ ਅਜੇ ਵੀ ਬਣੇ ਗਏ ਨੇ। ਇੰਪਾਇਰ ਖਤਮ ਹੋ ਗਿਆ ਤੇ ਇੰਟਰਸਟਿੰਗ ਕਿੱਸਾ ਸੀਗਾ ਇਸ ਕਿਲੇ ਦਾ। ਤੇ ਮੈਂ ਹੁਣ ਚੱਲਣਾ ਕਿ ਜਿਹੜਾ ਇਹ ਇੰਡਸ ਦਾ ਦਰਿਆ ਹੈ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਅੱਗੇ ਤਰਵੇਲਾ ਦਾ ਡੈਮ ਬਣ ਗਿਆ ਹੈ ਤੇ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ 27 ਕਿਲੇ ਬਣੇ ਸਨ। ਹੁਣ ਇੱਕ ਕਿਤਾਬ ਹੈਗੀ ਹਾਈਲੈਂਡਸ ਆਫ ਇੰਡੀਆ ਬਾਈ DJF ਨਿਊਵਾਲ। ਜਦੋਂ ਸਿੱਖ ਦਰਬਾਰ ਖਤਮ ਹੁੰਦਾ, ਜਿਹੜਾ ਖਾਲਸਾ ਦਰਬਾਰ ਖਤਮ ਹੁੰਦਾ ਹੈ, ਲਾਹੌਰ ਦਰਬਾਰ ਖਤਮ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਜਿਹੜਾ ਬ੍ਰਿਟਿਸ਼ ਦਾ ਬੰਦਾ ਸੀਗਾ ਇਹ ਇਹਨਾਂ ਸਾਰੇ ਇਲਾਕਿਆਂ 'ਚ ਕਾਫੀ ਫਿਰਿਆ ਹੈ ਤੇ ਇਸਨੇ ਇੱਕ ਬੜੀ ਇੰਟਰਸਟਿੰਗ ਜੀ ਇੱਕ ਪਿਕਚਰ ਬਣਾਈ ਹੈ। ਇਹ ਇਸ ਕਿਤਾਬ ਦੇ ਅੰਦਰ ਮਿਲੇਗੀ ਤੁਹਾਨੂੰ, ਇਹ PDF ਫਾਈਲ ਮਿਲ ਜਾਏਗੀ ਤੁਹਾਨੂੰ ਇੰਟਰਨੈਟ ਦੇ ਉੱਤੇ, ਕਿਤਾਬ ਹੈ ਤੇ ਇਹਦੇ ਅੰਦਰ ਉਸਨੇ ਇੱਕ ਪਿਕਚਰ ਬਣਾਈ ਹੈ ਆਪਣੇ ਆਪ ਇੰਡਸ ਦਰਿਆ ਦੇ ਈਸਟ ਵਾਲੇ ਪਾਸੇ ਖੜੇ ਹੋ ਕੇ, ਕਿਉਂਕਿ ਵੈਸਟ ਵਾਲੇ ਪਾਸੇ ਪਹਾੜੀਆਂ ਨੇ ਜਿਹੜੀਆਂ ਉਸ ਪਾਸੇ ਜਿਹੜਾ ਹੈ ਆਪਣਾ ਅਫਗਾਨਿਸਤਾਨ ਸ਼ੁਰੂ ਹੋ ਜਾਂਦਾ ਹੈ ਤੇ ਉਸਨੇ ਬਣਾਇਆ ਹੈ। ਦੇਖੋ ਜੋ ਮੈਂ ਸਰਕਲ ਕੀਤੇ ਹੋਏ ਨੇ, ਉਸਨੇ ਦਿਖਾਇਆ ਹੈ ਗੰਦਗੜ੍ਹ ਵਿੱਚ ਇੱਕ ਸਿੱਖ ਕਿਲਾ ਹੁੰਦਾ ਸੀਗਾ ਤੇ ਉਸਨੇ ਲਿਖਿਆ ਪਲੇਸ ਵੇਅਰ ਅ ਸਿੱਖ ਰੈਜੀਮੈਂਟ ਵਾਸ ਡਿਸਟਰੋਇਡ ਇਨ ਦ ਫਲੱਡ ਆਫ ਦ ਇੰਡਸ ਇਨ 1839। ਹੁਣ ਇੱਥੇ ਜਿਹੜੀ ਫੌਜ ਬੈਠੀ ਹੋਈ ਸੀਗੀ 1813 ਦੇ ਅੰਦਰ ਇੱਕ ਤਰਾਸਦੀ ਹੁੰਦੀ ਹੈ, ਇੱਕ ਹੱਡ ਆਂਦਾ ਹੈ ਬਾਲਤੋਰੋ ਗਲੇਸ਼ੀਅਰ ਪਹਾੜੀਆਂ ਦੇ ਉੱਪਰ ਹਿਮਾਲਿਆ ਦੇ ਉੱਤੇ, ਉਹ ਫਟ ਜਾਂਦਾ ਹੈ ਤੇ ਉਹਦੇ ਨਾਲ ਇੰਡਸ ਦਾ ਬਹਾਵ ਇੱਕਦਮ ਵੱਧ ਜਾਂਦਾ ਹੈ
ਤੇ ਉਸ ਦੇ ਅੰਦਰ 1839 ਦੇ ਅੰਦਰ ਜਿਹੜੀ ਸਿੱਖ ਫੌਜਾਂ ਸੀਗੀਆਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਟਾਈਮ ਤੇ ਉਹ ਬਹਿ ਜਾਂਦੀਆਂ ਨੇ ਤੇ ਉਸ ਦੇ ਬਾਰੇ ਜੋ ਜ਼ਿਕਰ ਕਰਦਾ ਹੈ। ਫਿਰ ਉਹ ਦੱਸਦਾ ਹੈ ਕ੍ਰਿਪਲੌਨ ਵਿੱਚ ਇੱਕ ਕਿਲਾ ਸੀਗਾ, ਫੋਰਟ ਆਫ ਦਰਬਨ ਸੀਗਾ, ਇਹ ਸਾਰੇ ਉਹ ਕਿਲੇ ਮਾਰਕ ਕਰਦਾ ਤੇ ਮੈਨੂੰ ਮਹਿਸੂਸ ਹੁੰਦਾ ਸੀਗਾ ਕਿ ਅਗਰ ਮੈਨੂੰ ਮੌਕਾ ਮਿਲੇ ਤੇ ਉਸ ਥਾਂ ਤੇ ਜਾ ਕੇ ਖੜੇ ਹੋ ਕੇ ਅੱਜ ਦੇ ਜ਼ਮਾਨੇ 'ਚ ਇਹਦੀ ਫੋਟੋ ਖਿੱਚਣਾ ਬਹੁਤ ਇੰਪੋਰਟੈਂਟ ਹੈ ਡਾਕੂਮੈਂਟੇਸ਼ਨ ਦੇ ਹਿਸਾਬ ਨਾਲ, ਕਿਉਂਕਿ ਬੇਸ਼ੱਕ ਕਿਲੇ ਨਹੀਂ ਰਹਿ ਗਏ ਲੇਕਿਨ ਉਸ ਇਲਾਕੇ ਦੀ ਟਰੇਨ ਨੂੰ ਅਸੀਂ ਅਗਲੀ ਪਨੀਰੀ ਵਾਸਤੇ ਉਸ ਨੂੰ ਡਾਕੂਮੈਂਟ ਕਰਨਾ ਬੜਾ ਜ਼ਰੂਰੀ ਹੈ। ਤਾਂ ਅਸੀਂ ਉਸ ਇਲਾਕੇ ਤੱਕ ਪਹੁੰਚੇ, ਅਸੀਂ ਫੋਟੋ ਖਿੱਚੀ, ਲੇਕਿਨ ਤੁਹਾਨੂੰ ਇਹ ਫੋਟੋ ਦੇ ਅੰਦਰ ਪਹਾੜੀ ਥੋੜੀ ਅਲੱਗ ਨਜ਼ਰ ਆ ਰਹੀ ਹੋਏਗੀ ਇਸ ਕਰਕੇ ਕਿਉਂਕਿ ਇਹ ਤਰਬੇਲਾ ਡੈਮ ਬਣਿਆ ਹੈ, ਪਾਣੀ ਵੱਧ ਗਿਆ ਹੈ, ਪਾਣੀ ਉੱਪਰ ਇਸ ਦੇ ਅੰਦਰ ਸਾਰੀ ਸਿਲਟਿੰਗ ਆ ਗਈ ਦੀ ਹੈ, ਥੱਲੇ ਸਾਰੀ ਮਿੱਟੀ ਆ ਗਈ ਦੀ ਹੈ ਤੇ ਹੁਣ ਤੁਸੀਂ ਥੱਲੇ ਤੱਕ ਜਾ ਨਹੀਂ ਸਕਦੇ। ਇਹ ਜਿਹੜੀ ਪਿਕਚਰ ਬਣਾਈ ਹੈ ਉਸਨੇ ਆਪਣੀ ਪੇਂਟਿੰਗ ਕੀਤੀ ਹੈ, ਇਸਨੇ ਥੱਲੇ ਜਾ ਕੇ ਦਰਿਆ ਦੇ ਕੰਢੇ ਖੜੇ ਹੋ ਕੇ ਕੀਤਾ ਹੈ ਤੇ ਇਸ ਕਰਕੇ ਪਹਾੜੀ ਵੱਡੀ ਨਜ਼ਰ ਆ ਰਹੀ ਹੈ। ਮੈਂ ਪਹਾੜੀ ਦੇ ਉੱਤੇ ਖੜਾ ਸੀਗਾ, ਮੈਂ ਥੱਲੇ ਤੱਕ ਨਹੀਂ ਜਾ ਸਕਦਾ, ਕੋਈ ਤੁਸੀਂ ਜਾ ਹੀ ਨਹੀਂ ਸਕਦੇ ਥੱਲੇ ਤੇ ਪਹਾੜੀ ਦੇ ਉੱਤੇ ਖੜਨ ਦੇ ਹੋਣ ਦੇ ਕਰਕੇ ਪਰਸਪੈਕਟਿਵ ਹੋ ਜਾਂਦਾ ਹੈ ਕਿ ਪਹਾੜੀਆਂ ਜੇ ਦੂਜੇ ਪਾਸੇ ਦੀ ਨੇ ਉਹ ਛੋਟੀ ਨਜ਼ਰ ਆਉਂਦੀਆਂ ਨੇ। ਲੇਕਿਨ ਇਹ ਉਸ ਜਗ੍ਹਾ ਤੋਂ ਫਿਰ ਖੜੇ ਹੋ ਕੇ ਅਸੀਂ ਇਹ ਪਿਕਚਰ ਖਿੱਚੀ ਸੀਗੀ। ਇਹ ਮੇਰੀ ਬੁੱਕ ਦੀ ਕੁਐਸਟ ਕੰਟੀਨਿਊਜ਼ ਲਾਸਟ ਹੈਰੀਟੇਜ ਸਿੱਖ ਲੈਗੇਸੀ ਇਨ ਪਾਕਿਸਤਾਨ ਦੇ ਅੰਦਰ ਡਾਕੂਮੈਂਟਡ ਹੈਗਾ। ਇਸ ਤੋਂ ਬਾਅਦ ਅਸੀਂ ਚੱਲ ਰਹੇ ਹਾਂ ਲਾਸਟ ਪੜਾਅ ਦੇ ਅੰਦਰ ਚੱਲ ਰਹੇ ਹਾਂ ਕਿ ਫਿਰ ਅਸੀਂ ਇਹ ਇੰਡਸ ਔਰ ਜੇਹਲਮ ਦਾ ਇਲਾਕੇ ਦੇ ਵਿਚਕਾਰ ਅਸੀਂ ਦੇਖਿਆ 27 ਕੋ ਕਿਲੇ ਬਣਦੇ ਨੇ। ਹੁਣ ਇਸ ਤੋਂ ਬਾਅਦ ਇਹ ਚੱਲਦੇ ਨੇ 1834 ਦੇ ਅੰਦਰ। ਹੁਣ ਦੇਖੋ 1799 ਦੇ ਅੰਦਰ ਲਾਹੌਰ ਦਰਬਾਰ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਬੈਦਨੇ ਨੇ ਫਤਿਹ ਕਰਦੇ ਨੇ, ਲੇਕਿਨ ਇਟਸ ਓਨਲੀ ਇਨ 1834 ਹੀ ਐਂਟਰਸ पेशावर। तो कोई अगर कहे कि रणजीत सिंह ने अगर एक्वायर किया तो एकदम सारा किंगडम आ गया, नहीं, इट्स अ लॉट ऑफ वर्क, मतलब काफी मेहनत हुई है ये एम्पायर ਨੂੰ ਬਣਾਉਣ ਵਾਸਤੇ। ਔਰ 1834 ਦੇ ਅੰਦਰ पेशावर ਆਇਆ। ਦੇਖਿਆ ਜਾਏ ਤੇ 1834 ਦੇ ਅੰਦਰ ਲਾਹੌਰ ਦਰਬਾਰ ਦੇ ਨਾਲ ਅਗਰ पेशावर ਜੁੜਦਾ ਵੀ ਹੈ ਤੇ 1849 ਦੇ ਅੰਦਰ ਖਤਮ ਹੋ ਜਾਂਦਾ ਹੈ ਐਮਪਾਇਰ। ਤੇ ਅਗਰ ਤੁਸੀਂ ਦੇਖੋ ਤੇ ਸਿਰਫ 15 ਸਾਲ पेशावर ਦਾ ਇਲਾਕਾ ਸਿੱਖ ਦੌਰ ਦੇ ਅੰਦਰ ਰਿਹਾ ਹੈ ਤੇ पेशावर ਤੋਂ ਤੁਸੀਂ ਅੱਗੇ ਜਾਓਗੇ ਜਮਰੋਦ ਨਜ਼ਰ ਆਏਗਾ, ਮੈਂ ਜਮਰੋਦ ਦਿਖਾਵਾਂਗਾ, ਉੱਥੋਂ ਫਿਰ ਤੁਹਾਨੂੰ ਖਾਈਬਰ ਪਾਸ ਨਜ਼ਰ ਆਏਗਾ। ਇਹ ਫਰੰਟ ਮੋਸਟ ਇਲਾਕਾ ਸੀਗਾ ਵੈਸਟ ਵੱਲ ਜਿੱਥੇ ਤੱਕ ਲਾਹੌਰ ਦਰਬਾਰ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਰਣਜੀਤ ਸਿੰਘ ਦਾ ਇਲਾਕਾ ਅਗਰ ਤੁਹਾਨੂੰ ਅੱਜ WhatsApp ਯੂਨੀਵਰਸਿਟੀ ਦੇ ਅੰਦਰ ਫੇਸਬੁੱਕ ਤੇ ਦਿਖਾਉਂਦਾ ਹੈ, ਉਹਦੇ ਅੰਦਰ ਤੇ ਕਾਬੁਲ ਵੀ ਦਿਖਾ ਦਿੰਦੇ ਨੇ, ਇਹ ਸਭ ਬਕਵਾਸ ਦੀ ਗੱਲਾਂ ਨੇ। ਸਿਰਫ ਆਂਦਾ ਹੈ ਦਰਨ ਲਾਈਨ ਤੱਕ ਇੰਪਾਇਰ ਜਾਂਦਾ ਹੈ। पेशावर ਦੇ ਅੰਦਰ 1834 ਦੇ ਅੰਦਰ ਬਿਕੋਜ਼ ਜਦੋਂ ਸ਼੍ਰੀਨਗਰ ਦੇ ਅੰਦਰ ਫਤਿਹ ਹੋ ਜਾਂਦੀ ਹੈ ਤਾਂ ਮੇਨ ਥਿੰਗ ਹੈ ਕਿ ਤੁਸੀਂ ਮੈਪ ਨੂੰ ਦੇਖੋ, ਜਿਹੜੀ ਵੀ ਫੋਰਸਸ ਆਂਦੀ ਸੀਗੀਆਂ ਆਪਣੇ ਖਾਈਬਰ ਪਾਸ ਤੋਂ, ਉਹ ਪਹਿਲਾਂ ਆ ਕੇ पेशावर ਦੇ ਉੱਤੇ ਫਤਿਹ ਕਰਦੀਆਂ ਸੀਗੀਆਂ। ਮੈਂ ਅਫਗਾਨਿਸਤਾਨ ਤੋਂ ਗੱਲ ਕਰ ਰਿਹਾ। ਫਿਰ ਇੰਡੀਆ ਵੱਲ ਵਧਣ ਵਾਸਤੇ ਕੀ ਹੁੰਦਾ ਸੀਗਾ, ਉਹ ਪਹਿਲੇ ਇੰਡਸ ਦਰਿਆ ਨੂੰ ਕ੍ਰਾਸ ਕਰਦੇ ਸਨ, ਫਿਰ ਨੈਕਸਟ ਜੇਹਲਮ ਦਰਿਆ ਨੂੰ ਕ੍ਰਾਸ ਕਰਦੇ ਸਨ। ਜਦੋਂ ਇਹ ਦੋ ਦਰਿਆ ਅਗਰ ਫੌਜ ਨੇ ਕ੍ਰਾਸ ਕਰ ਲੀਆਂ, ਉਸ ਤੋਂ ਬਾਅਦ ਕੋਈ ਦਰਿਆ ਨਹੀਂ ਵਿਚਕਾਰ ਆਂਦਾ ਸੀਗਾ, ਸਿੱਧਾ ਤੁਹਾਨੂੰ ਰੂਟ ਮਿਲਦਾ ਸੀਗਾ ਸ਼੍ਰੀਨਗਰ ਜਾਣ ਵਾਸਤੇ। ਇਸ ਕਰਕੇ from a long time Srinagar was a part of Afghanistan because ਬਹੁਤ ਆਸਾਨ ਸੀਗਾ, ਦੋ ਦਰਿਆ ਕ੍ਰਾਸ ਕਰਨੇ ਹੁੰਦੇ ਸੀਗੇ। ਤੇ पेशावर ਤੋਂ ਅਗਰ ਇੰਡੀਆ ਦਿੱਲੀ ਤੱਕ ਜਾਣਾ ਹੈ ਤੇ ਤੁਹਾਨੂੰ ਲਾਹੌਰ ਹੋ ਕੇ ਜਾਣਾ ਪਏਗਾ ਤੇ ਉਸੇ ਵਾਸਤੇ ਥੋੜਾ ਮੁਸ਼ਕਿਲਾਤ ਆਂਦੀ ਸੀਗੀ। ਕੀ ਮੁਸ਼ਕਿਲਾਤ ਹੁੰਦੀ ਸੀਗੀ, ਪਹਿਲੇ ਤੁਸੀਂ पेशावर ਤੋਂ ਅਟਕ ਦਾ ਦਰਿਆ ਕ੍ਰਾਸ ਕਰੋਗੇ, ਤੁਸੀਂ ਅਟਕ ਤੱਕ ਪਹੁੰਚ ਜਾਓਗੇ। ਹੁਣ ਅਟਕ ਤੋਂ ਫਿਰ ਤੁਸੀਂ ਜੇਹਲਮ, ਚੇਨਾਬ, ਰਾਵੀ, ਸਤਲਜ ਕ੍ਰਾਸ ਕਰਦੇ ਹੋਏ ਫਿਰ ਤੁਸੀਂ ਪਹੁੰਚੋਗੇ ਪੰਜ ਦਰਿਆ ਕ੍ਰਾਸ ਕਰੋਗੇ। ਬਿਆਸ ਤੇ ਖੈਰ ਉੱਪਰ ਚਲਾ ਜਾਂਦਾ ਹੈ, ਪੰਜ ਦਰਿਆ ਕ੍ਰਾਸ ਕਰਦੇ ਹੋਏ ਤੁਸੀਂ ਪਹੁੰਚੋਗੇ। ਫਿਰ ਉਸ ਤੋਂ ਬਾਅਦ ਕਲੀਨ ਇਲਾਕਾ ਔਰ ਤਾਂ ਜਾ ਕੇ ਤੁਹਾਨੂੰ ਮਿਲੇਗਾ ਈਸਟ ਪੰਜਾਬ, ਔਰ ਉਸ ਤੋਂ ਬਾਅਦ ਫਿਰ ਜਿਹੜਾ ਤੁਹਾਨੂੰ ਦਿੱਲੀ ਤੱਕ ਤੁਸੀਂ ਪਹੁੰਚ ਪਾਓਗੇ। ਤੇ ਇਹ ਇਲਾਕਾ ਬੜਾ ਕ੍ਰਿਟੀਕਲ ਹੁੰਦਾ ਸੀਗਾ ਕ੍ਰਾਸ ਕਰਨ, ਇਹ ਸਭ ਤੋਂ ਵੱਡਾ ਪੰਜਾਬ ਦਾ ਇਲਾਕਾ ਬੈਰੀਅਰ ਹੁੰਦਾ ਸੀਗਾ ਇਹਨਾਂ ਵਾਸਤੇ ਕ੍ਰਾਸ ਕਰਨ ਵਾਸਤੇ। ਤੇ ਦੋ ਰੂਟਸ ਬਣਦੇ ਸਨ ਔਰ ਮੈਂ ਇਹਨਾਂ ਨੂੰ ਤੁਹਾਨੂੰ ਅੱਗੇ ਸਲਾਈਡ ਤੇ ਦਿਖਾਵਾਂਗਾ। ਲੇਕਿਨ ਇਹਨਾਂ ਰੂਟਾਂ ਨੂੰ ਬਲੌਕ ਕਰਨ ਵਾਸਤੇ ਦੇਖੋ, ਪਹਿਲੇ ਰੂਟ ਨੂੰ ਜਿਹੜਾ ਪੰਜਾਬ ਦਿੱਲੀ ਤੱਕ ਜਾਣ ਵਾਸਤੇ ਰੂਟ ਨੂੰ 1813 ਦੇ ਅੰਦਰ ਬਲੌਕ ਕਰਤਾ ਗਿਆ ਕਿਉਂਕਿ ਅਟਕ ਦੇ ਅੰਦਰ ਜਾ ਕੇ ਇਹਨਾਂ ਨੇ ਆਪਣਾ ਕਿਲੇ ਦੇ ਉੱਤੇ ਫਤਿਹ ਕਰ ਲਿਆ ਤੇ ਜਿਹੜੀ ਖਾਲਸਾ ਦਰਬਾਰ, ਜਿਹੜੀ ਖਾਲਸਾ ਲਾਹੌਰ ਦਰਬਾਰ ਖਾਲਸਾ ਫੋਰਸਿਸ ਜਾ ਕੇ ਅਟਕ ਦੇ ਅੰਦਰ ਬੈਠ ਗਈਆਂ। ਹੁਣ ਉਸ ਤੋਂ ਬਾਅਦ 27 ਕਿਲੇ ਬਣਾਏ ਪੂਰੇ ਦਰਿਆ ਦੇ ਲਾਨ ਨਾਲ ਉਸ ਇਲਾਕੇ, ਸ਼ੇਰਗੜ੍ਹ, ਹਰੀਪੁਰ, ਹੋਰ ਮੈਂ ਜਿਹੜੇ ਨਾਂ ਦੱਸੇ ਨੇ ਕਿਲਿਆਂ ਦੇ ਅਲੱਗ, ਇਹ ਸਾਰੇ ਇਹ ਇਲਾਕੇ ਦੇ ਨਾਲ ਛੋਟੇ ਕਿਲੇ ਬਣੇ ਨੇ। ਇਹਦੇ ਨਾਲ ਕੀ ਹੋਇਆ ਕਿ ਸ਼੍ਰੀਨਗਰ ਜਾਣ ਦਾ ਵੀ ਰਸਤਾ ਰੁਕ ਗਿਆ ਕਿਉਂਕਿ ਹੁਣ ਅਲੱਗ-ਅਲੱਗ ਜਗ੍ਹਾ ਤੇ ਚੈੱਕ ਪੁਆਇੰਟਸ ਬਣ ਗਏ ਤੇ ਉਸ ਤੋਂ ਬਾਅਦ ਜਾ ਕੇ ਲਾਹੌਰ ਦਰਬਾਰ ਸਟਰੈਂਥਨ ਹੋਣਾ ਸ਼ੁਰੂ ਹੋਇਆ। ਲੇਕਿਨ ਦੂਜੇ ਪਾਸੋਂ ਬ੍ਰਿਟਿਸ਼ ਆਲਰੇਡੀ ਈਸਟ ਪੰਜਾਬ ਦੇ ਅੰਦਰ ਆ ਗਏ ਸਨ। ਉਹ ਆਪਣਾ ਜਿਹੜਾ ਇਲਾਕਾ ਫਿਰੋਜ਼ਪੁਰ, ਆਪਣਾ ਨਾਭਾ, ਪਟਿਆਲਾ, ਇਹ ਸਭ ਤੋਂ ਬ੍ਰਿਟਿਸ਼ ਨਾਲ ਸੀ। ਬ੍ਰਿਟਿਸ਼ ਫੋਰਸਸ ਤੇ ਆਲਰੇਡੀ ਬੈਠੀਆਂ ਸੀਗੀਆਂ, ਉਹ ਸਿਰਫ ਵੇਟ ਕਰ ਰਹੀ ਸੀ ਕਿ ਰਣਜੀਤ ਸਿੰਘ ਮਰੇ ਤੇ ਸਤਲਜ ਨੂੰ ਕ੍ਰਾਸ ਕਰੀਏ, ਅਸੀਂ ਫੁੱਟ ਪਾਈਏ ਤੇ ਅਸੀਂ ਲਾਹੌਰ ਦੇ ਅੰਦਰ ਵੜ ਜਾਈਏ। ਤੇ ਉਹ ਉਸ ਪਾਸੋਂ ਫੋਰਸਸ ਵਧਣ ਲੱਗੀ, ਜਦੋਂ ਕਿ ਲਾਹੌਰ ਦਰਬਾਰ ਦਾ ਪੂਰਾ ਅਟੈਂਸ਼ਨ ਵੈਸਟ ਵੱਲ ਵਧਾਉਣ ਦਾ ਸੀਗਾ।
ਸਾਡਾ ਦੀਮਕ ਈਸਟ ਵਾਲੇ ਪਾਸੋਂ ਲੱਗ ਰਿਹਾ ਸੀਗਾ, ਰਾਈਟ। ਤੇ ਅਸੀਂ ਦੇਖੀਏ ਹੁਣ ਪਸ਼ਾਵਰ ਦੇ ਅੰਦਰ ਤੇ ਇਹ ਬਾਲਾ ਹਿਸਾਰ ਦਾ ਕਿਲਾ ਹੈ, ਇਹ ਮੇਨ ਕਿਲਾ ਹੈਗਾ, ਇਹ ਮੁਗਲ ਦੌਰ ਦਾ ਬਣਿਆ ਹੋਇਆ ਕਿਲਾ ਹੈ। ਲੇਕਿਨ ਇਸ ਦੇ ਅੰਦਰ ਦੇਖੋ ਇਸ ਦੇ ਉੱਤੇ ਫਤਿਹ ਹੋਈ ਸੀਗੀ, ਇਸ ਕਿਲੇ ਉੱਤੇ ਬੜਾ ਵੱਡਾ ਕਿਲਾ ਹੈ ਤੇ ਲੇਕਿਨ ਇਸ ਦੇ ਕਾਫੀ ਇਲਾਕਾ ਜਿਹੜਾ ਹੈ, ਕਾਫੀ ਏਰੀਆ ਜਿਹੜਾ ਹੈ ਇਸ ਫੋਰਟ ਦਾ, ਇਸ ਨੂੰ ਰਿਪੇਅਰ ਕੀਤਾ ਗਿਆ, ਰਾਈਟ। ਇਹ ਹਾਲਾਂਕਿ ਪਾਕਿਸਤਾਨ ਦੇ ਅੰਦਰ ਕਾਫੀ ਫੈਲਾਈ ਹੋਈ ਗੱਲਾਂ ਨੇ ਕਿ ਰਣਜੀਤ ਸਿੰਘ ਨੇ ਉਹ ਦਿਖਾਉਂਦੇ ਨੇ, ਨੈਗੇਟਿਵ ਦਿਖਾਉਣ ਦਾ ਉਹ ਹੁੰਦਾ ਹੈ ਕਿ ਪੂਰਾ ਕਿਲਾ ਪਸ਼ਾਵਰ ਦੇ ਅੰਦਰ ਡਿਸਟਰੋਏ ਕਰਤਾ, ਇਹ ਕਰਤਾ ਉਹ ਕਰਤਾ। ਲੇਕਿਨ ਇਹ ਕਿਲਾ ਮੁਗਲ ਦੌਰ ਦਾ ਬਣਿਆ ਸੀਗਾ। ਇਸ ਦੇ ਬਾਰੇ ਚ ਕਾਫੀ ਬ੍ਰਿਟਿਸ਼ ਆਥਰਸ ਨੇ ਵੀ ਲਿਖਿਆ ਹੈ ਕਿ ਇਟ ਵਾਜ਼ ਇਨ ਡੰਪਸ, ਇਟ ਵਾਜ਼ ਅ ਗਾਰਬੇਜ ਡੰਪ, ਕੂੜਾ ਕਰਕਟ ਦਾ ਏਰੀਆ ਹੋ ਗਿਆ ਸੀਗਾ ਇਹ। ਲੇਕਿਨ ਇਸ ਨੂੰ ਜਦੋਂ ਹਰੀ ਸਿੰਘ ਨਲਵਾ ਪਹੁੰਚੇ ਨੇ ਉੱਥੇ, ਰਣਜੀਤ ਸਿੰਘ ਦਾ ਲਾਹੌਰ ਦਰਬਾਰ ਤੇ ਪਹੁੰਚਿਆ ਤੇ ਇਸ ਦੇ ਅੰਦਰ ਕਾਫੀ ਅੰਦਰ ਕੰਸਟਰਕਸ਼ਨਸ ਹੋਈਆਂ ਨੇ ਤੇ ਉਹਦੇ ਅੰਦਰ ਉਹ ਮੈਂ ਦੇਖੀਆਂ ਨੇ, ਮੈਂ ਆਪਣੀ ਇੱਕ ਕਿਤਾਬ ਦੇ ਅੰਦਰ ਵੀ ਦਿਖਾਏ ਨੇ, ਸਿਰਕ ਆਰਕੀਟੈਕਚਰ ਦੀ ਜਿਹੜੀ ਪਿਲਰਸ ਨੇ ਉਹ ਬਣਾਏ ਗਏ ਨੇ ਇਸ ਦੇ ਅੰਦਰ। ਉਸ ਤੋਂ ਪਤਾ ਲੱਗਦਾ ਕਿ ਇਹ ਇਸ ਦਾ ਆਰਕੀਟੈਕਚਰ ਮੁਗਲ ਦੌਰ ਦੇ ਆਰਕੀਟੈਕਚਰ ਤੋਂ ਬਹੁਤ ਫਰਕ ਹੈਗਾ। ਅੰਦਰ ਇੱਕ ਇਨਸਕ੍ਰਿਪਸ਼ਨ ਵੀ ਲਿਖਿਆ ਹੋਇਆ ਹੈ ਜੋ ਉਰਦੂ ਵਿੱਚ ਵੀ ਹੈ ਔਰ ਬ੍ਰਿਟਿਸ਼ ਨੇ ਇਸ ਨੂੰ ਇੰਗਲਿਸ਼ ਵਿੱਚ ਕੀਤਾ ਸੀਗਾ, ਟ੍ਰਾਂਸਲੇਸ਼ਨ ਕਰਕੇ ਨਵੀਂ ਇਨਸਕ੍ਰਿਪਸ਼ਨ ਲਗਾਈ ਸੀਗੀ, ਜਿਸ ਦਾ ਲਿਖਿਆ ਹੋਇਆ ਹੈ the inscription on the arch gate pertains to the Sikh dynasty. The Sikhs invaded Peshawar, rebuilt the fort and named it ਸਮੀਰਗੜ੍ਹ ਲਿਖਿਆ ਹੈ ਇਸ ਨੂੰ। ਲੇਕਿਨ ਜਿਹੜਾ ਤਾਰੀਖ ਵਿੱਚ ਆਂਦਾ ਹੈ ਸੁਮੇਰਗੜ੍ਹ, ਸੁਮੇਰ ਐਕਚੁਅਲੀ ਹੈਗਾ ਕੈਲਾਸ਼ ਪਰਬਤ ਦਾ ਨਾਂ, ਸੁਮੇਰ ਪਰਬਤ, ਜਿਹਦਾ ਗੁਰੂ ਨਾਨਕ ਦੀ ਉਦਾਸੀਆਂ ਵਿੱਚ ਵੀ ਸੁਮੇਰ ਦਾ ਜ਼ਿਕਰ ਆਂਦਾ ਹੈ। ਲੇਕਿਨ ਇਹ ਬ੍ਰਿਟਿਸ਼ ਨੇ ਮੇਰੇ ਹਿਸਾਬ ਨਾਲ ਗੜਬੜੀ ਕਰਤੀ ਹੈ, ਸਮੀਰਗੜ੍ਹ ਨਹੀਂ ਸੀਗਾ, ਸੁਮੇਰਗੜ੍ਹ, ਮੇਰੂ ਪਰਬਤ, ਸੁਮੇਰ ਪਰਬਤ। The inscription reads as follows: victory to the Purakh, Akal Purakh, through the grace of Shri Akal, under the liberal government of Maharaja Ranjit Singh Bahadur over the region of Peshawar in the year 1891 Vikram Samvat 1834 AD. This was built by Raja Bikramjit and was named Sameergarh basically. ਤੇ ਇਹ ਜਿਹੜਾ ਇਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਹੈ ਉਹ ਉਰਦੂ ਲੈਂਗੁਏਜ ਜੋ ਲਿਖਿਆ ਸੀਗਾ ਫਾਰਸੀ ਦੇ ਅੰਦਰ, ਉਸ ਚੋਂ ਟ੍ਰਾਂਸਲੇਟ ਕੀਤੀ ਇਹਨਾਂ ਨੇ। ਇਸ ਤੋਂ ਅਗਰ ਅਸੀਂ ਅੱਗੇ ਚੱਲੀਏ ਹੁਣ ਖਾਈਬਰ ਦਰਿਆ ਦੇ ਵੱਲ, ਇਹ ਹੈਗਾ ਜਮਰੋਦ ਦਾ ਕਿਲਾ। ਇਹਨੂੰ ਕਹਿੰਦੇ ਨੇ 54 ਡੇਜ਼ ਦੇ ਅੰਦਰ ਬਣਾਇਆ ਗਿਆ ਸੀਗਾ। ਇਹ ਹੁਣ ਮੈਂ ਪਹਿਲੀ ਕਿਤਾਬ ਕਰਨ ਦੇ ਵੱਲ ਜਦੋਂ ਗਿਆ ਸੀਗਾ ਤੇ ਮੈਨੂੰ ਅੰਦਰ ਜਾਣ ਦਾ ਮੌਕਾ ਨਹੀਂ ਮਿਲਿਆ ਸੀਗਾ ਲੋਸਟ ਹੈਰੀਟੇਜ ਦੇ ਅੰਦਰ, ਬਿਕੋਜ਼ ਇਹ ਵੀ ਆਰਮੀ ਦੇ ਅੰਦਰ ਹੈ। ਲੇਕਿਨ ਸੈਕੰਡ ਕਿਤਾਬ ਦੇ ਅੰਦਰ ਕੋਈ ਸਬਬ ਬਣਿਆ, ਮੈਨੂੰ ਅੰਦਰ ਜਾਣ ਦਾ ਮੌਕਾ ਮਿਲਿਆ। ਮੈਂ ਉਸ ਦੇ ਟੌਪ ਫਲੋਰ ਦੇ ਉੱਤੇ ਜਾ ਕੇ ਮੈਂ ਖੜਾ ਹੋਇਆ, ਉੱਥੋਂ ਮੈਂ ਆਪਣੇ ਲੰਬੇ ਲੈਂਸ ਦੇ ਨਾਲ ਇਹ ਫੋਟੋ ਖਿੱਚੀ ਸੀਗੀ, ਜੋ ਰਾਈਟ ਹੈਂਡ ਸਾਈਡ ਤੇ ਤੁਸੀਂ ਦੇਖੋਗੇ। ਇਹ ਜਮਰੋਦ ਕਿਲੇ ਤੋਂ ਖਾਈਬਰ ਪਾਸ, ਖਾਈਬਰ ਦर्रे ਦਾ ਫੋਟੋ ਹੈ। ਹੁਣ ਖਾਈਬਰ ਦर्रे ਤੋਂ ਥੋੜਾ ਜਿਹਾ ਅੱਗੇ ਜਾ ਕੇ ਉੱਥੇ ਤੱਕ ਜਾ ਕੇ ਸਿੱਖ ਦਰਬਾਰ ਦੀ ਜਿਹੜੀ ਹੈ, ਕਿਉਂਕਿ ਇਸ ਦੇ ਅੱਗੇ ਜਾ ਕੇ ਜਿਹੜੇ ਛੋਟੇ ਮੈਂ ਇੱਕ ਦੋ ਹੋਰ ਕਿਲੇ ਆਉਂਦੇ ਸਨ। ਪਾਣੀ ਜਿਹੜਾ ਹੈ ਜਮਰੋਦ ਦੇ ਅੰਦਰ ਬਹੁਤ ਘੱਟ ਸੀਗਾ। ਇਹਦੇ ਅੰਦਰ ਇੱਕ ਕਿਲਾ, ਇਹਦੇ ਅੰਦਰ ਇੱਕ ਖੂਹ ਹੈਗਾ, ਉਹਦੇ ਅੰਦਰ ਮੈਂ ਖੁਦ ਇੱਕ ਅੱਜ ਵੀ ਜਦੋਂ ਮੈਂ ਗਿਆ ਸੀਗਾ ਮੈਂ ਇੱਕ ਪੱਥਰ ਸੁੱਟਿਆ ਸੀਗਾ, ਕਿਉਂਕਿ ਕਿਤਾਬਾਂ 'ਚ ਲਿਖਿਆ ਕਿ ਪਾਣੀ ਦੀ ਬੜੀ ਕਿੱਲਤ ਸੀਗੀ ਇੱਥੇ। ਮੈਂ ਪਾਣੀ ਦੇ ਅੰਦਰ ਇੱਕ ਪੱਥਰ ਸੁੱਟਿਆ, ਮੈਨੂੰ ਯਾਦ ਨਹੀਂ ਕਿਤਨੇ ਸੈਕਿੰਡ, ਬਟ ਇਟ ਟੁਕ quite a few seconds for the sound to come back to me. ਮਤਲਬ ਇਤਨਾ ਡੀਪ ਸੀਗਾ, ਪਾਣੀ ਨਜ਼ਰ ਨਹੀਂ ਆ ਰਿਹਾ ਸੀਗਾ, ਪਾਣੀ ਦੀ ਬੜੀ ਕਿੱਲਤ ਸੀਗੀ ਇੱਥੇ। ਤੇ ਅਲੀ ਮਸਜਿਦ ਦਾ ਕਿਲਾ ਹੁੰਦਾ ਸੀਗਾ ਇਸ ਤੋਂ ਅੱਗੇ, ਖਾਈਬਰ ਪਾਸ ਤੋਂ ਅੱਗੇ। ਪਾਣੀ ਜਿਹੜੇ ਉੱਥੇ ਦੀ ਟ੍ਰਾਈਬ ਸੀਗੀਆਂ ਉਹਨਾਂ ਨਾਲ ਕੰਟਰੈਕਟ ਹੋ ਕੇ ਪਾਣੀ ਉੱਥੋਂ ਆਉਂਦਾ ਸੀਗਾ ਫੌਜਾਂ ਵਾਸਤੇ ਇਸ ਕਿਲੇ ਦੇ ਅੰਦਰ। ਤੇ ਐਡਮਿਨਿਸਟ੍ਰੇਸ਼ਨ ਦੀ ਬੜੀ ਕਾਬਲੀਅਤ ਸੀਗੀ ਉਸ ਟਾਈਮ ਦੇ ਅੰਦਰ। ਹੁਣ ਦੂਜਾ ਕੋਈ ਕਹੇ ਕਿ ਭਾਈ ਦੇਖੋ ਅਗਰ ਪਾਣੀ ਜਿਹੜੇ ਉੱਥੇ ਦੇ ਬੰਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਅਫਗਾਨੀ ਮੁਸਲਮਾਨ ਜਿਹੜੇ ਸੀਗੇ ਉਹੀ ਪਾਣੀ ਸਪਲਾਈ ਕਰਦੇ ਸਨ। ਤੁਸੀਂ ਅਗਰ ਇਸ ਨੂੰ ਅਸੀਂ ਦੇਖੋ, ਬੇਸ਼ੱਕ ਇੱਕ ਇੰਪਾਇਰ ਫੈਲ ਰਿਹਾ ਸੀਗਾ, ਲੇਕਿਨ ਉਹ ਨਾਲ ਦੇ ਨਾਲ ਆਵਾਮ ਦੇ ਨਾਲ ਚੱਲ ਰਹੇ ਸਨ। ਤੇ ਅੱਜ ਕੱਲ੍ਹ ਦੀ ਜਿਹੜੀ ਨੈਰੇਟਿਵਸ ਮੈਂ ਕਦੀ ਦੇਖਣਾ ਕੜੀ ਹੇਟ ਬੇਸਡ ਨੈਰੇਟਿਵਸ ਹੁੰਦੀਆਂ ਨੇ, ਲੇਕਿਨ ਆਵਾਮ ਦੇ ਨਾਲ ਚੱਲ ਰਹੀ ਸੀਗੀ ਇਹ ਚੀਜ਼, ਰਾਈਟ। ਤੇ ਖੈਰ ਆਵਾਮ ਨੂੰ ਤੇ ਹੁੰਦਾ ਹੈ ਕਿ ਉਹਨਾਂ ਨੂੰ ਇਕਨੋਮਿਕ ਬੈਨੀਫਿਟ ਚਾਹੀਦਾ ਹੁੰਦਾ, ਅਗਰ ਕੋਈ ਪਾਣੀ ਵਾਸਤੇ ਪੈਸੇ ਦੇ ਰਿਹਾ ਤੇ ਉਹ ਪਾਣੀ ਪਹੁੰਚਾਉਣਗੇ। ਲੇਕਿਨ ਇਸ ਤੇ ਖਾਈਬਰ ਪਾਸ ਦਾ ਤੁਸੀਂ ਇਹ ਵਿਊ ਦੇਖੋਗੇ, ਇਹ ਮੇਰੇ ਵਾਸਤੇ ਇੱਕ ਮੇਰੇ ਲੌਸਟ ਹੈਰੀਟੇਜ ਕਿਤਾਬ ਕਰਨ ਦੇ ਅੰਦਰ ਜਿਹੜੀ ਮੇਰੀ ਦਿਲ ਦੀ ਤਮੰਨਾ ਸੀ, ਮੈਂ ਖਾਈਬਰ ਪਾਸ ਨੂੰ ਦੇਖਣਾ ਚਾਹੁੰਦਾ ਸੀਗਾ ਦੂਰੋਂ, ਔਰ ਮੈਨੂੰ ਇਸ ਕਿਲੇ ਦੇ ਉੱਤੇ ਖੜੇ ਹੋ ਕੇ ਫੋਟੋ ਖਿੱਚਣ ਦਾ ਮੌਕਾ ਜਿਹੜਾ ਮਿਲਿਆ ਹੈ ਖਾਈਬਰ ਪਾਸ ਦਾ, ਇਹ ਮੈਨੂੰ ਮਹਿਸੂਸ ਹੁੰਦਾ ਸੀਗਾ ਕਿ ਮੈਂ ਆਪਣਾ ਮੁਕਾਮ ਤੱਕ ਪਹੁੰਚ ਗਿਆ, ਰਾਈਟ। ਮੈਂ ਫਿਰ ਇਸ ਤੋਂ ਅੱਗੇ ਵੀ ਗਿਆ ਸੀਗਾ, ਬਿਕੋਜ਼ ਆਈ ਹੈਵ ਕ੍ਰਾਸਡ ਅਫਗਾਨਿਸਤਾਨ ਫਰਮ ਦਿਸ ਸਾਈਡ, ਪਰ ਇਹ ਖਾਈਬਰ ਪਾਸ ਦਾ ਇਲਾਕਾ ਹੈ। ਤੇ ਇਸ ਤੋਂ ਤੁਸੀਂ ਦੇਖ ਲਓ ਕਿੰਨਾ ਸਟ੍ਰੈਟੇਜਿਕ ਕਿਲਾ ਸੀਗਾ, 54 ਡੇਜ਼ ਬਣਿਆ ਹੈ। ਔਰ ਇਸ ਕਿਲੇ ਦੇ ਅੰਦਰ ਹਰੀ ਸਿੰਘ ਨਲਵਾ ਦੀ ਡੈਥ ਹੁੰਦੀ ਹੈ, ਔਰ ਇਸ ਦੇ ਅੰਦਰ ਉਹ ਕਮਰੇ ਦੇ ਇੱਕ ਪਲੇਟ ਵੀ ਲੱਗੀ ਹੋਈ ਹੈ। ਮੈਂ ਆਪਣੀ ਸੈਕੰਡ ਕਿਤਾਬ ਦੇ ਅੰਦਰ ਦਿਖਾਇਆ ਵੀ ਹੈ ਕਿ ਉਸ ਪਲੇਟ ਦੇ ਅੰਦਰ ਲਿਖਿਆ ਹੋਇਆ ਹੈ ਕਿ ਹਰੀ ਸਿੰਘ ਨਲਵਾ ਦੀ ਡੈਡ ਬੋਡੀ ਨੂੰ ਇਸ ਕਮਰੇ ਦੇ ਅੰਦਰ ਰੱਖਿਆ ਗਿਆ ਸੀਗਾ ਆਫਟਰ ਹੀ ਡਾਈਡ। ਉਹ ਪਲੇਟ ਅਜੇ ਵੀ ਲੱਗੀ ਹੋਈ ਹੈ ਉੱਥੇ। ਅੱਛਾ, ਨਾਓ ਇਹ ਮੈਂ ਇੰਟਰਸਟਿੰਗਲੀ ਇੱਕ ਐਜ਼ ਅ ਸਟ੍ਰੈਟਜੀ ਦਿਖਾਣਾ ਚਾਹਨਾ ਕਿ ਫਿਰ ਹੋਇਆ ਕੀ ਜਦੋਂ ਖਾਈਬਰ ਪਾਸ ਨੂੰ ਪਲੱਗ ਕਰ ਦਿੱਤਾ ਗਿਆ, ਖਾਈਬਰ ਪਾਸ ਤੱਕ ਜਮਰੋਦ ਤੱਕ ਜਾ ਕੇ ਫੋਰਟ ਬਣ ਗਿਆ।
ਉਸ ਤੋਂ ਬਾਅਦ ਉਹ ਫੋਰਸਿਸ ਅੱਗੇ ਗਈਆਂ ਨੇ ਖਾਈਬਰ ਪਾਸ ਤੋਂ ਮਿਚਨੀ ਵਿੱਚ ਜਾ ਕੇ ਲੈਫਟ ਵਾਲੇ ਪਾਸੇ ਤੁਸੀਂ ਦੇਖੋ ਖਾਈਬਰ ਪਾਸ ਕ੍ਰਾਸ ਕਰਕੇ ਇੱਕਦਮ ਅਫਗਾਨਿਸਤਾਨ ਬਾਰਡਰ ਦੇ ਉੱਤੇ ਥੱਲੇ ਤੁਸੀਂ ਦੇਖੋ ਢਲਾਨ ਆਂਦੀ ਹੈ, ਮਿਚਨੀ ਦਾ ਕਿਲਾ ਬਣਿਆ। ਹੁਣ ਇਹ ਜਦੋਂ ਹੋ ਗਿਆ ਤੇ ਇਸ ਦੇ ਨਾਲ ਮੈਂ ਇਸ ਨੂੰ ਐਜ਼ ਅ ਅਕੈਡਮਿਕ ਪੁਆਇੰਟ ਆਫ ਦ ਹਸਾਲ ਮੈਨੂੰ ਸਟੱਡੀ ਕੀਤਾ ਹੈ ਤੇ ਮੈਨੂੰ ਜੋ ਚੀਜ਼ ਨਜ਼ਰ ਆਈ ਕਿ ਜੋ ਵੀ 1799 ਤੋਂ ਲੈ ਕੇ 1834 ਤੱਕ ਜੋ ਸਟ੍ਰੈਟਜੀ ਬਣੀ ਜਿਹਦੇ ਨਾਲ ਹਿੰਦ ਨੂੰ ਇੱਕ ਸਾਹ ਲੈਣ ਦਾ ਮੌਕਾ ਮਿਲਿਆ, ਉਹ ਇਹ ਸੀਗਾ ਕਿ ਦੋ ਲਾਈਨਸ ਆਫ डिफेंस ਬਣੀਆਂ, ਫਰਸਟ ਲਾਈਨ ਆਫ डिफेंस ਔਰ ਸੈਕੰਡ ਲਾਈਨ ਆਫ डिफेंस। फर्स्ट लाइन ऑफ डिफेंस ਇਹ ਇਲਾਕਾ ਮੈਂ ਦਿਖਾ ਰਿਹਾ ਜਿਹਦੇ ਅੰਦਰ ਅਫਗਾਨਿਸਤਾਨ ਬਾਰਡਰ ਤੋਂ ਲੈ ਕੇ ਪਿਸ਼ਾਵਰ ਔਰ ਇੰਡਸ ਦਰਿਆ ਦੇ ਲਾਗੇ ਤੱਕ ਨੌਸ਼ੇਰਾ ਤੱਕ ਇੱਕ ਫਰਸਟ ਲਾਈਨ ਆਫ डिफेंस ਜਿਹਦੇ ਅੰਦਰ ਛੋਟੇ ਕਿਲੇ ਬਣੇ, ਸ਼ਬਕਦਰ ਦਾ, ਮਿਚਨੀ ਦਾ, ਜਮਰੋਦ ਦਾ, ਬੁਰਜੇ ਹਰੀ ਸਿੰਘ ਪਿਸ਼ਾਵਰ ਦੇ ਨੇੜੇ ਹੈ। ਪਿਸ਼ਾਵਰ ਦਾ ਕਿਲੇ ਦੇ ਅੰਦਰ ਇਹ ਬੜੇ 12 ਦਾ ਕਿਲਾ ਬਣਿਆ। ਇਹਦੇ ਨਾਲ ਕੀ ਹੋਇਆ ਕਿ ਇਹਨਾਂ ਨੇ ਖਾਈਬਰ ਪਾਸ ਦੇ ਉੱਤੇ हेलो ਹਾਂਜੀ ਜਰਾ ਮਿਊਟ ਕਰ ਦੇਣਾ ਪਲੀਜ਼। ਤੇ ਇਹ ਪਹਿਲਾ ਕਿਲਾ, ਇਹ ਪਹਿਲਾ ਫਰਸਟ ਲਾਈਨ ਆਫ डिफेंस ਬਣਿਆ। ਇਹਦੇ ਨਾਲ ਕੀ ਹੋਇਆ ਕਿ ਇੱਕ ਕਨਸੈਂਟਰੇਟਡ ਲਾਈਨ ਸੀਗੀ, ਇਹਦੇ ਨਾਲ ਖਾਈਬਰ ਪਾਸ ਨੂੰ ਬਲੌਕ ਕਰਤਾ ਗਿਆ। ਹੁਣ ਉਸ ਤੋਂ ਬਾਅਦ ਜਿਹੜੇ ਫੋਰਸਿਸ ਅੰਦਰ ਵੜ ਗਈਆਂ, ਅਗਰ ਮੰਨ ਲਓ ਉਹਨਾਂ ਨੇ ਅਗਰ ਸ਼੍ਰੀਨਗਰ ਵੱਲ ਜਾਣਾ ਹੈ ਜਾਂ ਲਾਹੌਰ ਵੱਲ ਜਾਣਾ ਹੈ ਤੇ ਪਹਿਲੇ ਉਹਨਾਂ ਨੇ ਇੰਡਸ ਦਾ ਦਰਿਆ ਕ੍ਰਾਸ ਕਰਨਾ ਹੈ। ਤੇ ਸੈਕੰਡ ਲਾਈਨ ਆਫ डिफेंस ਇੰਡਸ ਦਰਿਆ ਦੇ ਲਾਗੇ ਵੈਸਟ ਐਂਡ ਈਸਟ ਵੱਲ ਬਣਿਆ ਹੈ। ਉਹਦੇ ਅੰਦਰ ਕਿੰਨੇ ਸਾਰੇ ਕਿਲੇ ਬਣੇ ਨੇ, ਸ਼ੇਰਗੜ੍ਹ, ਦਾਰਬੰਡ, ਮਨਸੇਰਾ, ਤਰਬੇਲਾ, ਸ਼੍ਰੀਕੋਟ, ਹਰੀਪੁਰ, ਗੰਧਗੜ੍ਹ, ਅਟਕ ਦੇ ਅੰਦਰ ਤੇ ਜਿਹੜਾ ਵੱਡਾ ਕਿਲਾ ਸੀਗਾ ਜਿਹਦੇ ਅੰਦਰ ਬੜੇ ਨੇ ਅਕਬਰ ਦੇ ਟਾਈਮ ਦਾ ਬਣਿਆ, ਖੈਰਾਬਾਦ, ਅਕੋਰਾ, ਜਹਾਂਗੀਰਾ, ਨੌਸ਼ੇਰਾ। more than 80% of the forts don't exist now, ਪਰ ਜੋ ਵੱਡੇ ਵਾਲੇ ਫੋਰਟ ਹੈ ਉਹਨਾਂ ਨੂੰ ਮੈਂ ਤੁਹਾਨੂੰ ਦਿਖਾ ਦਿੱਤਾ ਹੈ, ਕੁਝ ਚੀਜ਼ਾਂ ਦਿਖਾਤੀਆਂ ਨੇ। ਅੱਗੇ ਅਸੀਂ ਚਲੀਏ, I'm bringing this to an end with the next 1 or 2 slides. ਉਸ ਤੋਂ ਬਾਅਦ ਲਾਹੌਰ ਦਰਬਾਰ ਦਾ ਨਾਰਥਵਰਡ ਐਕਸਪੈਂਸ਼ਨ ਹੁੰਦਾ ਹੈ। ਜਦੋਂ 1819 ਦੇ ਅੰਦਰ ਅਗਰ ਜਦੋਂ ਕਸ਼ਮੀਰ ਫਤਿਹ ਕਰ ਲੈਂਦੇ ਨੇ, ਸ਼੍ਰੀਨਗਰ ਫਤਿਹ ਕਰ ਲੈਂਦੇ ਨੇ ਤੇ ਜੰਮੂ ਦੇ ਇਲਾਕੇ ਦੇ ਲਾਗੇ ਤੋਂ ਕਿਸ਼ਵਾਰ ਤੇ ਇਲਾਕੇ ਤੋਂ ਜ਼ੋਰਾਵਰ ਸਿੰਘ, ਜਿਹਨੂੰ ਅੱਜ ਕੱਲ ਨਾ ਕਾਫੀ ਕੁਝ ਇੰਟਰਸਟਿੰਗ ਹੈ ਕਿ ਜ਼ੋਰਾਵਰ ਸਿੰਘ ਨੂੰ ਜਿਹਨੇ ਲੇਹ ਲਦਾਖ ਤੇ ਫਤਿਹ ਕੀਤਾ ਔਰ ਆਪਣੇ ਗੁਲਾਬ ਸਿੰਘ ਦਾ ਉਹ ਸੋਲਜਰ ਸੀਗਾ। ਗੁਲਾਬ ਸਿੰਘ ਵੀ ਇੱਕ ਸੋਲਜਰ ਸੀਗਾ ਲੇਕਿਨ ਉਹ ਕਾਬਲ ਸੋਲਜਰ ਸੀਗਾ, ਉਸਨੂੰ ਫਿਰ ਉਠਾਇਆ ਗਿਆ, ਉਸਨੂੰ ਇੱਕ ਅਹੁਦਾ ਦਿੱਤਾ ਗਿਆ। ਉਸਦੇ ਗੁਲਾਬ ਸਿੰਘ ਦੀ ਜਿਹੜੀ ਡੋਗਰਾ ਫੋਰਸ ਦੇ ਅੰਦਰ ਇੱਕ ਆਪਣਾ ਜ਼ੋਰਾਵਰ ਸਿੰਘ ਇੱਕ ਹੋਰ ਸੋਲਜਰ ਸੀਗਾ। ਜ਼ੋਰਾਵਰ ਸਿੰਘ ਨੂੰ ਮੰਨਿਆ ਜਾਂਦਾ ਹੈ ਕਿ ਉਹ ਤਿੱਬਤ ਤੱਕ ਗਿਆ, ਲਾਈਕ ਲੇਹ ਦਾ ਉਸਨੇ ਲਦਾਖ ਦਾ ਇਲਾਕਾ ਫਤਿਹ ਕੀਤਾ। ਲੇਕਿਨ ਅੱਜ ਕੱਲ ਦੇ ਨੈਰੇਟਿਵ ਦੇ ਅੰਦਰ ਇਸ ਨੂੰ ਕਿਹਾ ਜਾਂਦਾ ਕਿ ਬਈ ਡੋਗਰਾ ਸੀਗਾ ਤੇ ਡੋਗਰੇ ਨੇ ਫਤਿਹ ਕੀਤਾ। ਮੈਂ ਕਹਿੰਦਾ ਤੁਸੀਂ ਡੋਗਰੇ ਸਿੱਖਾਂ ਦੇ ਅੰਦਰ ਹੀ ਲੜੀ ਜਾ ਰਹੇ ਹੋ। ਹਿਸਟਰੀ ਨੂੰ ਤੁਸੀਂ ਦੇਖੋ, ਕੋਈ ਡੋਗਰਾ, ਹਿੰਦੂ, ਸਿੱਖ ਵਗੈਰਾ ਇਹ ਮੁਸਲਮਾਨ ਨਹੀਂ ਸੀਗਾ। ਦਰਬਾਰ ਇੱਕ ਕੰਪੋਜ਼ਿਟ ਦਰਬਾਰ ਸੀਗਾ, ਹਿੰਦੂ, ਮੁਸਲਿਮ, ਸਿੱਖ ਇਕੱਠੇ ਲੜ ਰਹੇ ਸਨ। ਅਗਰ ਅਸੀਂ ਉਸ ਦਰਬਾਰ ਵਾਸਤੇ ਕੰਮ ਕਰ ਰਹੇ ਸਨ। ਅਸੀਂ ਅਗਰ ਕਿਸ਼ਤਵਾੜ ਤੋਂ ਦੇਖੀਏ, ਜਦੋਂ ਜ਼ੋਰਾਵਰ ਸਿੰਘ ਚੱਲਦਾ ਹੈ, ਅਗਰ ਤੁਸੀਂ ਜ਼ੋਰਾਵਰ ਸਿੰਘ ਦੀ ਹਿਸਟਰੀ ਪੜ੍ਹੋ ਤੇ 3 ਬਟਾਲੀਅਨਸ ਚਲਦੀਆਂ ਨੇ, ਰਾਈਟ। ਉਹਦੇ ਅੰਦਰ ਮੈਨੂੰ ਇੱਕ ਚੇਤੇ ਅਜੇ ਨਹੀਂ ਆ ਰਿਹਾ, ਇੱਕ ਆਪਣਾ ਬੰਸੀ ਲਾਲ ਕੀ, ਮੈਂ ਸੌਰੀ ਨਾਂ ਭੁੱਲ ਗਿਆ, ਜਿਹੜਾ ਤਿੱਬਤ ਤੱਕ ਜਾਂਦਾ ਹੈ। ਵਨ ਵਾਜ਼ ਅ ਹਿੰਦੂ ਜਿਹੜਾ ਕਮਾਂਡਰ ਸੀਗਾ, ਇੱਕ ਜ਼ੋਰਾਵਰ ਸਿੰਘ ਸੀਗਾ ਔਰ ਇੱਕ ਸੀਗਾ ਮੁਸਲਿਮ, ਉਹਦਾ ਵੀ ਨਾਮ ਹੈ ਜੇ ਚੇਤੇ ਨਹੀਂ ਆ ਰਿਹਾ, ਬਟ ਆਈ ਕੈਨ ਟੈਲ ਯੂ ਦ ਨੇਮਸ ਲੇਟਰ ਔਨ ਇਫ ਯੂ ਵਾਂਟ। ਬਟ 3 ਬਟਾਲੀਅਨਸ ਗਈਆਂ ਸੀਗੀਆਂ। ਇਟਸ ਅ ਵੈਰੀ ਇੰਟਰਸਟਿੰਗ ਰਿਪਰੈਜ਼ੈਂਟੇਸ਼ਨ। ਤੁਸੀਂ ਅੱਜ ਉਹ ਜ਼ੋਰਾਵਰ ਸਿੰਘ ਦੇ ਫੇਥ ਦੇ ਨਾਲ ਉਸਨੂੰ ਤੁਸੀਂ ਡਿਵਾਈਡ ਕਰੀ ਜਾ ਰਹੇ। ਸਿੱਖ, ਮੈਂ ਇੰਟਰਨੈਟ ਤੇ ਪੜ੍ਹਨਾ, ਕਾਫੀ ਫੇਸਬੁੱਕ ਦੇਖਣਾ, ਸਿੱਖ ਜਿਹੜੇ ਨੇ ਜ਼ੋਰਾਵਰ ਸਿੰਘ ਦੇ ਨਾਂ ਤੇ ਉਹਨੂੰ ਕਲੇਮ ਕਰ ਰਹੇ ਨੇ ਉਹ ਸਿੱਖ ਸੀਗਾ, ਡੋਗਰੇ ਕਹਿੰਦੇ ਨੇ ਉਹ ਡੋਗਰਾ ਸੀਗਾ, ਉਸੇ ਲੜੀ ਜਾ ਰਹੇ ਨੇ। ਬੇਸਿਕਲੀ ਉਹ EMPLOYE ਸੀਗਾ ਲਾਹੌਰ ਦਰਬਾਰ ਦਾ। ਲਾਹੌਰ ਦਰਬਾਰ ਦੇ ਰਿਕਾਰਡਸ ਦੇ ਅੰਦਰ ਤੁਸੀਂ ਅਗਰ ਰਣਜੀਤ ਸਿੰਘ ਦਾ ਉਮਦਤ ਤਾਰੀਖ ਪੜ੍ਹੋ ਤਾਂ ਤੁਹਾਨੂੰ ਉਸਦੇ ਬਾਰੇ ਪੂਰਾ ਜ਼ਿਕਰ ਆਉਂਦਾ। ਉਹ EMPLOYE ਸੀਗਾ, ਉਹਨੂੰ ਤਨਖਾਹ ਮਿਲਦੀ ਸੀਗੀ। ਜਿਹੜਾ ਮੈਂ ਅਮਰੀਕਨ ਐਕਸਪ੍ਰੈਸ ਦੇ ਅੰਦਰ ਕੰਮ ਕਰਦਾ ਸੀਗਾ ਇਤਨੇ ਸਾਲ, ਮੇਰੇ ਸਿੱਖ ਹੋਣ ਦੇ ਨਾਲ ਤੇ ਇਹ ਕੋਈ ਨਹੀਂ ਹੈ ਕਿ ਬਈ ਕਿ ਮੇਰੇ ਸਿੱਖ ਹੋਣ ਦੇ ਨਾਲ ਜਾਂ ਕ੍ਰਿਸਚੀਅਨ ਹੋਣ ਦੇ ਨਾਲ, ਹਿੰਦੂ ਹੋਣ ਦੇ ਨਾਲ ਅਮਰੀਕਨ ਐਕਸਪ੍ਰੈਸ ਦੀ ਕੁਝ ਫੇਥ ਰਿਲੇਟਡ ਕੁਝ ਚੀਜ਼ ਹੋ ਜਾਏਗੀ। ਅਸੀਂ EMPLOYE ਸੀਗੇ, ਮੇਰਾ ਫੇਥ ਹੈ। ਇਦਾਂ ਹੀ ਉਹ ਜਿਹੜਾ ਜ਼ੋਰਾਵਰ ਸਿੰਘ ਸੀਗਾ ਉਹਦਾ ਫੇਥ ਸੀਗਾ। ਉਹਦੇ ਨਾਲ ਸਾਨੂੰ ਇਹ ਡਿਵੀਜ਼ਨਸ ਤੋਂ ਹਟਣਾ ਚਾਹੀਦਾ ਹੈ। ਕਾਫੀ ਨੈਗੇਟਿਵ ਗੱਲਾਂ ਹੁੰਦੀਆਂ ਨੇ ਇਸ ਚੀਜ਼ ਬਾਰੇ, ਬਟ ਐਨੀ ਹਾਊ ਦ ਪੁਆਇੰਟ ਇਜ਼ ਜ਼ੋਰਾਵਰ ਸਿੰਘ ਨੇ ਐਕਸਪੀਡੀਸ਼ਨ ਲੀਡ ਕੀਤਾ। ਗੁਲਾਮ ਰਸੂਲ ਬੇਗ, ਬਾਏ ਦਾ ਵੇ, ਗੁਲਾਮ ਰਸੂਲ ਬੇਗ ਸੀਗਾ ਜਿਹੜਾ ਇੱਕ ਨਾਲ ਗਿਆ ਸੀਗਾ ਤਿੱਬਤ। ਇਹਦੀ ਜਿਹੜੀ ਉਹਦੀ ਪੂਰੀ ਹਿਸਟਰੀ ਗਾਇਬ ਹੋ ਗਈ ਹੈ, ਉਸ ਬਾਅਦ ਕੁਝ ਨਹੀਂ ਮਿਲਦਾ। ਤੇ ਕਿਸ਼ਤਵਾੜ ਤੋਂ ਲਦਾਖ ਵੱਲ 1834 ਵਿੱਚ ਗਏ ਨੇ। 1834 ਦੇ ਅੰਦਰ ਲੇਹ ਫਤਿਹ ਹੋਈ ਹੈ। ਹੁਣ ਤੁਸੀਂ ਐਮਪਾਇਰ ਦੀ ਐਂਡਿੰਗ ਡੇਟ ਯਾਦ ਰੱਖਣਾ, 1849 ਦੇ ਅੰਦਰ ਐਮਪਾਇਰ ਖਤਮ ਹੋ ਜਾਂਦਾ ਹੈ। 1834 ਦੇ ਅੰਦਰ ਹੀ ਅਸੀਂ ਪਿਸ਼ਾਵਰ ਤੱਕ ਪਹੁੰਚੇ, 1830s ਦੇ ਅੰਦਰ, ਰਾਈਟ।
पेशावर पहुंचे, उसी टाइम के अंदर नॉर्थवर्ड्स जोरावर सिंह जाता है, हरी सिंह नलवा पेशावर तक गया, जोरावर सिंह जाता है लेह के अंदर, लद्दाख ਨੂੰ फतेह करता है 1834 के अंदर। 1840 के अंदर हरी से अपना जोरावर सिंह जिहड़ा है लेह तो वैस्टवर्ड जाता है बल्टिस्तान, जिहड़ा आज पाकिस्तान के अंदर, स्कर्दू ਨੂੰ फतेह करता है। ਉਹ ਕੋਈ ਜ਼ਿਆਦਾ ਵੱਡੀ ਬੈਟਲ ਨਹੀਂ ਸੀਗੀ, ਉੱਥੇ ਦਾ ਜਿਹੜਾ ਰਾਜਾ ਸੀਗਾ ਉਹ ਇੱਕਦਮ ਛੱਡ ਕੇ ਨਿਕਲ ਜਾਂਦਾ ਹੈ ਤੇ ਉਹ ਫਤਿਹ ਹੁੰਦੀ ਹੈ। ਉਸ ਤੋਂ ਬਾਅਦ ਐਂਬੀਸ਼ਨ ਹੁੰਦਾ ਹੈ ਕਿ ਭਾਈ ਅਸੀਂ ਬ੍ਰਿਟਿਸ਼ ਇੰਡੀਆ ਜਿਹੜਾ ਹੈ, ਬ੍ਰਿਟਿਸ਼ ਇੰਡੀਆ ਜਿਹੜਾ ਹੈ ਸਾਡੇ ਵੱਲ ਵੜ ਰਿਹਾ ਹੈ, ਤੇ ਅਗਰ ਅਸੀਂ ਉੱਪਰੋਂ ਜਾ ਕੇ ਤਿੱਬਤ ਵੱਲੋਂ ਜਾ ਕੇ ਅਸੀਂ ਨੇਪਾਲ 'ਚ ਵੜ ਜਾਈਏ, ਕਿਉਂਕਿ ਨੇਪਾਲ ਇੱਕ ਇੰਡੀਪੈਂਡੈਂਟ ਕਿੰਗਡਮ ਸੀਗਾ, ਅਗਰ ਪੰਜਾਬ ਦਾ ਲਾਹੌਰ ਦਰਬਾਰ ਜਾ ਕੇ ਮਿਲ ਜਾਵੇ ਨੇਪਾਲ ਦੇ ਨਾਲ, ਔਰ ਨੇਪਾਲ ਤੁਸੀਂ ਬ੍ਰਿਟਿਸ਼ ਇੰਡੀਆ ਦੇ ਥਰੂ ਨਹੀਂ ਜਾ ਸਕਦੇ ਸੀਗੇ, ਅਗਰ ਅਸੀਂ ਤਿੱਬਤ ਵੱਲੋਂ ਜਾ ਕੇ ਨੇਪਾਲ ਦੇ ਨਾਲ ਮਿਲ ਜਾਈਏ ਤੇ ਦੋ ਐਮਪਾਇਰਸ ਚੈਕਰ ਕਰਕੇ ਬ੍ਰਿਟਿਸ਼ ਦੇ ਉੱਤੇ ਪ੍ਰੈਸ਼ਰ ਪਾ ਸਕਦੇ ਨੇ। ਇਹ ਉਹਨਾਂ ਦੀ ਸਟ੍ਰੈਟਜੀ ਸੀਗੀ, ਸ਼ਾਇਦ ਇਹ ਕਿਤੇ ਲਿਖਿਆ ਹੋਇਆ ਨਹੀਂ ਹੈ ਦੇਖ, ਪਰ ਉਹ ਇਹ 1841 ਦੇ ਅੰਦਰ ਤਿੱਬਤ ਦੀ ਐਕਸਪੀਡੀਸ਼ਨ ਸ਼ੁਰੂ ਹੁੰਦੀ ਹੈ, ਔਰ ਉਹ ਗਾਰਤੋਕ ਹੁੰਦੇ ਹੋਏ ਜੂਨ ਵਿੱਚ ਚੱਲਦੇ ਨੇ। 1849 ਰੂਡੌਕ ਗਾਰਤੋਕ ਤੱਕ ਪਹੁੰਚਦੇ ਨੇ। ਅਗਰ ਤੁਸੀਂ ਗੁਰੂ ਨਾਨਕ ਡਾਕੂਮੈਂਟਰੀ ਸੀਰੀਜ਼ ਦੇਖੋਗੇ ਤੇ ਐਪੀਸੋਡ 18 ਦੇ ਅੰਦਰ ਤੁਸੀਂ ਦੇਖੋਗੇ ਇਹ ਰੂਡੌਕ ਦਾ ਇਲਾਕਾ, ਸਾਪਰੰਗ ਦਾ ਇਲਾਕਾ, ਗੁਰੂ ਨਾਨਕ ਦਾ ਸਫ਼ਰ ਇੱਥੋਂ ਵੀ ਮਾਨ ਸਰੋਵਰ ਵੱਲ ਆਉਂਦਾ ਹੈ, ਅਸੀਂ ਉਸਨੂੰ ਵੀ ਡਾਕੂਮੈਂਟ ਕੀਤਾ ਉਸ ਦੇ ਅੰਦਰ। 1841 ਦੇ ਅੰਦਰ ਗਾਰਤੋਕ ਜਾਂਦੇ ਨੇ ਔਰ ਮਾਨ ਸਰੋਵਰ ਪਹੁੰਚ ਕੇ ਫਿਰ ਆ ਕੇ ਤਕਲਾ ਕੋਟ ਆਉਂਦਾ ਹੈ। ਜ਼ੋਰਾਵਰ ਸਿੰਘ ਦੀ ਫੋਰਸਿਸ ਆਪਣਾ ਬੰਸਰੀ, ਮੇਰੇ ਖਿਆਲ ਬੰਸਰੀ ਨਾਲ ਸੀਗਾ, ਔਰ ਗੁਲਾਮ ਰਸੂਲ ਬੇਗ, ਇਹ ਤਿੰਨੋਂ ਦੀ ਬਟਾਲੀਅਨ ਉੱਥੇ ਆ ਕੇ ਇਕੱਠੀ ਹੁੰਦੀਆਂ ਨੇ। ਲੇਕਿਨ ਤਾਂ ਤੱਕ ਜਿਹੜੇ ਤਿੱਬਤੀ ਸੀਗੇ, ਔਰ ਦਸੰਬਰ ਦਾ ਟਾਈਮ ਹੋ ਜਾਂਦਾ ਹੈ, ਸੈਪਟੈਂਬਰ ਤੋਂ ਬਾਅਦ ਇਹ ਅਕਤੂਬਰ ਦਾ ਟਾਈਮ ਵਿੰਟਰ ਸਟਾਰਟ ਹੋ ਜਾਂਦੀਆਂ ਨੇ, ਔਰ ਤਿੱਬਤੀ ਜਿਹੜੇ ਅਟੈਕ ਕਰਦੇ ਨੇ, ਔਰ ਇਸ ਜੰਗ ਤੇ ਕਾਫੀਆਂ ਹੁੰਦੀਆਂ ਨੇ ਉਸ ਤੋਂ ਪਹਿਲੇ, ਲੇਕਿਨ ਉਹ ਪੀਕ ਵਿੰਟਰ ਦੇ ਅੰਦਰ ਇਹ ਪੰਜਾਬ ਦੀ ਫੋਰਸਿਸ ਤਿੱਬਤੀ ਫੋਰਸਿਸ ਦੇ ਨਾਲ ਮੁਕਾਬਲਾ ਨਹੀਂ ਕਰ ਪਾਉਂਦੀਆਂ, ਔਰ ਜ਼ੋਰਾਵਰ ਸਿੰਘ ਨੂੰ ਦੀ ਜੰਗ ਦੇ ਅੰਦਰ ਡੈਥ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਸਾਰੀ ਜਿਹੜੀ ਸੈਨਾ ਹੈ ਤਿੱਤਰ ਬਿੱਤਰ ਹੋ ਜਾਂਦੀ ਹੈ। ਤੇ ਜਿਹੜਾ ਉਹ ਹਿੰਦੂ ਜਿਹੜਾ ਸੀਗਾ, ਜਿਹਦਾ ਮੈਂ ਨਾਮ ਚੇਤੇ ਨਹੀਂ ਆ ਰਿਹਾ, ਉਹ ਆਪਣਾ ਉੱਤਰਾਖੰਡ ਵਾਲੇ ਪਾਸੋਂ ਉਤਰ ਕੇ ਬ੍ਰਿਟਿਸ਼ ਇੰਡੀਆ ਐਂਟਰ ਕਰਕੇ, ਲੁਧਿਆਣੇ ਤੋਂ ਐਂਟਰ ਕਰਕੇ ਫਿਰ ਲਾਹੌਰ ਵਾਪਸ ਪਹੁੰਚਦਾ ਹੈ। ਗੁਲਾਮ ਰਸੂਲ ਬੇਗ ਦੀ ਪੂਰੀ ਹਿਸਟਰੀ ਗਾਇਬ ਹੋ ਜਾਂਦੀ ਹੈ, ਜ਼ੋਰਾਵਰ ਸਿੰਘ ਮਾਰਿਆ ਜਾਂਦਾ ਹੈ, ਤੇ ਇਹ ਐਂਬੀਸ਼ਨ ਸੀਗਾ ਜਿਹੜਾ ਤਿੱਬਤ ਵੱਲ ਦਾ, ਉਹ ਖਤਮ ਹੋ ਜਾਂਦਾ ਹੈ। ਤੇ ਐਨੀ ਹਾਊ ਲਦਾਖ ਤੱਕ ਤਾਂ ਫਿਰ ਟ੍ਰੀਟੀ ਆਫ ਲਦਾਖ ਸਾਈਨ ਹੁੰਦੀ ਹੈ, ਬਟ ਲਦਾਖ ਬਿਕਮਸ ਅ ਪਾਰਟ ਆਫ ਲਾਹੌਰ ਦਰਬਾਰ ਐਂਡ ਰਿਮੇਨਸ ਇਨ ਲਾਹੌਰ ਦਰਬਾਰ ਟਿਲ ਦ ਬ੍ਰਿਟਿਸ਼ ਕਮ ਇਨ। ਐਂਡ ਇਹ ਜ਼ੋਰਾਵਰ ਸਿੰਘ ਦਾ ਕਿਲਾ ਹੈਗਾ ਜਿਹੜਾ ਲਦਾਖ ਦੇ ਅੰਦਰ 1834 ਦੇ ਅੰਦਰ ਬਣਾਇਆ ਗਿਆ ਸੀਗਾ। ਇਹ ਜਿਹੜਾ ਮੈਂ ਤੁਹਾਨੂੰ ਇਹ ਦੱਸਿਆ ਸੀਗਾ, ਇਸ ਪਾਸੇ ਅਗਰ ਤੁਸੀਂ ਦੇਖੋਗੇ ਸਕਰਦੂ ਬਲਟਿਸਤਾਨ ਦੇ ਅੰਦਰ ਖਰਪੋਚੋ ਫੋਰਟ ਦੇ ਉੱਤੇ ਇਹ ਕਿਲਾ ਪਹਿਲੇ ਦਾ ਬਣਿਆ ਹੋਇਆ ਸੀਗਾ, ਇਸ ਨੂੰ ਫਤਿਹ ਕੀਤਾ ਗਿਆ ਸੀਗਾ। ਇਹਦੇ ਅੰਦਰ ਕੋਈ ਵੱਡੀ ਜੰਗ ਨਹੀਂ ਹੋਈ ਸੀਗੀ, ਉੱਥੇ ਦਾ ਜਿਹੜਾ ਮੁਸਲਮਾਨ ਰਾਜਾ ਸੀਗਾ ਉਹ ਭੱਜ ਗਿਆ ਸੀਗਾ। ਲੇਕਿਨ ਇੰਟਰਸਟਿੰਗਲੀ ਜਦੋਂ ਮੈਂ ਖਰਪੋਚੋ ਗਿਆ ਸੀਗਾ, ਬਲਟਿਸਤਾਨ ਗਿਆ ਸੀਗਾ, ਮੈਨੂੰ ਉੱਥੇ ਦੇ ਰਿਕਾਰਡ ਦੇ ਅੰਦਰ ਲੈਂਡ ਜਿਹੜਾ ਸੀਗਾ ਉਸਦਾ ਜ਼ਿਕਰ ਆਉਂਦਾ ਹੈ। ਇਹ ਪਰਸ਼ੀਅਨ ਦੇ ਅੰਦਰ ਲਿਖਿਆ ਹੋਇਆ ਹੈ, ਖਾਲਸਾ ਸਰਕਾਰ ਲੈਂਡ ਦੀ ਹੋਲਡਿੰਗਸ ਦਾ ਅਜੇ ਵੀ। ਇਹ ਮੈਂ 2017 ਦੀ ਗੱਲ ਕਰ ਰਿਹਾ, ਮੈਂ ਲੈਂਡ ਰਿਕਾਰਡਸ ਦੇ ਅੰਦਰ ਦੇਖਿਆ ਸੀਗਾ, ਇੱਕ ਰਾਈਟ ਹੈਂਡ ਸਾਈਡ ਦੇ ਅੰਦਰ ਉੱਥੇ ਦੀ ਬਲਟਿਸਤਾਨ ਦੀ ਪਿਕਚਰ ਹੈ ਤੇ ਉੱਪਰ ਲਿਖਿਆ ਹੈ ਖਾਲਸਾ ਸਰਕਾਰ। ਐਂਡ ਆਈ ਲੈਂਡ ਦਿਸ ਬਾਈ ਸੇਇੰਗ ਫਾਈਨਲੀ ਇਨ 1849 ਦ ਬ੍ਰਿਟਿਸ਼ ਐਂਟਰ। ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ 1831 ਦੇ ਅੰਦਰ। ਉਸ ਤੋਂ ਬਾਅਦ ਦ ਸ਼ੇਰ ਸਿੰਘ, ਨੋਨੀਹਾਲ ਸਿੰਘ ਵਗੈਰਾ ਜੋ ਵੀ ਹਿਸਟਰੀ ਹੁੰਦੀ ਹੈ, ਦੀਮਕ ਲੱਗ ਗਿਆ ਸੀਗਾ ਈਸਟ ਵਾਲੇ ਪਾਸੋਂ, ਔਰ 1849 ਦੇ ਅੰਦਰ ਲਾਹੌਰ ਦਰਬਾਰ ਦਾ ਸੂਰਿਆ ਅਸਤ ਹੋ ਜਾਂਦਾ ਹੈ। ਸ਼ੁਕਰੀਆ ਜੀ।